ਨਹੀਂ ਤੇ ਤੁਸੀਂ ਦੀਨੀ ਬੇਗੈਰਤ ਆਪਣੇ ਆਪ ਨੂੰ ਡਿਕਲੇਅਰ ਕਰ ਰਹੇ ਹੋਗੇ। ਇਹ ਹੁਸੈਨੀ ਮੇਰਾ ਮੌਕਫ ਸਾਹਿਬ ਹੈ। ਹੁਸੈਨੀ ਸਾਹਿਬ ਇਹ ਖਾਦਮ ਹੁਸੈਨ ਸਾਬਰੀ ਸਾਹਿਬ ਹੁਣ ਮਾਈਕ ਪੱਟੋ ਨਾ, ਹੁਣ ਪਿੱਛੇ ਟੁਰ ਗਏ ਹੋ ਤੁਸੀਂ। आजमी भाई वो चाह रहे हैं कि आप मेरे को छोटे पूछ लो, प्लॉटों पे वापस चले ओ जाएं। वाटर साहब बस मेरे करें, को पूछ लो। बस करें। ये जो गवाहियां हैं ना, इनका हिसाब होना है। ये ऐसे नहीं होना कि ये बातें चली जानी है इधर उधर, ठीक है। मुसलसल जा रही है, एक तरफ से की जा रही है मुसलसल, अब बर्दाश्त कर रहे हैं हम सिर्फ किसी वजह से। लोग देख रहे हैं कि आप आमिर साहब को बोलने नहीं दे रहे। किस मसलक के ऊपर मैंने जारियत की है, किस मजहब के ऊपर मैंने जारियत की है। एक मिनट ਹੁਣ ਠਹਿਰੋ ਜ਼ਰਾ ਕ ਮੈਂ ਜਿਹੜੀ ਗੱਲ ਕੀਤੀ ਹੈ ਉਹਦੇ ਜਿਹੜਾ ਮਨਫੀ ਲਫ਼ਜ਼ ਹੈ ਉਹ ਕੱਢੋ ਬਾਹਰ। ਮੈਨੂੰ ਮੈਂ ਤੇ ਤੁਹਾਡੀ ਤਾਇਦ ਕੀਤੀ ਹੁਸੈਨੀ ਭਾਈ, ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕੌਣ ਤੁਹਾਡੀ ਤਾਇਦ ਕਰ ਰਿਹਾ ਹੈ। ਮੈਂ ਕੀ ਹੋ ਤੁਹਾਡੇ ਕੋਲੋਂ ਉਹਦੇ ਮੁਕਾਬਲੇ 'ਚ ਜਿਹੜਾ ਥੂਥਣੀ ਬੰਦ ਰੱਖੋ ਤੇ ਬੇਗੈਰਤ ਮੈਂ ਤੁਹਾਨੂੰ ਨਹੀਂ ਕਿਹਾ, ਮੈਂ ਕਿਹਾ ਇੱਕ ਅਸੂਲੀ ਮੌਕਫ ਹੈ ਵੇ ਕਿ ਅਗਰ ਤੁਸੀਂ ਕੋਈ ਗੱਲ ਕਰ ਹੀ ਨਹੀਂ ਰਿਹਾ, ਮੈਂ ਹੀ ਇਤਨੀ ਗੱਲ ਕੀਤੀ ਤੁਸੀਂ ਇਹ ਨਹੀਂ ਤੁਸੀਂ ਮੈਂ ਨਹੀਂ ਇਹ ਨਹੀਂ ਗੱਲ ਕਰ ਰਿਹਾ, ਮਤਲਬ ਮੈਂ ਇਸ ਦੁਨੀਆ ਤੇ ਨਵਾਂ ਆਇਆ, ਮੈਂ ਵੀ ਤੇ ਨਵਾਂ ਨਹੀਂ ਆਇਆ ਨਾ। ਮੈਂ ਕਹਿਣਾ ਕਿ ਤੁਸੀਂ ਕਿਸੇ ਵੀ ਮਸਲਕ ਤੇ ਐ ਨਹੀਂ ਕਿ ਜਮਾਤ ਅਹਿਮਦੀਆ ਦੇ ਉੱਤੇ ਤੁਸੀਂ ਸ਼ੀਆਂ ਦੇ ਉੱਤੇ ਬਾਰੇ ਤਨਕੀਦ ਕਰਨਾ ਚਾਹੁੰਦੇ ਹੋ, ਤੁਸੀਂ ਅਹਿਲੇ ਹਦੀਸ ਦੇ ਕਿਸੇ ਮਸਲੇ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ, ਦਿਓਬੰਦੀਆਂ ਦੇ ਬਾਰੇ, ਬਰੇਲਵੀਆਂ ਦੇ ਬਾਰੇ, ਕਿ ਉਹਨਾਂ ਦੇ ਅਕੀਦੇ ਨੂੰ ਤੁਸੀਂ ਤਨਕੀਦ ਦਾ ਨਿਸ਼ਾਨਾ ਬਣਾ ਚਾਹੁੰਦੇ ਹੋ, ਤੇ ਫਿਰ ਤੁਹਾਡੇ ਉੱਤੇ ਅਗਰ ਤੁਹਾਡੇ ਅੰਦਰ ਦੀਨੀ ਗੈਰਤ ਮੌਜੂਦ ਹੈ ਔਰ ਤੁਸੀਂ ਬਲੂਗਤ ਦੀ ਮੰਜ਼ਿਲ ਤੇ ਪਹੁੰਚ ਚੁੱਕੇ ਤੇ ਕਹੋ ਕਿ ਬਰੇਲਵੀ ਤੇ ਇਹ ਨੁਕਤਾ ਨਜ਼ਰ ਰੱਖਦੇ ਨੇ, ਉਹਦੇ ਮੁਕਾਬਲੇ ਤੇ ਮੇਰਾ ਜਮਾਤ ਅਹਿਮਦੀਆ ਦਾ ਇਹ ਮੌਕਫ ਹੈ। ਅਗਰ ਮੈਂ ਕਹਾਂ ਕਿ ਨਹੀਂ, ਮੈਂ ਨਹੀਂ ਦੱਸਣਾ ਕਿ ਮੇਰਾ ਕੀ ਮੌਕਫ ਹੈ ਔਰ ਮੈਂ ਸਿਰਫ ਬਰੇਲਵੀਆਂ ਦੇ ਉੱਤੇ ਇਤਰਾਜ਼ ਕਰਨਾ ਕਿ ਮੈਂ ਉਹਨੂੰ ਰੇਲੂ ਕੱਟਾ ਕਹਾਂਗਾ, ਥਾਲੀ ਦਾ ਬੈਂਗਣ ਕਹਾਂਗਾ, ਧੋਬੀ ਦਾ ਕੱਤਾ ਕਾਦਾ ਜਾਂ ਕਟੀ ਪਤੰਗ ਕਹਾਂਗਾ, ਇਹਦੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ। ਔਰ ਮੈਂ ਪੂਰੀ ਵਜ਼ਾਹਤ ਕਰ ਚੁੱਕਿਆ ਕਿ ਰੇਲੂ ਕੱਟਾ ਕੌਣ ਹੁੰਦਾ ਹੈ, ਜਿਹੜਾ ਆਪਣਾ ਕੋਈ ਟੀਮ ਨਹੀਂ ਮਿਲਦਾ, ਐਵੇਂ ਆਵਾਰਾ ਫਿਰਦਾ ਰਹਿੰਦਾ ਹੈ ਸਕੇਲਰ ਦੀ ਤਰ੍ਹਾਂ, ਉਹਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ, ਕਦੀ ਯਹਾਂ ਗਿਰਾ ਕभी वहाँ गिरा। ਇਹੀ ਧੋਬੀ का कत्ता ना घर का ना घाट का, ਇਹੀ ਹੈ ਥਾਲੀ ਦਾ ਬੈਂਗਣ, ਇਹੀ ਕੱਟੀ ਪਤੰਗ ਹੈ ਕਿ ਕਿਸੇ ਨਾਲ ਵਾਬਸਤਾ ਨਹੀਂ, ਆਵਾਰਾ ਹੈ। आसमान का बेशक तारा हूँ तो रहे ठीक है, लेकिन ਜਦੋਂ ਤੁਸੀਂ ਦੂਸਰੇ ਦੇ ਮਸਲਕ ਦੇ ਉੱਤੇ ਇਤਰਾਜ਼ ਕਰੋਗੇ, ਕਿਸੇ ਦੇ ਕਾਬਰ ਦੇ ਉੱਤੇ, ਤੇ ਕਿਸੇ ਕਿਸਮ ਦੀ ਰਿਆਇਤ ਦੀ ਤਵੱਕੋ ਨਾ ਰੱਖਣਾ। ਇਹ ਮੈਂ ਕਹਿੰਦਾ ਇਹਦੀ ਕਿਹਨੂੰ ਕੀ ਇਤਰਾਜ਼ ਹੈ। ਮੈਂ ਜਿਹੜੀ ਗੱਲ ਕੀਤੀ ਹੈ, ਮੇਰਾ ਨਹੀਂ ਖਿਆਲ ਕਿ ਉਹਦੇ ਜਵਾਬ ਦੇ ਤੌਰ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਾਂ ਕਿਹਦੇ ਜਵਾਬ ਦੇ ਤੌਰ ਤੇ, ਕਿਸੇ ਹੋਰ ਨੇ ਤਾਂ ਗੱਲ ਕੀਤੀ ਨਹੀਂ, ਗੱਲ ਹੀ ਮੈਂ ਹੀ ਕੀਤੀ। ਹੁਸੈਨੀ ਭਾਈ ਤੁਹਾਡੀ ਗੱਲ ਦੀ ਤੇ ਮੈਂ ਤਾਇਦ ਕਰ ਰਿਹਾ ਕਿ ਸਿਰਫ ਅਸੂਲੀ ਗੱਲ ਕਰੋ, ਖਤਮ ਨਬੂਤ ਤੇ ਗੱਲ ਕਰਕੇ ਫਰਮਾ ਗਏ ਯਾਦੀ ਲਾ ਨਬੀ ਆਬਾਦੀ, ਖਤਮ ਗੱਲ, ਮੈਨੂੰ ਕੋਈ ਇਤਰਾਜ਼ ਨਹੀਂ। ਐਸੀਆਂ ਇਰਰੀਲੇਵੈਂਟ ਗੱਲਾਂ ਉਹਦੇ ਨਾਲ ਉਹਦੀ ਕੀ ਜ਼ਰੂਰਤ ਹੈ। ਨਹੀਂ ਭਾਈ ਬਾਰ-ਬਾਰ ਇਹ ਕਹਿ ਕੇ ਨਾ ਇਰਰੈਲੇਵੈਂਟ, ਤੁਸੀਂ ਇਰਰੈਲੇਵੈਂਟ ਗੱਲਾਂ ਕਰ ਰਹੇ ਹੋ, ਫਜ਼ੂਲ ਗੱਲ ਕਰ ਰਹੇ ਹੋ, ਬਾਰ-ਬਾਰ ਫਜ਼ੂਲ ਗੱਲ ਕਰ ਰਹੇ ਹੋ, ਇਸ ਤੋਂ ਬਾਅਦ ਆ ਜਾਓ, ਇਹਦਾ ਕੋਈ ਫਾਇਦਾ ਨਹੀਂ। ਇਹਦਾ ਤੁਸੀਂ ਇਰਰੈਲੇਵੈਂਟ ਗੱਲਾਂ ਕਰ ਰਹੇ ਹੋ, ਇਲੌਜੀਕਲ ਗੱਲਾਂ ਕਰ ਰਹੇ ਹੋ, ਇਹਨੂੰ ਰਹਿਣ ਦਿਓ। ਹੁਣ ਤੁਸੀਂ ਮੈਂ ਕਾਫੀ ਦਫਾ ਸੁਣ ਲਈਆਂ ਤੁਹਾਡੀਆਂ ਕਿ ਤੁਸੀਂ ਮੇਰੀ ਰਾਏ ਨੂੰ ਇਰਰੈਲੇਵੈਂਟ ਕਰਾਰ ਦਿੰਦੇ ਹੋ, ਤੁਹਾਨੂੰ ਇਹ ਕੋਈ ਹੱਕ ਨਹੀਂ ਹੈਗਾ। ਤੁਸੀਂ ਇਰਰੈਲੇਵੈਂਟ ਗੱਲਾਂ ਕਰ ਰਹੇ ਹੋ। ਕਮ ਟੂ ਦਾ ਪੁਆਇੰਟ ਇਫ ਯੂ ਗਾਟ ਵਨ। ਕੀ ਹੈ ਤੁਹਾਡਾ ਮੌਕਫ, ਬਿਆਨ ਕਰੋ। ਪੁਆਇੰਟ ਇਹੋ ਹੀ ਹੈ ਕਿ ਖਤਮ ਨਬੂਵਤ ਦਾ ਤਲਕ ਉਸ ਆਇਤ ਕਰੀਮਾ ਦੇ ਨਾਲ ਹੈ ਜਿਹੜੀ ਕੁਰਾਨ ਸ਼ਰੀਫ ਵਿੱਚ ਹੈ, ਔਰ ਉਸ ਹਦੀਸ ਦੇ ਨਾਲ ਹੈ ਜੋ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਬਿਆਨ ਕੀਤੀ ਹੈ। ਮੈਨੂੰ ਕੋਈ ਇਤਰਾਜ਼ ਨਹੀਂ ਇਸ ਤੇ। ਜਜ਼ਾਕੱਲਾ, ਗੱਲ ਖਤਮ ਹੋ ਗਈ। ਇਹੋ ਹੀ ਮੈਂ ਕਹਿੰਦਾ ਤੁਹਾਨੂੰ ਇਤਨੀ ਲੰਮੀ ਤਕਰੀਰ ਕਰਨੀ ਪਈ ਹੈ, ਉਹ ਕਿਹਦੇ ਵਾਸਤੇ ਸਮਝ ਨਹੀਂ ਆਈ। ਇਸ ਕਰਕੇ ਪੈਂਦੀ ਹੁਸੈਨੀ ਭਾਈ ਕਿ ਤੁਸੀਂ ਇਰਰੈਲੇਵੈਂਟ ਗੱਲਾਂ ਕਰਦੇ ਹੋ, ਮੁਸਲਸਲ ਕਰਦੇ ਹੋ, ਬਾਰ-ਬਾਰ ਕਰਦੇ ਹੋ ਕਿ ਤੁਸੀਂ ਇਰਰੈਲੇਵੈਂਟ ਇਹ ਗੱਲ ਕਰਦੇ ਹੋ ਕਿ ਮੇਰੀ ਰਾਏ ਨੂੰ ਇਰਰੈਲੇਵੈਂਟ ਕਰਾਰ ਦਿੰਦੇ ਹੋ। ਮੈਂ ਕਾਫੀ ਦਫਾ ਬਰਦਾਸ਼ਤ ਕੀਤੀ ਹੈ ਤੇ ਹੁਣ ਮੈਂ ਤੁਹਾਨੂੰ ਵੀ ਦੱਸਣਾ ਕਿ ਤੁਹਾਡੀ ਇਹ ਜਿਹੜੇ ਕਮੈਂਟਸ ਨੇ ਦੇ ਆਰ ਟੋਟਲੀ ਬੇਸਲੈਸ, ਇਲੌਜੀਕਲ, ਇਰਰੈਲੇਵੈਂਟ ਐਂਡ ਨਾਟ ਪ੍ਰੋਡਕਟਿਵ। ਕਿਹੜੇ ਕਮੈਂਟ ਮੇਰੇ?
کہ ਮੇਰੇ ਕਮੈਂਟਸ ਨੂੰ ਤੁਸੀਂ ਇਰਰੈਲੇਵੈਂਟ ਕਹਿ ਰਹੇ ਹੋ, ਹਾਲਾਂਕਿ ਉਹਦੀ ਰੈਲੇਵੈਂਸ ਅਗਰ ਤੁਹਾਨੂੰ ਨਹੀਂ ਸਮਝ ਆਈ ਮੈਂ ਤੁਹਾਨੂੰ ਸਮਝਾ ਸਕਣਾ। ਤੁਹਾਨੂੰ ਮੈਂ ਬਾਰ-ਬਾਰ ਵਜ਼ਾਹਤ ਕਰ ਚੁੱਕਿਆ ਕਿ ਰੇਲੂ ਕੱਟੇ ਤੋਂ ਕੀ ਮੁਰਾਦ ਹੁੰਦੀ ਹੈ, ਥਾਲੀ ਦਾ ਬੈਂਗਣ ਕਿਹਨੂੰ ਕਿਹਾ ਕਹਿੰਦਾ ਵੀ ਇਹਦੀ ਮੈਨੂੰ ਜ਼ਰੂਰਤ ਕੀ ਹੈ, ਮੈਨੂੰ ਕਿਉਂ ਕਹਿ ਰਹੇ ਪੁੱਛ ਰਿਹਾ ਮੈਂ ਤੁਹਾਨੂੰ ਕਹਿ ਰਿਹਾ। ਅਗਰ ਤੁਹਾਨੂੰ ਇਹ ਸਮਝ ਨਹੀਂ ਆਉਂਦੀ, ਤੁਹਾਨੂੰ ਇਹ ਸਮਝ ਨਹੀਂ ਆਉਂਦੀ, ਤੁਹਾਡੀ ਦਸਤੂਸ ਤੋਂ ਬਾਹਰ ਇਹ ਅਗਰ ਆਵਾਜ਼ ਫਾਇਰ कर रहे हो सानी भाई मैं पूछता हूँ जरा एक चीज। हाँ जी जी तार भाई ये जो थाली का बैंगन होता है ये पक्का वाला होता है या कच्चा होता है, ये जरा मुझे बताएं जरा, ये मुझे समझ सही सीरियस नहीं है कि थाली का बैंगन का मतलब क्या है। थाली का बैंगन ये होता है कि अगर आप थाली में कोई बैंगन रखे, चाहे कच्चा हो या पक्का हो, कच्चा हो पक्का हो तो वो ज़रा उसका पैंदा भारी होता है, वो कुछ देर टिक जाता है एक पोजीशन पर। लेकिन अगर अनकुक हो तो उसको आप थाली में रख के ना, जिधर थाली का झुकाव होगा वो उस तरफ चला जाएगा, इसीलिए उसकी की खुद अपनी पहचान नहीं होती, इसलिए उसको थाली का बैंगन कहते हैं। बिल्कुल उसी तरीके से जिस तरह कोई पहले कहे कि मसीह अलैहिस्सलाम जिंदा आसमान से आएंगे और फिर कहे कि नहीं इल्हामन बताया गया है कि अब वो नहीं आएंगे, बिल्कुल ये मिसाल फिट इन बैठती है उस थाली के बैंगन के ऊपर। A1 मिसाल, बहुत आला। ताहिर साहब मैं आपकी ताईद में बात कर रहा हूँ, बहुत अच्छी बात की आपने, बिल्कुल रेलेवेंट बात की, कोई इरेलेवेंट बात नहीं की आपने, टोटल रेलेवेंट बात की, बहुत आला। मैं आपको गिफ्टिंग भी करना चाह रहा हूँ, ये देखें जी, आपने मिसाल देकर वाज़ेह कर दिया कि एक शख्स अगर वो कभी कुछ कहे और कभी कुछ कहे तो उसको थाली का बैंगन ही कहना चाहिए। बहुत आला, बहुत ही मजेदार बात। माशाल्लाह। टेनिस बॉल ना कर लें बीच में बैंगन को निकाल के, वो कर ले। मसला देखिए साहब, चीजें बदलें, ये काफी देर हो गई है सुन के ना। देखिए बात ये है, बैंगन की जगह टेनिस बॉल अच्छी लगती है, क्रिकेट खेलते रहे हम टेल बॉल करके ना, उसके ऊपर टेल रोल करके। देखे वो भी कहा जाता है मकसद क्या है। मकसद ये है कि जब आप कलाम करते हैं, मुकालमा करते हैं, जब तक दूसरे का आपको मकसद, फिक्र, मसलक, मजहब या वो किस उसकी मुसलमात का ना पता हो तो आप गुफ्तगू कर ही नहीं सकते। यहाँ पर एक तासुर, ये कोशिश ये की जाती है कि हम जो हैं हम इस्लाम की नुमाइंदगी कर रहे हैं, कुरान और रसूल करीम सल्लल्लाहु अलैहि वसल्लम की सुन्नत हमारे लिए हुज्जत है। अब आप ये प्लेटफॉर्म हमारा है, यानी ये तस्लीम कर लो कि हम कुरान के खादिम हैं, रसूल अकरम सल्लल्लाहु अलैहि वसल्लम के ग़ुलाम हैं। अब हमारे मुकाबले पर आओ। क्यों भाई, क्यों तुम्हें वो प्लेटफॉर्म दिया जाए? मैं हरगिज़ नहीं दूंगा। इस्लाम हमारा है, हम अल्लाह के कलाम पर यकीन रखते हैं, कुरान हमारे लिए हाकम है, वो हमारे लिए हुज्जत है, रसूल अकरम सल्लल्लाहु अलैहि वसल्लम हमारे हैं, हम खातमुन नबीयीन सल्लल्लाहु अलैहि वसल्लम के पैरोकार हैं। अगर किसी को हक है इस्लाम, कुरान का, रसूल अकरम सल्लल्लाहु अलैहि वसल्लम का, इस्लाम का, तो वो अल्हम्दुलिल्लाह अहमदी मुसलमान है। मैं अपने आप से ज़्यादा अच्छा मुसलमान किसी को नहीं समझता। जमाते अहमदिया बनाने से पहले, बीच में नहीं बोलना, जमाते अहमदिया बनाने से पहले मिर्जा गुलाम अहमद कादियानी साहब का मसलक क्या था? बिल्कुल बीच में ना बोलो, बीच में ना बोलो, बदतमीजी ना करो, बदतमीजी ना करो, खारिजदा आवारा बेगैरत कुत्तों की तरह मत भौंको। मुझे बारी होती है नजर आएंगे। अभी देखते हैं मुकम्मल करने दो कि ताहिर साहब आप ये बता पाएंगे खारिजदा बेगैरत कुत्तों की तरह मत भौंको, बनाने से बीच पहले में मिर्जा मत गुलाम बात कादियानी करो, साहब इससे का तुम्हारी क्या इज्जत मसलक था? अफजाई नहीं होगी, इसका जवाब दीजिए। तुम्हारे मसलक की, तुम्हारे मजहब की बेइज्जती है, बेगैरती ना करो। अगर करने पे मजबूर हो तो ठीक है, मैं इजाजत चाहता हूँ, अब लगे रहो। मिर्जा गुलाम अहमद कादियानी साहब का फिरका क्या था दावे से पहले, बताएं जरा। या वो भी कटी पतंग थे, रेलू कट्टे थे, थाली के बैंगन थे, ज़हनी मरीज थे, क्या थे? बताएं। काज़मी साहब मैं बताना काज़मी चाहता हूं। साहब अगर ना बता सको, अगर ना बता सको तो इन तमाम अल्फाज को गोबरी कीड़े के 100 मसलक से पर लानत, मल्टीप्लाई उसकी पैदाइश करके पे लानत, अपने उसकी मौत पे लानत, अपने उसकी जिंदगी पे लानत, अपने उसकी अपने जिंदगी मुंह के तरबियत अंदर करने रख वाले लेना। तमाम अकाबरीन पर लगातार मुसलसल अंधाधुंध
अनथक लानत बेशुमार। थाली के बैंगनों पर भी पैदाइश डाल पर दें। वो ना पैदा होते, माँ को खाम खा इतनी दर्द जह से उन्होंने मुब्तला किया, उनकी पैदाइश पर लानत लगातार बेशक मुसलसल बेशुमार अंधाधुंध। लानत है। और मैं खबरदार आमीन कह रहा हूँ, मैं आइंदा आपसे हज़रत एग्री अक़दस कर रहा हूँ, मसीह मुद्दा क्यों मऊद कर रहे हैं? अलैहिस्सलाम के बारे में नाजेबा लफ्ज बोलने कौन वाले सा फिरका गोबरी था? कीड़े की ये आपके ऐसी अल्फाज हैं तैसी जनाब। उसकी पैदाइश, उसके वालदैन, उसके मसलक, उसके असातिज़ा, उसके अकाबर, उसके रहन सहन, हर एक पर लगातार मुसलसल अंधाधुंध लानत बेशुमार। आमीन। अच्छा चलें, बता दें मिर्जा गुलाम अहमद साहब का फिरका क्या था। एक मिनट बाजी, रुकिएगा बाजी जी। ताहिर साहब, मिर्जा गुलाम अहमद कादियानी साहब का फिरका क्या था मगर जमात मेरे अहमदी ना बनाने अगर से बुद्धि पहले? के अंदर अगर आप हजरत अक़दस मसीह मऊद अलैहिस्सलाम के बारे में गंदे नाजेबा अल्फाज इस्तेमाल करते हो कोई जो गंदा अपने अल्फाज अंबिया नहीं के बोला लिए मैंने, इस्तेमाल नहीं कर सकते, तो कोई अगर गंदा अगर अल्फाज मगर नहीं मेरे बोला। अगर बुद्धि कन रगड़ चलो अच्छा पलट ये के फिरका ध्यान था के उनका, दर अगर अरे मगर तुम्ही झगड़ से मेरे फिर नाल ना बात रगड़, करना मैं हर जाके एक बूथी कम अरे ना रगड़। लत्थू खैरे से ये कौन सा गोबरी फिरका कीड़े है से जी बात करना ताहिर मुनासिब मिर्जा नहीं साहब? समझता। अच्छा हुसैनी साहब, मेरा ये सवाल जो ये देखें, ये है दुम दबा के अपनी टांगों के बीच में दुम को लेके भाग जाना। ऐसी जुबान का और ये इस्तेमाल आदत जो होती है, सुन लें वाटर साहब, सुन आमिर लें साहब दो बैठे अल्फाज हैं सुन यार। लें, फिर मैं चला जाता आमिर हूँ, साहब को आप मौका लोग दें करिएगा यार। महफिल। आमिर साहब ये को होती मौका है दें ये होती है इत्तेहाद बैनुल काफिरीन के खारेज़दा साहब, आमिर बेगैरत साहब को भी आवारा मौका दें। कुत्तों की हरकत कि जब उनसे पूछा जाता है ना, वो कहते हैं ना दावा कर देते हैं, और जब बाजू पकड़ के पूछा जाता है ना कि हाँ भाई इस पे दलील दो या कोई सवाल कर लेते हैं, तो इस तरीके से घुस जाते हैं वहीं पर जहां से निकले थे। जहनी मरीज जमात के टिकटॉक पर आके स्कॉलर बनने की कोशिश कर रहे हैं। इस सवाल का जवाब आज कोई दे दे, अभी पता लग जाएगा। ये जो इतना मकतबा फिक्र रो रहे थे, इनसे एक सवाल किया सिर्फ, मिर्जा गुलाम अहमद साहब का फिरका क्या था जमात अहमदी बनाने से पहले? वो कौन सा हक का फिरका था जिसके ऊपर कामिल अतात करते रहे? वो कौन सा फिरका था जिसके अंदर हजरत ईसा को जो है वो जिंदा आसमान पर लिखते रहे? वो कौन सा फिरका था जिसमें खत्म नबूवत के बाद, रसूलुल्लाह के बाद मुदय्यन नबूवत पर लानत भेजते रहे? मुदय्यन नबूवत को मुसैलमा कज़ाब का भाई कहते रहे। हजरत अबू बकर सिद्दीक की तारीफें बयान करते रहे कि उन्होंने मुदय्यान नबूवत का कत्ल किया, उन्होंने वाजिबुल कत्ल कहलाते रहे। वो कौन सा फिरका था, उसका नाम बता दें हमें। वो मकतबा फिक्र कौन था? अगर नहीं था तो साफ समझा जावे कि रेलू कट्टा, धोबी का कत्ता, कटी पतंग और थाली का बैंगन और वल्दियत में नाम ब्लैंक था। माने इस बात को। जब दूसरों को फतवा देते हैं तो खुद के लिए भी नजर रखें ना, 3 उंगलियां अपनी तरफ भी है ना कि नहीं है? हैं? तो बताएं मिर्जा गुलाम अहमद साहब का फिरका कौन सा था जहां पे कामिल अतात करके नबूवत हासिल की उन्होंने? वो बता देना, बता दे मुझे। वो बताए कौन सा था? पता है कौन सा था? जिसके लिए इल्हाम हुआ था उनको जब बटालवी साहब के साथ उनको लेकर गए थे कुछ लोग मिलवाने के लिए कि इनके अकायद पर हमसे बहस करें। मिर्जा साहब ने बटालवी साहब के सारे अकायद सुनने के बाद कहा इस बंदे से मैं क्या बहस करूं, इसके तो अकायद ठीक है सारे के सारे। और मिर्जा साहब को इल्हाम हुआ उसके ऊपर। इल्हाम क्या था? बादशाह तेरे कपड़ों से बरकत हासिल करेंगे, जो तुमने काम किया बिल्कुल ठीक किया। वो जो लोग मिर्जा गुलाम अहमद साहब कादियानी को लेके गए थे ना, उन्होंने कहा जी आपने हमारी नाक कटा दी। इसके ऊपर इल्हाम किया मिर्जा साहब के खुदा ने कि जिस बंदे से तू बहस कर रहा था ना उसका अकीदा बिल्कुल ठीक है। अब मुझे बताएं, और ये इंडोर्समेंट मेरा चैलेंज है, इशाअतुस सुन्ना के अंदर बराहीन अहमदिया की इंडोर्समेंट से पहले की इंडोर्समेंट है। अब या तो मिर्जा गुलाम अहमद कादियानी साहब ने खुदा बदला है या बाप बदला है, ये फैसला आपने करना है। क्या बदला है? जो कुछ ताहिर अमजद टोनी ने यहां पर कहा है और जितने लोग यहां पर अहमदी बैठ के खामोशी से उसकी जारियत सुनते रहे हैं, मैं दूंगा जवाब उत्तर। ये अब तू उनके जाना ना, मुंह पर अब तू एक जवाब, सन्नाटेदार अब तूने तमाचा है। अब और इसका अब जवाब तमाचा एक मिनट सबर साइड साहब, सबर अब देता सबर हूँ ना जवाब, दे विच सुनना सबर है ना, जरा। थोड़ा जिहा अब तबीयत तू जी यार सबर पैदा उधर करो का ना। तुम नहीं बोली जा रहे हो, हाँ। सारे लोग कर लो, सुनी ਇਹ मैं जा रहे ਮਾਈਕ हैं। ਉਦੋਂ ਕਿਉਂ ਨਹੀਂ ਖੁੱਲਿਆ ਤੁਹਾਡਾ करी ਜਦੋਂ जाओ। ਟੋਨੀ ਸਾਹਿਬ ਇੱਥੇ अभी ਭਾਸ਼ਣ करता ਦੇ हूँ, ਰਹੇ ਸਨ ਇੱਥੇ अभी ਬਹਿ ਕੇ, करता यार हूँ। मैंने ਤੁਹਾਡੇ आप लोगों ਜਮਾਤ को ਦੇ चुप कराने अकीदे की ਦੀ कोशिश मंजवी की ठुकਵਾ है। ਰਹੇ ਸਨ ਇੱਥੇ ਬਹਿ ਕੇ, उਦੋਂ क्यों नहीं भाई माइक मैं ਤੁਹਾਡਾ तुम्हें खुलिया? कह रहा हूँ कि और लोग भी आ गए हैं, तुम ही बोली जा रहे हो। अब तो तो तुम्हारे जब उस बुजुर्ग आ वक्त चुके ये हैं जा यार। रही हो रही थी, उस वक्त आपका माइक ओपन क्यों प्यारे नहीं हो? तो जब है, आपका तुम्हारे तो ओपन क्यों हो रहा रेहानी है? पापा आ गए हैं, अब तुम उनको बोलने दो। तुम्हारे उस्ताद आ गए हैं, मोहतरम आ गए हैं, तुम उनको बोलने मेरा दो। ख्याल है काफी है। और आइंदा के बाद अगर टोनी साहब ये दोबारा रिपीट करेंगे तो ओ याद भाई, रखे ये 60 बंदे ये 70 बंदे सुन रहे गैर हैं, माकूल सी ये बातें ना। तमाम अल्फाज मेरे कहे बगैर जब मैं कहूंगा ना समझ जाओ
तो समझ समझ जाना। जाओ, क्या समझ बहुत जाए शुक्रिया। यार, तुम तो आप पता नहीं शिया हो कि सुन्नी हो, हमें तो पता नहीं लगता तुम्हारा, तो हम मिर्जा साहब का क्या तुम्हें ये बताएं फिर क्या। काज़मी साहब ने जितनी बातें की है ना, इन्होंने बिल्कुल दुरुस्त की हैं, और ये ताहिर चलो अमजद टोनी मिर्जाई को ऐसे ही जवाब देना चाहिए वाजिद था अगवा डडू कि आ गया, दूसरों के ऊपर। काजमी दा अगवा डड्डू तो डडू, तू पहले ही है, स्वीडन दा मिर्जा डडू आ मसरूर गया, दे डड्डू डड्डू और मिर्जा मसरूर स्वीडन का दा गवाह तो डडू बैठा है थे। उर्फ तारिक डड्डू टेडी आ गया है। और डड्डू और चुप डड्डू करो तारिक टेडी, ਵਾਟਰ ਡੱਡੂ ਚੁੱਪ ਕਰੋ ਵਾਟਰ ਤਾਰਿਕ ਡੱਡੂ ਟੈਡੀ। ਦੇ ਵਿੱਚ ਡੱਡੂ ਹੀ ਫਿਰਦੇ ਹੋ ਤੁਸੀਂ ਮਿਰਜ਼ਾਈ ਤੂੰ ਵਾਟਰਾਂ ਦੇ ਤੇ ਵਿੱਚ। ਯਾਰ ਹਰ ਜਗ੍ਹਾ ਸਟੇਜ ਲਾਇਆ ਹੁੰਦਾ ਤਾਰਿਕ ਹਾਂ, ਟੈਡੀ, ਤੂੰ ਕੀ ਕਰਦਾ ਪਿਆ ਹੈ? ਤਾਰਿਕ ਰੋਟੀਆਂ ਟੈਡੀ ਚੈੱਕ ਕਰ ਰਿਹਾ ਮਿਰਜ਼ਾ ਮਸਰੂਰ ਦੀਆਂ, तारिक टेडी, ਮਿਰਜ਼ਾ जिधर ਮਸਰੂਰ ਦੀਆਂ लगे ਰੋਟੀਆਂ स्टेज ਚੈੱਕ ਕਰ ड्रामा ਰਿਹਾ शुरू कर ਟੈਡੀ, देते हो। ਵਾਟਰ ਟੈਡੀ। तुम्हारे ਤੂੰ अंदर ਮਿਰਜ਼ਾ तारिक ਮਸਰੂਰ ਦੀਆਂ टेडी की ਰੋਟੀਆਂ ਚੈੱਕ बदबू ਕਰ आ ਰਿਹਾ, चुकी है। ਨਾਲ ਤੂੰ ਆਟਾ ਗੁੰਨ ਕੇ ਦੇ ਰਿਹਾ ਉਹਨੂੰ, ਜਿਹੜਾ ਤੁਸੀਂ ਆਪਣਾ ਖੁਦਾ ਦਾ ਖਲੀਫਾ ਬਣਾਇਆ ਹੈ, काजमी ਜਿਹੜਾ साहब अब ਕਹਿੰਦਾ तेरे पर ਉਹ यार ये जिद्दत टाइम का आ जिक्र गया, ना कुरान में है ना काजमी हदीस साहब में, बिल्कुल ठीक कह रहे हैं। ਜਿਸ ਦੇ ਉੱਤੇ ਤੁਸੀਂ ਲਾਈ ਹੋਈ ਹੈ ਆਪਣੀ ਦੁਕਾਨ ਚਮਕਾਈ ਹੋਈ ਹੈ चलो ਮਸੀਹ ਦੇ तारिक ਨਾਂ ਤੇ, साहब जो अच्छी बात ਉਹਦੀਆਂ करनी ਗੱਲਾਂ है तो ਤੁਸੀਂ वो करें। ਰਿਜੈਕਟ ਕਰ ਰਹੇ ਹੋ। आप जगह जगह जाके ਲਾਨਤ तारिक ਤੁਹਾਡੇ टेडी बन ਉੱਤੇ जाते ਕਿ हैं। ਤੁਸੀਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਖਤਮ ਨਬੂਵਤ ਦਾ ਇਨਕਾਰ ਕਰਕੇ ਨਵਾਂ ਨਬੀ ਲੈ ਆਏ ਹੋ। ਫਿਰ ਸ਼ਰਮ ਬੇਸ਼ਰਮੀ ਦੀ ਇੰਤਹਾ यार ਹੈ, हम तो फिर ਉਸ नया ਨਬੀ ਦੀ नबी लाए हैं, ਤੁਸੀਂ तुम तो एक ਇਨਹਾਜ जाली ਨਬੂਵਤ मुजद्दद ले ਤੇ आए हो। ਨਬੂਵਤ ਵੀ ਚਲਾ ਰਹੇ ਹੋ। ਉਹ ਫਿਟੇ ਉਹ ਲਾਨਤ ਹੈ ਤੁਹਾਡੇ ਉਸ ਮਿਰਜ਼ਾ ਗੁਲਾਮ ਅਹਿਮਦ ਨਬੀ ਤੇ ਜਿਹਨੇ तौबा ਖਤਮ तौबा ਨਬੂਵਤ ਦਾ तौबा ਇਨਕਾਰ ਕੀਤਾ। तौबा तौबा लानत उस तौबा, ये मिर्जा बंदा गुलाम अपने अहमद आप है को जिन्हें अहमदी खत्म नबूवत कहता का है, इनकार करके ये अपनी बंदा गद्दी बना अपने ली। आप को अहमदी कहता है। सुन लो जी, हाँ, रिकॉर्ड तू करो अहमदी जनाब। तू ਸਵਾ ਅਹਿਮਦੀ ਹੈ ਤੁਸੀਂ तो ਤੇ ये ਨਾ। बंदा ਜਿਹੜਾ ਟੋਨੀ ਭਾਈ ਨੇ ਖਿਲਾਫਤ ਦੇ ਮੁਤਲਕ 4-5 ਵਾਰੀ ਯਾਨੀ ਦਾ ਲਫ਼ਜ਼ ਲਗਾਇਆ ਹੈ ਕਿ ਖਿਲਾਫਤ ਹੱਕਾ ਇਸਲਾਮੀਆ یعنی قدرت ثانیہ یعنی خلافت یعنی خلافت علامہ ناج نبوت 4-5 یعنی لگائے نے وہ بڑی دلچسپ ہے کہ خلافت دے نال السلام علیکم جی وعلیکم السلام بسم اللہ حسین صاحب، کوئی ہے یہاں پر کوئی ایسا حال کہ جہاں کوئی بات کی جا سکے، کوئی علمی ضرور بات کرو کی جائے؟ ہاں جی، کوئی علمی گفتگو کرو جو بھی آتا ہے یہاں پر لڑائی کرنے کے لیے تیار رہتا ہے۔ یا بس اس طرح ہی ہے کوشش یہ کی ہے کہ لفظ اچھے بولے جان ہمارا ایڈریس کیا جائے کہ میں تے جتنا گل کی پوچھا کہ جہاں لفظ نہیں چاہیے دسو لیکن وہ پھر بھی انہوں نے اٹیچمنٹ لانی پی گی ایک کاظمی صاحب کہہ رہے ہیں طاہر ٹونی کو طاہر ٹونی تو وہ بھائی اپنی حفاظت کے لیے دائرہ اپنے ارد گرد کھینچتا ہے کہ بھائی آپ جو کہ الزامات کی بچھاڑ کرتے ہو یا بدتمیزی کرتے ہو، کابرین کی بے حرمتی کرتے ہو، تو اس کی وجہ سے انہوں نے کہا ہے۔ لیکن کہ بھائی اتنے کسی نے آج صبح کا سنیا کیتا کسی نے جی کسی نے کیتی اس صبح کی کوئی گل نہیں، اکثر ہوندا رہندا نا، تے انہوں نے اپنے جڑا پہلے ہوندا رہیا پچھلے ہفتے یا پچھلے مہینے یا پچھلے سال تے او دے واسطے آندے صبح اودے تو شروع کرنا چاہیے نہیں، جس چیز کا خطرہ ہوئے اس چیز کے بارے انہوں نے آگاہی کی دیتی ہے، بس ہے یہ کہ انج نہیں ہونا چاہیے، انج گل کرو، قاعدے دے اوتے گل بات کرو۔ گل یہ ہے کہ جڑے لفظ ہے نا یہ تہاڈی بندیت نہیں ہے، باپ نہیں باپ دا نہیں کر سکتے کسے نو اگر تے کسے دا کوئی نام لے کے کسے نو کیا ہوئے تے تاں ہے نا، یا او ایہی عرض کر رہے ہیں اگر یہ تسی گفتگو کرو آ کے میرے نال مرزا صاحب تسی مینوں کہو کہ دے یہ گل سن لے کہ اگر ولدیت نہیں ہے ولدیت تو دس نہیں سکتا اور جڑا ہے وہ ولدیت کا خانہ خالی ہے اور جرت نہیں ہے اتے دوسرے دے یہ والد میرے نال گفتگو شروع کرو تو میں کی سمجھاں گا کی کہہ رہے ہو اتے دوسرے دے والد دے اوتے اپنی ولدیت پھر اسی طرح ہے کہ دوسرے دے والد دے اوتے الزامات لگائے جان۔ مقصد ہے کہ اے اگر تسی گفتگو میرے نال شروع کرو نہیں اچھی بات نہیں آیا، مطلب ہوئے گا میں ٹھیک ہے نہیں ہے، پھر یہ لڑائی والا موضوع بن جاتا ہے نا۔ میں یہ عرض کر رہا کہ جس طرح تسی گل کیتی ہے جدوں اسی آنے ہاں کسی دوسرے دوست کو دیکھنے ہاں السلام علیکم کہنے ہاں یہ کدھر طرف تہاڈی طرفوں آواز واپس آ رہی ہے میں میوٹ کر ہاں جدوں اسی کسی نو الیکس لیک کرنے آ کے اور کوئی آدمی گل شروع کرتا ہے تو انہوں 65 سٹے ایسی گل نہیں کرنی چاہیے جیڑی الزامات دی ایک لمبی لسٹ اپنے نال رکھدی ہوئے جہدے یک طرفہ سپرے ہوئے کہ دیکھو تسی
ਆਰਾਮ ਦੇ ਵੀ ਹੋ ਸਕਦੇ ਹੋ, ਤੁਹਾਡੀ ਵਲਦੀਅਤ ਗਾਇਬ ਵੀ ਹੋ ਸਕਦੀ ਹੈ, ਤੁਸੀਂ ਜਵਾਬ ਤੋਂ ਕਾਸਰ ਵੀ ਰਹਿ ਸਕਦੇ ਹੋ। ਅਗਰ ਤੁਹਾਡੀ ਜ਼ਰੂਰਤ ਹੈ ਤਾਂ ਬਾਹਰ ਨਿਕਲੋ, ਅਗਰ ਤੁਸੀਂ ਬੁਜ਼ਦਿਲ ਨਹੀਂ ਹੋ। ਔਰ ਤੁਸੀਂ ਅਗਰ ਥਾਈ ਤੇ ਬੈਂਗਣ ਹੋ, ਜਾਂ ਤੁਸੀਂ ਇਤਾਦ ਬੈनुल ਕਾਫਰੀਨ ਦੇ ਨੁਮਾਇੰਦੇ ਹੋ, ਜਾਂ ਤੁਸੀਂ ਆਵਾਰਾ ਕੁੱਤੇ ਹੋ, ਜਾਂ ਖਾਰਿਜ਼ਦਾ ਕੁੱਤੇ ਹੋ, ਇਹ ਸਾਰੀਆਂ ਗੱਲਾਂ ਅਗਰਚੇ ਕਿਤੇ ਨਾਲ ਲੈ ਕੇ ਤੇ ਨਹੀਂ ਕਹੀਆਂ ਜਾ ਰਹੀਆਂ, ਲੇਕਿਨ ਕਿਆ ਇੰਝ ਹੀ ਗੁਫ਼ਤਗੂ ਸ਼ੁਰੂ ਕਰਨੀ ਚਾਹੀਦੀ ਹੈ? नहीं नहीं, इस तरह नहीं गुफ्तगू शुरू करनी चाहिए। ਜਜ਼ਾਕ ਬਸ ਇਤਨੀ ਠੀਕ ਹੋ। मुहतात लफाज मुहतात जुबान जड़ी हो इस्तेमाल करो ते सवाल क्यों करो। आउट ऑफ कंटेक्स्ट है ही नहीं कोई जरूरत। अगर तो कोई ऐसा बोल रहा है, कोई गल कर रहा है, फिर ठीक है, तुम बेशक करो। अगर ये गल नहीं हो रही और सिर्फ असी खत्म नबूवत की गल कर रहे हैं या खिलाफत के मुतलक गल कर रहे हैं, मसलन ये है कि खिलाफत के मुतलक एक नजरिया है कि खलीफा खुदा बनाता है, ये गल ठीक है? जी खुदा ही बनांदा है। खुदा ही बनाता ते ਜਦੋਂ खुदा खलीफा बना लवे तो उन्होंने मान लेना चाहिए है, या किसी आदमी ਨੂੰ अथॉरिटी है कि उस खलीफे ਨੂੰ गलत करार दे दे, ਉਹਦੀ बैत ना करे और ਉਹਦੀ बैत ਵਿੱਚ ਰੱਖਣਾ ਦਾ ਵੀ ਪੇਸ਼ करे या ਉਹਦੇ ਤੋਂ ਬਾਗੀ ਹੁੰਦਾ ਰਹੇ, ਇਹਦਾ ਹੱਕ जाते ਨਹੀਂ। मनना ही चाहिए, ਜੀ मनना ही चाहिए। ਮੰਨਣਾ ਚਾਹੀਦਾ। ਜਿਹੜੇ ਲੋਕ ਨਹੀਂ ਮੰਨਦੇ ਉਹ ਫਾਸਕ ਹੋ ਜਾਂਦੇ ਨੇ। देख लो फिर जड़ा भी फतवा हुंदा है ते होई नहीं। ਨਹੀਂ ਕੀ ਆਉਂਦਾ ਤੁਹਾਡੇ ਖਿਆਲ ਵਿੱਚ ਕੀ ਹੈ ਉਹਦੇ? मैनू नहीं फतवे का नहीं पता, मैनू फतवा अगर तुहानू पता है कि ਜੀ तुसीं दस दिओ फतवा जे कोई तुहानू पता है। नहीं फतवा कोई ऐसी मुफ्ती साहब को फतवा तो नहीं लै रहे जो कुछ उस आयत के हवाले नाल बाद लोग ये ख्याल कर रहे हैं। उस आयत दे विच हवाला ये है कि या बुदूननी वला युशरिकून बी शैआ, जो कुछ गुजर गया है वो अपनी तरह है, जो कुछ अल्लाह ताला दे वादे वादे दा सलूक है। ते हुण तुहाडे तो ये तवक्को है कि तुसीं मेरी इबादत करोगे और मेरे नाल किसी नूं शरीक नहीं ठहराओगे। जी या बुदूननी वला युशरिकून बी शैआ वमन कफरा, लेकिन जेड़ा या बुदूननी ना करे और शिरक ठहराए ते ਉਹ ਅਸਲ ਵਿੱਚ ਕੁਫਰਾਨੇ ਨਿਮਤ ਕਰਨ ਵਾਲਿਆਂ ਵਿੱਚੋਂ ਆਏਗਾ। ਵਮਨ ਕਫਰ ਬਾਦ ਜ਼ਾਲਿਕਾ, ਇਹ ਦੋ ਗੱਲਾਂ ਦੇ ਬਾਅਦ ਜਿਹੜਾ ਇਹਦੇ ਤੇ ਅਮਲ ਨਾ ਕਰੇ ਉਹ ਕੀ ਹੋਏਗਾ? ਉਹ ਇਹਦਾ ਕੁਫਰਾਨ ਕਰ ਰਿਹਾ ਹੋਏਗਾ। काफिर होएगा। ਵਮਨ ਕਫਰ ਬਾਦ ਜ਼ਾਲਿਕਾ, ਇਹਦੇ ਬਾਅਦ ਜਿਹੜਾ ਕੁਫਰਾਨੇ ਨਿਮਤ ਕਰੇ ਫੌਲਾਏ ਕੌਮ ਫਾਸਿਕੂਨ, ਐਸੇ ਲੋਕ ਨਾਫਰਮਾਨ ਨੇ ਜਿਹੜੇ ਮੇਰੀ ਇਬਾਦਤ ਨਹੀਂ ਕਰਦੇ ਤੇ ਸ਼ਿਰਕ ਦੇ ਪਿੱਛੇ ਜਾਂਦੇ ਨੇ। ਇਹੋ ਹੀ ਮਾਨੇ ਨਿਕਲੇ ਨਾ ਇਹਦੇ। ਕੀ ਖਿਆਲ ਹੈ? बिल्कुल इनकार कर देने खुदा ताला दे खलीफे दा इनकार कर देने ते कुफर कर देने। नहीं दो मौक़िफ़ ने, एक है खुदा दे खलीफे दा इनकार करना। खलीफा ਜਦੋਂ ਲੋਕ ਬਣਾਉਂਦੇ ਨੇ ਤੇ ਫਿਰ ਉਹਨੂੰ ਮੰਨ ਲੈਣਾ ਜ਼ਰੂਰੀ ਹੈ, ਔਰ ਜਿਹੜੇ ਨਹੀਂ ਮੰਨਦੇ ਉਹ ਇਨਕਾਰ ਕਰਦੇ ਨੇ, ਤੇ ਜਿਹੜੇ ਇਨਕਾਰ ਕਰਦੇ ਨੇ ਉਹ ਫਾਸਕ ਹੋ ਜਾਂਦੇ ਨੇ। ਇਹ ਯਕਸਾ इनकार जेड़ा कर देने, जेड़ा इनकार करदा काफिर नहीं हुंदा वो मुनकरीन। ਜਿਹੜਾ ਇਹਦੇ ਵਿੱਚ ਜਿਹੜੀ ਤਰਕੀਬ ਬਿਆਨ ਹੋਈ ਹੈ ਨਾ ਇਸ ਆਇਤ ਵਿੱਚ, ਉਹ ਕਾਫਰ ਦੀ ਨਹੀਂ ਹੋਈ, ਬਲਕਿ ਕਾਫਰ ਦਾ ਐਕਸ਼ਨ ਦਿਖਾਇਆ, ਕਾਫਰ ਨੂੰ ਬਤੌਰ ਫੇਲ ਦੇ ਦਿਖਾਇਆ ਗਿਆ ਕਿ ਉਹਨਾਂ ਦਾ इबादत न करना और शरीक ठहराना मुतरादफ है, कुफर कर देंगे, इनकार कर देंगे। हुसैनी साहब, इनके जजा साहब के स्पीकर की आवाज आ रही है। जजा साहब तुसी स्पीकर ਨੂੰ ਠੀਕ ਕਰੋ। ਹਾਂ ਕੁਝ ਕੀ ਗੱਲ ਹੈ ਤੁਹਾਡੇ स्पीकर ਦੀ? पता नहीं हुसैनी साहब कुछ देना तो आवाज जड़ी है, मेरा ख्याल है वापसी इस तरह ही देखना की ਨਾਲ ਇਹ ਕੋਈ ਮਸ਼ੀਨ ਨਾਲ ਸੁਣਨ ਵਾਲੀ ਲਾਈ ਹੋਏਗੀ ਤੇ नहीं नहीं कोई मशीन नहीं लाई बगैर मशीन। सर जी हमने आपको ये नहीं कहा कि आप म्यूट लगाया करें, बड़ी मेहरबानी। ਇੱਕ ਵਾਰੀ ਮੈਂ ਤੁਹਾਨੂੰ ਨੀਚੇ ਉਤਾਰ ਕੇ ਦੁਬਾਰਾ ਚਾਹਨਾ, ਹੋ ਸਕਦਾ ਠੀਕ ਹੋ ਜਾਏ। ਬਸ ਦਫੈਂਜ ਵੀ ਹੁੰਦਾ ਜੀ। ਤੋ ਇਹ ਗੱਲ ਅਸੀਂ ਮਤਲਬ ਇਹ ਜਿਹੜਾ ਵਾਟਰ ਸਾਹਿਬ ਤੁਸੀਂ ਸੁਣ ਰਹੇ ਹੋ ਨਾ, सुन रहा हूँ। ਹਾਂ, ਤੋ ਖਿਲਾਫਤ ਦਾ ਜਿਹੜਾ ਇਹ ਖਾਸ
ਪੀਰੀਅਡ ਦੇ ਖਲੀਫਿਆਂ ਨੂੰ ਮੰਨਣਾ ਜ਼ਰੂਰੀ ਹੈ ਜਾਂ ਸਾਰੇ ਹੀ ਖਲੀਫਿਆਂ ਨੂੰ ਮੰਨਣਾ ਜ਼ਰੂਰੀ ਹੈ? देखें सर, सबको ही मानना जरूरी है। सबका मानना, जो भी किसी खलीफे का इनकार करता है, मतलब एक दो को तो मानता है लेकिन फिर आगे नहीं मानता, तो वो फिर फासिकों में से हो जाएगा कि नहीं? ये बात दरअसल ये है कि मैं ना दूसरी शर्त का कायल नहीं हूँ, क्योंकि हमारे इल्म जो है ना वो मुकम्मल नहीं है, हम लोगों को गलती भी लग सकती है, तो हम दूसरे इल्ज़ाम पर ना ही जाएं और पहले अच्छे से अच्छे बनने की कोशिश किया करें। ठीक हो गया, ठीक हो गया, बहुत अच्छी गल्लां तुसीं समझा दिंदे हो। माशाल्लाह। हाँ जी, अब अस्सलाम ठीक वालेकुम रहमतुल्लाहि वबरकातुहू। हाँ, मैं कहना जी क्या बात है, ईद नौरोज मुबारकबाद, 23 मार्च की मुबारकबाद, या यौम सही पाकिस्तान मुबारकबाद। हाँ, खैर में सारे मुबारक मौके 23 मार्च ਨੂੰ ਆ ਗਏ ਨੇ ਤੇ ਕਿੰਨੀ ਅੱਛੀ ਗੱਲ ਹੋ ਗਈ ਹੈ, ਇਤਫਾਕ ਬਹੁਤ ਅੱਛਾ ਕਹਿ रहा है। बिल्कुल। जब साइड साहब की कहते हो? ਇਹ ਜਿਹੜਾ ਖਲੀਫਾ ਨੂੰ ਮੰਨਣਾ ਹੈਗਾ, ਤੁਸੀਂ ਹੁਣ ਦਰਿਆਫਤ ਫਰਮਾ ਰਹੇ ਸੀ जी जी, ਕਿ ਖਿਲਾਫਤ ਨੂੰ ਮੰਨਣਾ ਜ਼ਰੂਰੀ ਹੈ। मतलब दो चीज़ां बयान कीतियां जांदियां ने, एक ये है कि खलीफा दा मनना जरूरी नहीं, जेड़ा मान ले वो भी ठीक है, ना मन्ने वो भी ठीक है, ਜੀ ਹਾਂ, ਤੁਹਾਡੇ ਆਪਸ਼ਨ ਹੈ ਇਹਦੇ ਵਿੱਚ। ਹਾਂਜੀ ਤੇ ਖਲੀਫਾ ਜਿਹੜਾ ਹੈ ਉਹ ਮੁਸ਼ਾਵਰਤ ਦੇ ਨਾਲ ਹੁੰਦਾ ਹੈ, ਲੋਕ ਮਸ਼ਵਰਾ ਕਰਕੇ ਬਣਾ ਦਿੰਦੇ ਨੇ। ਹਾਂਜੀ ਉਹਨੂੰ ਇਹ ਮਨਸੂਬ ਕਰਨਾ ਕਿ ਅੱਲਾਹ ਤਾਲਾ ਨੇ ਆਪਣੇ ਵਹੀ ਇਲਾਮ ਦੇ ਨਾਲ ਬਣਾਇਆ। ਅਗਰ ਤੇ ਕੋਈ ਖਲੀਫਾ ਇਹ ਦਾਵਾ ਕਰੇ ਕਿ ਮੈਨੂੰ ਅੱਲਾਹ ਤਾਲਾ ਨੇ ਵਹੀ ਇਲਾਮ ਫਰਮਾਇਆ ਹੈ ਕਿ ਮੈਂ ਤੈਨੂੰ ਖਲੀਫਾ ਬਣਾ ਦਿੱਤਾ, ਤੇ ਉਹ ਤੇ ਵਾਕਈ ਹੱਕ ਰੱਖਦਾ ਹੈ ਇੱਕ ਐਲਾਨ ਦਾ ਕਿ ਉਹਨੂੰ ਅੱਲਾਹ ਨੇ ਖਲੀਫਾ ਬਣਾਇਆ। ਲੇਕਿਨ ਠੀਕ ਜਿਹੜਾ ਇਹ ਦਾਵਾ ਨਾ ਕਰੇ ਉਹ ਇਹੋ ਹੀ ਹੋਵੇ ਕਿ ਕੋਈ ਇੰਤਖਾਬੀ ਲੋਕ ਜਿਹੜੇ ਨੇ ਇਲੈਕਟੋਰਲ ਕਾਲਜ ਵਾਲੇ ਉਹਨੂੰ ਖਲੀਫਾ ਬਣਾਉਣ, ਹਾਂਜੀ ਤੇ ਉਹ ਲੋਕਾਂ ਦਾ ਹੀ ਬਣਾਇਆ ਹੋਏਗਾ ਨਾ। ਲੋਕਾਂ ਨੇ ਉਹਨੂੰ ਮੁੰਤਖਬ ਕੀਤਾ, ਬਣਾਇਆ ਉਹਨੂੰ, ਫਿਰ ਅੱਲਾ ਨੇ ਇਹ ਤਸਰਫ ਇਲਾਹੀ ਇਹਨੂੰ ਹੀ ਕਹਿੰਦੇ ਨੇ ਨਾ ਕਿ ਉਹ ਠੀਕ ਮੂਮਨਾਂ ਠੀਕ ਦੇ ਹੋ ਦਿਲਾਂ ਨੂੰ, ਹੁਣ ਮੇਰੀ ਗੱਲ ਤੇ ਠੀਕ ਹੋ ਤੁਸੀਂ ਕਰ ਲਈ ਠੀਕ ਮੇਰੇ, ਠੀਕ ਹੋ ਉਹ ਅੱਲਾਹ ਤਾਲਾ ਉਹ ਮੂਮਨਾਂ ਨੂੰ ਜਾਂ ਜਿਹੜੇ ਵੀ ਉਸ ਮਜਲਿਸ ਇੰਤਖਾਬ ਕਮੇਟੀ ਦੇ ਮੈਂਬਰ ਹੁੰਦੇ ਨੇ, ਜਾਂ ਉਹ ਉਹਨਾਂ ਦਾ ਦਿਲ ਅੱਲਾਹ ਅਕਸਰੀਅਤ ਦਾ ਤਾਲਾ ਉਸ ਉਹਨਾਂ ਦਾ ਪਾਸੇ ਦਿਲ ਫੇਰ ਜਿਹੜਾ ਦਿੰਦਾ। ਆਪਣੇ ਤਸਰਫ ਨਾਲ ਫੇਰ ਦਿੰਦਾ ਹੈ। ਹਾਂਜੀ ਤੇ ਇਹਨੂੰ ਅਸੀਂ ਕਹਿੰਦੇ ਹਾਂ ਕਿ ਅੱਲਾਹ ਤਾਲਾ ਨੇ ਬਣਾਇਆ। ਹਾਂ ਤੇ ਜੇ ਬਿਲਕੁਲ। ਉਹਨੂੰ ਹੁਣ ਨਾਮਜ਼ਦ ਕਰ ਦਿੱਤਾ ਜਾਏ ਤੇ ਅੱਲਾਹ ਤਾਲਾ ਉਹ ਵੀ ਤਸਰਫ ਕਰ ਦਿੰਦਾ, ਉਹ ਵੀ ਫਿਰ ਅੱਲਾਹ ਉਹ ਤਾਲਾ ਵੀ ਦੀ ਤਾਂ ਬਣਾਇਆ। ਸਿਰਫ ਹੁਣ ਮੈਂ ਇੱਕ ਦਿਨ ਆਪਣੇ ਤੁਹਾਡੇ ਕੋਲ ਅਕਸਰ ਆਉਂਦੇ ਨੇ, ਉਹ ਆਪਣੀ ਵੀ ਬਰਾੜ ਲਾਉਂਦੇ ਨੇ, ਬਸ਼ਰ ਰਜ਼ਾ ਕਾਦਰੀ ਸਾਹਿਬ, ਉਹ ਇਹ ਫਰਮਾ ਰਹੇ ਸੀ ਕਿ ਮੈਂ ਕੋਈ ਐਵੇਂ ਕਿਵੇਂ ਨਹੀਂ, ਐਵੇਂ ਕਿਵੇਂ ਤਾਂ ਮੈਂ ਲਫ਼ਜ਼, ਲੇਕਿਨ ਇਸੇ ਤਰ੍ਹਾਂ ਲਫ਼ਜ਼ ਹੀ ਉਹ ਕਹਿੰਦੇ ਮੈਂ ਸ਼ਾਜ਼ਲੀ ਫਿਰਕੇ ਦੀ ਖਿਲਾਫਤ ਹੈ ਮੇਰੇ को, अच्छा मैं उसका खलीफा हूँ। अच्छा जी, देखो ना, खलीफे हर एक दे अपने अपने खलीफे ने। नहीं फिर ਹੁਣ ਇਹ ਜਿਹੜਾ ਸ਼ਾਇਦ ਮਤਲਬ ਮੁਖਤਲਿਫ ਸਿਲਸਿਲਿਆਂ ਦੇ ਖਲੀਫੇ ਹੋਏ ਨਾ, जी हाँ, ਜਿਹੜੇ ਸਿਲਸਿਲੇ ਦੇ ਖਲੀਫੇ ਨੂੰ ਮੰਨਣਾ ਜ਼ਰੂਰੀ ਹੈ ਜਾਂ ਜਿਹੜੇ ਸਿਲਸਿਲੇ ਨੂੰ ਉਹ ਮੰਨਦੇ ਨੇ ਉਹ ਉਹਦਾ ਹੀ ਉਹ ਖਲੀਫਾ ਮੰਨ ਲੈਂਦੇ ਨੇ। ਉਹ ਉਸ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਚਾਹੀਦਾ ਕਿ ਉਸ ਨੂੰ ਖਲੀਫਾ ਮੰਨਦੇ ਰਹਿਣ। ਦੇਖੋ ਇਹ ਸਾਰਿਆਂ ਦੇ ਇਸੇ ਤਰ੍ਹਾਂ, ਹੁਣ ਜਿਹੜੇ ਪੀਰ ਸਾਹਿਬ ਆਫ ਗੋਲੜਾ ਸ਼ਰੀਫ ਨੇ, ਉਹਨਾਂ ਦੇ ਅੱਗੋਂ ਜਿਹੜੇ ਹੈਗੇ ਨੇ ਗੱਦੀ ਨਸ਼ੀਨ, ਉਹ ਜਿਹੜੇ ਪੀਰ ਮੇਰ ਅਲੀ ਸ਼ਾਹ ਸਾਹਿਬ ਨੂੰ ਮੰਨਣ ਵਾਲੇ ਨੇ, ਉਹ ਉਹਨਾਂ ਦੇ ਗੱਦੀ ਨਸ਼ੀਨ ਨੂੰ ਮੰਨ ਰਹੇ ਨੇ। ਨਹੀਂ ਉਹ ਲੇਕਿਨ ਖਲੀਫਾ ਤਾਂ ਨਹੀਂ ਮੰਨ ਰਹੇ ਉੱਥੇ ਖਿਲਾਫ। ਉਹ ਇਹੀ ਜਾਨਸ਼ੀਨੀ ਹੁੰਦੀ ਹੈ ਨਾ, ਜਿਹੜੀ ਉਹ ਗੱਦੀ ਨਸ਼ੀਨ ਜਿਹੜਾ ਉਹ ਜਾਨਸ਼ੀਨ ਹੁੰਦਾ ਜਾਂ ਕੁਝ ਹੋਰ ਹੁੰਦਾ। ਮਤਲਬ ਉਹਨਾਂ ਨੂੰ ਵੀ ਅੱਲਾ ਨਹੀਂ ਬਣਾਇਆ। ਅੱਲਾ ਦੇ ਸਾਰੇ ਕੰਮ ਨੇ ਨਾ, ਅੱਲਾ ਨੇ ਇਹ ਸਾਰੇ ਬਾਗ ਜਿਹੜੇ ਨੇ ਅੱਲਾ ਨੇ ਮੰਨ ਲਓ ਸਭ ਅੱਲਾ ਦੇ ਬਣਾਏ। ਉਹ ਵਾ ਠੀਕ ਹੈ, ਅੱਲਾ ਦੀ ਅੱਲਾ जाने, बंदा ऐसा नहीं लगता। मतलब सैनी भाई एक सवाल करूं? जी जी जरूर। जैसे खलीफा खुदा बनाता है और खुदा उसको सारा कुछ बताता है, या वो मुल्की कानून खलीफा के कानून के किसी से मुतसादिम होते हैं, तो किसको माना जाता है, खलीफा की बात को या मुल्की कानून को? अगर खलीफा मुल्की कानून के मातहत हो तो जो मानने वाले हैं वो भी मातहत होंगे मुल्की कानून के, तो मुल्की कानून जो है वो सुपीरियर होगा, उसको फॉलो करना पड़ेगा।
लेकिन क्योंकि कोर्ट अगर में किसी लिखा खत्म है से ये। लफ्ज हो, खिलाफत का अपना कानून हो, तो वो किसी के मातहत नहीं होगा, फिर उसका कहना मानना पड़ेगा। दो शक्लें। क्योंकि कोर्ट में जमात की तरफ से लिखा हुआ है कि खलीफा खुदा बनाता है, हम मानते हैं, और हम उसको सारे हुक्म जो हैं खुदा की तरफ से होते हैं। हम्म। तो अगर कोई मुल्की कानून से मुतसादिम हो तो खलीफा की बात मानी जाएगी। लेकिन मैंने ये बात कभी सुनी नहीं पहले ना। ये आपको इस्लाम के इब्तदाई दिनों से ये बात मिल जाती है कि हजूर सल्लल्लाहु अलैहि वसल्लम 10 साल तक मेरा ख्याल है कोई गवर्नमेंट नहीं थी, उसके बावजूद हकमुल अदल थे। तो ये दोनों चीज़ें पैरेलल तो चलती नहीं हैं जब थे। तक आपके पास गवर्नमेंट नहीं होती। नहीं वैसे यहाँ पे वो जो सोसाइटीज़ होती हैं ना, जर्मन में उसको फराइन भी कहते हैं, इस तरह यूनियंस होंदियां ने। देखो एक जगह ते एक मतलब एक ही मुल्क हुंदा, ਉਹਦੇ ਚ मुल्की कवानीन भी चल रहे ਹੁੰਦੇ ਨੇ। फिर ਉਹਨਾਂ ਦੀ ਅੱਗੋਂ ਜਿਹੜੇ ਮੁxtਲਿਫ ਪਾਰਟੀਆਂ ਨੇ, ਮਜ਼ਹਬੀ ਪਾਰਟੀਆਂ ਨੇ ਜਾਂ ਸਿਆਸੀ ਪਾਰਟੀਆਂ ਨੇ, ਉਹਨਾਂ ਦੇ ਆਪਣੇ ਵੀ ਰੂਲਸ ਐਂਡ ਰੈਗੂਲੇਸ਼ਨਸ ਹੁੰਦੀਆਂ ਨੇ। ਜਾਂ ਜਿਹੜੀਆਂ ਹਾਊਸਿੰਗ ਸੁਸਾਇਟੀਜ਼ ਨੇ, ਉਹਨਾਂ ਦਾ ਬੜਾ ਇੱਕ ਸੈਟਅਪ ਬਣਿਆ ਨਾ ਕਿ ਉਹ ਹਾਂਜੀ, ਉਹਦੇ ਚ ਉਹਨਾਂ ਦੇ ਜੇ ਤੁਸੀਂ ਉਸ ਸੁਸਾਇਟੀ ਦਾ ਮੈਂਬਰ ਰਹਿਣਾ ਹੈ, ਉਸ ਯੂਨੀਅਨ ਦਾ ਮੈਂਬਰ ਰਹਿਣਾ, ਤੇ ਤੁਹਾਨੂੰ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਨਾ ਪੈਂਦਾ ਹੈ। ਜਿਹੜੀ ਮਿਸਾਲ ਤੁਸੀਂ ਦੇ ਰਹੇ ਹੋ ਜੀ ਕਿ ਟ੍ਰੇਡ ਯੂਨੀਅਨ ਹੋਣ ਜਾਂ ਕੋਆਪਰੇਟਿਵ ਸੁਸਾਇਟੀਜ਼ ਹੋਣ, ਬਿਲਕੁਲ ਮੁਖਤਲਿਫ ਅੰਜਮਨਾਂ ਹੋਣ, ਉਹਨਾਂ ਦੇ ਮੁਤਲਕ ਸੈੱਟ ਅਸੂਲ ਹੈ ਨਾ ਕਿ ਉਹ ਮੁਲਕੀ ਕਾਨੂੰਨ ਦੇ ਮਾਤਹਤ ਹੁੰਦੀਆਂ। ਮੁਲਕੀ ਕਾਨੂੰਨ ਐਸੀ ਅੰਜਮਨ ਸਾਜ਼ੀ ਦੀ ਇਜਾਜ਼ਤ ਦਿੰਦਾ ਹੈ ਔਰ ਉਹਨਾਂ ਦੇ ਆਪਣੇ ਕਨਸਟੀਟਿਊਸ਼ਨ ਹੁੰਦੇ ਨੇ, ਲੇਕਿਨ ਉਹ ਕਨਸਟੀਟਿਊਸ਼ਨ ਔਰ ਉਹਨਾਂ ਦੇ ਰੂਲ ਰੈਗੂਲੇਸ਼ਨ ਮਰਕਜ਼ੀ ਕਨਸਟੀਟਿਊਸ਼ਨ ਦੇ ਤਾਬੇ ਹੁੰਦੇ ਨੇ, ਉਹਦੇ ਮੁਕਾਬਲੇ 'ਚ ਨਹੀਂ ਆ ਸਕਦੇ ਉਹ। ਬਿਲਕੁਲ ਸਹੀ। ਇਸ ਕਰਕੇ ਉਹਨਾਂ ਨੂੰ ਅਸੀਂ ਸਾਵਰਨ ਅਥਾਰਟੀ ਨਹੀਂ ਸਮਝਦੇ ਔਰ ਨਾ ਹੀ ਉਹਨਾਂ ਨੂੰ ਕੋਈ ਹਕੂਮਤ ਸਮਝਦੇ ਆ, ਔਰ ਨਾ ਹੀ ਉਹਨਾਂ ਦਾ ਮੰਨਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਉਹਨੂੰ ਛੱਡ ਵੀ ਦਿਓ ਤਾਂ ਛੱਡ ਸਕਦੇ ਹੋ। ਹਾਂ ਬਿਲਕੁਲ, ਉਹ ਤੇ ਮਤਲਬ ਲਾਇਕਰਾ ਫਿਰ ਦੀਨ ਹੈ ਨਾ। ਹਾਂਜੀ, ਲੇਕਿਨ ਜਦੋਂ ਖਿਲਾਫਤ ਦੀ ਗੱਲ ਆ ਜਾਂਦੀ ਹੈ ਔਰ ਜਿਸ ਵਕਤ ਮਜ਼ਹਬੀ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਕਿ ਖਿਲਾਫਤ ਜਿਹੜੀ ਹੈ ਉਹ ਅੱਲਾਹ ਤਾਲਾ ਨੇ ਕਾਇਮ ਕੀਤੀ ਹੈ, ਜਿਹੜਾ ਨਹੀਂ ਮੰਨੇਗਾ ਉਹ ਫਾਸਕ ਹੋ ਜਾਏਗਾ। ਇਹਦੀ ਮਿਸਾਲ ਅਸੀਂ ਯੂਨੀਅਨ ਔਰ ਐਸੋਸੀਏਸ਼ਨ ਨਾਲ ਤੇ ਨਹੀਂ ਦੇ ਸਕਦੇ, ਇਹ ਤਾਂ ਬੜਾ ਫਰਕ ਹੈ। ਔਰ ਇਹਦੇ ਵਿੱਚ ਇਹ ਵੀ ਗੱਲ ਆ ਜਾਂਦੀ ਹੈ ਕਿ ਜਿਹੜੇ ਖਲੀਫਾ ਹੁੰਦੇ ਨੇ ਉਹ ਬਾਅਦ ਦਫਾ ਜਾਂ ਅਕਸਰ ਦਫਾ ਉਹ ਮੁਲਕੀ ਹਕੂਮਤ ਵੀ ਉਹਨਾਂ ਦੇ ਕੋਲ ਹੁੰਦੀ ਹੈ। ਉਸ ਵਕਤ ਉਹਨਾਂ ਨੂੰ ਸੁਪਰ ਅਥਾਰਟੀ ਉਹਨਾਂ ਦੇ ਕੋਲ ਹੁੰਦੀ ਹੈ, ਉਹਨਾਂ ਦੇ ਕਾਨੂੰਨ, ਮੁਲਕੀ ਕਾਨੂੰਨ ਵੀ ਉਹਨਾਂ ਦੇ ਹੱਥ 'ਚ ਹੁੰਦਾ ਹੈ। ਤੋ ਜਿਹੜਾ ਇਹ ਸੁਬਾਰਡੀਨੇਟ ਆਫਿਸ ਹੈ ਉਹ ਹਕੂਮਤ ਦੇ ਤਾਬੇ ਹੁੰਦਾ ਹੈ। ਲੇਕਿਨ ਅਸੀਂ ਗੱਲ ਇਹ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਖਿਲਾਫਤ ਦਾ, ਜਿਸ ਤਰ੍ਹਾਂ ਟੋਨੀ ਭਾਈ ਨੇ ਖਿਲਾਫਤ ਦੇ ਯਾਨੀ ਲਗਾ ਕੇ, यानी खिलाफत मिनाजिल नबूवत, यानी कुदरत सानिया, यानी खिलाफत हक्का इस्लामिया, यानी सही खिलाफत जमात अहमदिया, इस तरह उन्होंने 5-6 यानी लगाए ने। ਤੇ ਉਹਦੇ 'ਚ ਇਹ ਜਦੋਂ ਅਸੀਂ ਖਿਲਾਫਤ ਦੀ ਗੱਲ ਕਰਨੇ ਆ ਤੇ ਉਹਦੇ ਤੋਂ ਮੁਰਾਦ ਸਾਰੇ ਖਲੀਫੇ ਹੁੰਦੇ ਨੇ ਜਾਂ ਕੁਝ ਖਲੀਫਿਆਂ ਤੱਕ ਮੰਨ ਕੇ ਤੇ ਅੱਗੇ ਛੱਡ ਦਿਓ ਤੇ ਕੋਈ ਹੱਦ ਨਹੀਂ, ਫਿਰ ਠੀਕ ਹੀ ਹੋ ਜਾਂਦੀ ਹੈ ਗੱਲ। ਇਹ ਗੱਲ ਕੁਛ ਨਹੀਂ। ਨਹੀਂ, ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਖਲੀਫਾ ਹੁੰਦਾ ਉਹ ਨਬੀ ਤੋਂ ਵੱਡਾ ਨਹੀਂ ਹੁੰਦਾ। ਠੀਕ ਹੋ ਗਿਆ, ਠੀਕ ਹੈ ਨਾ। ਹੁਣ ਆਇਆ ਵੇਖਣ ਵਾਲੀ ਇਹ ਗੱਲ ਹੈ ਕਿ ਇਹ ਜਿਹੜੀ ਸਾਡੀ ਇਹ ਦੁਨੀਆ ਹੈ, ਇਹਦੇ ਕੋਈ ਨਬੀ ਐਸੇ ਵੀ ਆਏ ਨੇ ਜਿਹੜੇ ਹਕੂਮਤਾਂ ਦੇ ਅੰਡਰ ਹੈਗੇ ਸੀ, ਉਹਨਾਂ ਦਾ ਮੁਲਕੀ ਕਵਾਨੀਨ ਤੇ ਕੋਈ ਉਹ ਅਸਰ ਅੰਦਾਜ਼ ਨਹੀਂ ਸੀ ਹੋ ਸਕਦਾ। जी बिल्कुल, बहुत ਸ਼ਰੀਅਤ सारे ਤੇ नबी ਬਿਆਨ हैं, ਕਰ ਰਹੇ बहुत ਸੀ सारे कि अंबिया ਇਹ हैं। भी जरूर। हजरत हाँ यूसुफ जी अलैहिस्सलाम जो हजरत यूसुफ अलैहिस्सलाम थे जो थे, भाईजान मुझे भी पता है, थोड़ी देर ठहर जाए। मतलब मुझे हजरत यूसुफ का पता है, और भी 1-2 हैं जिनका पता है मुझे। मैं ये अर्ज कर रहा हूँ कि वो भी हुकूमतों के अंडर थे, लेकिन वो शरीयत बयान किए जा रहे थे कि असल है, ए दीन है, ए दीन है, ए जुर्म है, ए गलत है, ए सही है। वो सही को सुकम से जुदा करते चले जा रहे थे।
अब इस बात में वो भी जवाब है जो कल आमर नज़ीर साहब ने यहाँ पूछा था कि नबी मता होता है या मती होता है। हम्म, वो तो चले गए हैं, लेकिन इस बात में ये भी बात आ जाती है, क्योंकि वो उन्होंने इतराज़ करना था हज़रत मिर्ज़ा साहब अलैहिस्सलाम पर, तो उसका भी जवाब मैंने इसी बात में दे दिया है। जज़ाकल्लाह जी। अस्सलाम वालेकुम इस्लाम। सैनी साहब ਤੁਹਾਡੇ ਪ੍ਰੋਗਰਾਮ ਤੇ ਮਿਲਦੇ ਰਹੇ ਨੇ, ਲੇਕਿਨ ਅੱਜ ਚੂੰਕਿ 23 ਮਾਰਚ ਹੈ ਔਰ Yeah. ਸਾਡਾ ਇੱਥੇ ਇੱਕ ਖੁਸ਼ੂਸੀ ਪ੍ਰੋਗਰਾਮ ਸੀ ਜਰਮਨ ਚ ਤੇ ਮੈਂ ਉਹਦੇ ਚ ਮਸਰੂਫ ਸੀ। ਅੱਛਾ। ਇਸ ਵਾਸਤੇ ਮੈਂ ਫਿਰ ਉਹ ਜਿਉਂ ਹੀ ਖਤਮ ਹੋਇਆ ਦੁਆ ਹੋਈ ਤੇ ਮੈਂ ਫਿਰ ਇੱਧਰ ਸ਼ਾਮਲ ਹੋ ਗਿਆ। 137 ਸਾਲ ਮੁਕੰਮਲ ਹੋਏ ਤੇ 138ਵਾਂ ਸਾਲ ਸ਼ੁਰੂ ਹੋ ਗਿਆ। 137 ਸਾਲ ਕਿਸ ਚੀਜ਼ ਨੂੰ ਮੁਕੰਮਲ ਹੋਇਆ? ਜਮਾਤ ਦੇ ਕਿਆਮ ਨੂੰ, ਬੈਤ ਦੇ ਕਿਆਮ ਨੂੰ, ਬੈਤ ਹੀ ਲਾ ਕੇ। ਬੈਤ ਨੂੰ ਤੇ ਹੋ ਸਕਦਾ ਹੈ, ਜਮਾਤ ਨੂੰ ਮੇਰੇ ਨਹੀਂ, ਜਮਾਤ ਨੂੰ ਨਹੀਂ, ਬੈਤ ਲਿਆ ਕੇ। ਔਰ ਉਹ ਕਾਫਲਾ ਜਿਹੜਾ ਉਹ ਜ਼ੇਰੇ ਇਮਾਮਤ, ਹੁਣ ਇੱਥੇ ਚੂँकि ਮੁਖਤਲਿਫ ਨਜ਼ਰੀਆਤ ਨੇ ਤੇ ਇਸ ਵਾਸਤੇ ਅਸੀਂ ਤਾਂ ਕੁਦਰਤ ਸਾਨੀਆ ਕਵਾਂਗੇ ਤੇ ਉਹ ਮਿਸ਼ਨ ਕੁਦਰਤ ਸਾਨੀਆ ਦੇ ਜ਼ਰੀਏ ਜ਼ੇਰੇ ਇਮਾਮਤ ਉਹ ਕਾਫਲਾ ਜਿਹੜਾ ਉਹ ਲੈ ਕੇ ਚੱਲ ਰਿਹਾ ਹੈ ਔਰ ਤਕਰੀਬਨ 207 ਮੁਲਕ ਦੇ ਵਿੱਚ ਜਮਾਤ ਦਾ ਨਫੂਜ਼ ਹੋ ਚੁੱਕਿਆ ਹੈ ਔਰ ਆਪਣੇ ਪੈਗਾਮ ਜਿਹੜਾ ਉਹ ਮਸੀਹ ਇਸਲਾਮ ਦਾ ਇੱਕ ਖਲੀਫਤ ਮਸੀਹ ਦੀ ਜ਼ੇਰੇ क़यादत जारी है सारी, इतने मैं कह सकना। 10 ਸ਼ਰਾਤੇ ਬੈਤ ਨੇ ਜਿਹੜੇ ਸਾਡੇ ਅਹਿਮਦੀ ਭਾਈ ਬੈਠੇ ਨੇ, ਉਹਨਾਂ ਨੂੰ ਬਾਰ-ਬਾਰ ਉਨ 10 ਸ਼ਰਾਤੇ ਬੈਤ ਤੇ ਗੌਰ ਕਰਨਾ ਚਾਹੀਦਾ ਹੈ ਔਰ ਕਦੀ ਵਕਫੇ ਬਾਅਦ, ਇੱਕ ਹਫ਼ਤੇ ਬਾਅਦ, 2 ਹਫ਼ਤੇ ਬਾਅਦ, ਮਹੀਨੇ ਬਾਅਦ ਉਹਨਾਂ ਸ਼ਰਾਤੇ ਬੈਤ ਤੋਂ ਪੜ੍ਹ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੈਂ ਕਿਸ ਹੱਦ ਤੱਕ ਉਹਦੇ 'ਤੇ ਅਮਲ ਕਰ ਰਿਹਾ। ਮੈਂ ਖੁਸ਼ੂਸੀ ਤੌਰ ਪੜ੍ਹੀਆਂ ਨੇ। ਮੈਂ ਤੇ ਬੈਤ ਤੇ ਹੀ ਗੌਰ ਪਿਆ ਕਰਨਾ ਨਜ਼ੀਰ ਸਾਹਿਬ, ਕਿ ਬੈਤ ਕਿਉਂ ਕਰਨੀ ਚਾਹੀਦੀ ਤੇ ਕਿਉਂ ਤੁਸੀਂ ਕੀਤੀ ਹੈ? ਜੀ ਮੈਂ ਮੌਲਾਨਾ ਸਾਹਿਬ ਤੁਹਾਡੇ ਮੁਕਾਬਲੇ 'ਚ ਕੋਈ ਜ਼ਿਆਦਾ ਇਲਮ ਨਹੀਂ ਰੱਖਦਾ, ਇੱਕ ਸਾਦਾ ਜਿਹਾ ਆਮ ਅਹਿਮਦੀ ਮੁਸਲਮਾਨ ਹਾਂ। ਇਸ ਵਾਸਤੇ ਬੈਤ ਦਾ ਮਤਲਬ ਹੁੰਦਾ ਵਿਕ ਜਾਣਾ, ਆਪਣੇ ਆਪ ਨੂੰ ਵੇਚ ਦੇਣਾ। ਜਿਹੜਾ ਅਸੀਂ ਆਮ ਜ਼ਮੀਨਦਾਰ ਤੋਂ ਕਹਿੰਦੇ ਜ਼ਮੀਨ ਬੈਅ ਕਰ ਦਿੱਤੀ, ਉਹ ਜ਼ਮੀਨ ਜੇ ਬੈਅ ਕਰ ਦਿੰਦੇ ਹਾਂ ਤਾਂ ਉਹਦੀ ਹੋ ਜਾਂਦੀ ਹੈ ਜਿਹਨੂੰ ਜ਼ਮੀਨ ਦਿੱਤੀ ਜਾਂਦੀ ਹੈ। ਮੈਨੂੰ ਪਤਾ ਲੋਕ ਵੀ ਮੈਨੇ ਦਾ ਮੈਂ ਇਸ ਵਾਸਤੇ ਆਦਰ ਸੱਲੱਲਾਹੁ ਅਲੈਹਿ ਵਸੱਲਮ ਦੇ ਇਰਸ਼ਾਦ ਦੇ ਮੁਤਾਬਕ ਉਹ ਆਉਣੇ ਵਾਲਾ ਮਸੀਹ, ਉਹ ਮਹਿਦੀ ਮਊਦ ਸਾਡੇ ਨਜ਼ਦੀਕ ਚੂँकि ਆ ਚੁੱਕਾ ਹੈ ਔਰ ਉਹਦੀ ਬੈਤ ਲਾਜ਼ਮ ਹੈ ਕਿਉਂਕਿ ਉਹ ਆਦਰ ਸੱਲਮ ਦਾ ਨਾਇਬ ਹੈ। ਉਸ ਤੋਂ ਬਾਅਦ ਉਹਨਾਂ ਦੇ ਖਲੀਫਤ ਮਸੀਹ ਯਾਨੀ ਮਸੀਹ ਮਊਦ ਦੇ ਖਲੀਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਆਖਿਆ ਸੀ ਬੈਤ ਕਰਿਓ ਕਿਸੇ ਬੰਦੇ ਦੀ। ਦੇਖੋ ਹਦੀਸ ਦੇ ਵਿੱਚ ਆਪਣਾ ਅਮਰ ਜੀ ਸਾਹਿਬ ਮੁਖਤਲਿਫ ਹਦੀਸਾਂ ਮਿਲ ਜਾਣਗੀਆਂ ਬਰਫ਼ ਦੇ ਤੋਦਿਆਂ 'ਚੋਂ ਵੀ। ਹੁਣ ਕਿਉਂਕਿ ਮੇਰੇ ਕੋਲ ਹਦੀਸਾਂ ਦਾ ਹਵਾਲਾ ਨਹੀਂ ਔਰ ਨਾ ਮੈਂ ਤੇ ਟੈਕਨੀਕਲ ਲਿਆਣੇ ਨੇ ਕਮਜ਼ੋਰ ਆ ਕਿ ਮੈਂ ਨੰਬਰ ਵੀ ਕਿਸੇ ਨੂੰ ਨਹੀਂ ਭੇਜ ਸਕਦਾ। ਇਹ ਵੀ ਮੈਂ ਬੜੀ ਮੁਸ਼ਕਿਲ ਨਾਲ ਟਿਕਟਾਕ ਬੱਚਿਆਂ ਦੀ ਮਦਦ ਨਾਲ ਬਣਾਈ ਤੇ ਇਸ ਵਾਸਤੇ ਆਦਰ ਸੱਲਮ ਦੀ ਬੈਤ ਦੀ ਮੈਂ ਕਿਹਾ 10 ਸ਼ਰਾਇਤ ਦੀ ਗੱਲ ਕਰਦੇ ਸੋ ਜੀ ਉਹ ਤੁਸੀਂ ਬੈਤ ਦੀ ਅਹਿਮੀਅਤ, ਜ਼ਰੂਰਤ, ਅਫਾਦੀਅਤ ਜਾਂ ਜੀ ਉਹ ਲਿਖਿਆ ਮੀਰਾ ਸਾਹਿਬ ਨੇ। ਇੱਕ ਮਿੰਟ ਗੱਲ ਤੁਸੀਂ ਜੀ ਸਿਰਫ ਇਹ ਦਲੀਲ ਦੇ ਦਿਓ ਨਾ ਕਿ ਬੈਤ ਦੀ ਕੀ ਦਲੀਲ ਹੈ, ਹੋਰ ਬਾਕੀ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਖੁਦ ਮੀਰਾ ਸਾਹਿਬ ਨੇ ਇਸ਼ਤਿਹਾਰ ਦਿੱਤਾ ਸੀ ਕਿ ਮੇਰੀ ਬੈਤ ਵਾਸਤੇ ਫਲਾਂ ਮਕਾਮ ਤੇ ਹਾਜ਼ਰ ਹੋਵੋ। ਜ਼ਮਾਨੇ ਦੇ ਮਾਮੂਰ ਦੇ ਲਿਹਾਜ਼ ਨਾਲ ਸਭ ਤੋਂ ਪਹਿਲੇ ਮਤਲਬ ਉਹਨਾਂ ਨੇ ਸਿਰਫ ਜ਼ਮਾਨੇ ਦੇ ਮਾਮੂਰ ਦੇ ਲਿਹਾਜ਼ ਨਾਲ ਕੋਈ ਉਹਨਾਂ ਦਾ ਕੋਈ ਦਾਵਾ ਨਹੀਂ ਸੀ ਕਿ ਮੈਂ ਮਿਰਜ਼ਾ ਸਾਹਿਬ ਨੇ ਇਹ ਕਿਉਂ ਆਖਿਆ ਕਿ ਮੇਰੀ ਬੈਤ ਕਰੋ? ਦੇਖੋ ਖੁਦਾ ਦੇਖੋ ਉਹਨਾਂ ਨੂੰ ਉਹਨਾਂ ਦੇ ਮਰੀਦ ਸਨ ਲੁਧਿਆਣਾ, ਮੈਨੂੰ ਪੀਰ ਸਾਹਿਬ ਦਾ ਨਾਂ ਨਹੀਂ ਯਾਦ ਆ ਰਿਹਾ। ਉਹਨਾਂ ਨੇ ਕਿਹਾ ਸੀ ਖੁਦਾ ਮਸੀਹਾ ਬਨੋ ਖੁਦਾ ਕੇ लिए, ਮੈਨੂੰ ਉਹਨਾਂ ਦਾ ਪੀਰ ਸਾਹਿਬ ਦਾ ਨਾਂ ਨਹੀਂ ਯਾਦ ਆ ਰਿਹਾ। ਜੀ ਪੀਰ ਅਹਿਮਦ ਜਾਨ ਜੀ ਜੀ ਉਹਨਾਂ ਦੇ ਜੀ ਉਹ ਫਿਰ ਉਹਨਾਂ ਦੇ ਵਫਾਤ ਦੀ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਤੱਕ खुदा ताला की तरफों कोई वाज़ेह हिदायत नहीं मिली, जब तक खुदा ताला तो तसरफ नहीं होएगा तसरफ के लिहाज नाल भी मैं मुश्किल हो जाएगा पेश मानी पेश करना। तो उस वक्त तक मैं नहीं, फिर खुदा ताला की तरफों
ਕਿਸੇ ਤਸਰਫ ਹੋਇਆ, ਫਿਰ ਆਪ अलैहिस्सलाम ने इश्तिहार दिता कि जिन्हों ने बैत करनी वो फलां मकाम ते पहुंच जाओ। अच्छा क्योंकि हदायत बहुत है तोहफा ਉਹਦਾ ਮਜ਼ਮੂਨ ਇਹ ਸੀ ਤੋਬਾ व ਤਹਾਰਤ ਵਾਸਤੇ। ਪਹਿਲਾਂ ਇਹ ਸੀ ਕਿ ਐਸੇ ਲੋਕ ਜਿਹੜੇ ਤੋਬਾ व ਤਹਾਰਤ ਦੇ ਤਹਿਤ ਬੈਤ ਵਿੱਚ ਗਏ ਸੀ, ਨਾ ਕਿ ਮਸੀਹ ਜ਼ਮਾਂ ਜਾਂ ਮੁਹੰਮਦ ਦੀ। ਇਹ ਨਹੀਂ ਸੀ, ਪਹਿਲੇ ਉਹਨਾਂ ਦਾ ਇਹ ਸੀ ਕਿ ਵਕਤ ਦੇ ਮੁਜੱਦਦ ਕਰ ਲਓ ਜਾਂ ਮਮੂਰ ਕਰ ਲਓ। ठीक है नज़ीर साहब, मैं ये प्याना ਜੀ ਇਹ ਮਿਰਜ਼ਾ ਸਾਹਿਬ ਦੇ ਹੁਕਮ ਤੇ ਬੈਤ ਕੀਤੀ ਜੇ ਨਾ ਕੁਰਾਨ ਵਿੱਚ ਜਾਂ ਨਬੀ ਪਾਕ ਦੇ ਫਰਮਾਨ 'ਚ ਤੇ ਇਹੋ ਜਿਹਾ ਕੋਈ ਹੁਕਮ ਨਹੀਂ ਨਾ ਤੁਹਾਡੇ ਕੋਲ ਹੈ। ਮਿਰਜ਼ਾ ਸਾਹਿਬ ਦੇ ਹੁਕਮ ਤੇ ਠੀਕ ਨਹੀਂ ਕੀਤੀ। ਦੇਖੋ ਨਾ ਆਦਰ ਸਲਮ ਦਾ ਉਹਦਾ ਵੀ ਹੁਕਮ ਆ ਗਿਆ ਨਾ। ਦੇਖੋ ਨਜ਼ੀਰ ਸਾਹਿਬ ਆਮਨੀ ਸਰ ਸੱਲੱਲਾਹੁ ਅਲੈਹਿ ਵਸੱਲਮ ਦਾ ਸਿਰਫ ਹੁਕਮ ਵਹਾ ਦਿਓ ਜਿੱਥੇ ਗੱਲ ਜੀ। ਦੇਖੋ ਮੈਂ ਉਹਨਾਂ ਹਦੀਸ ਮੈਂ ਲਾਣਾ ਮੇਰੇ ਸੇ ਮੁਸ਼ਕਿਲ ਹੋ ਜਾਏਗੀ ਕਿ ਬਰਫ਼ ਦੇ ਤੋਦਿਆਂ ਤੇ ਚੱਲ ਕੇ ਜਾਣਾ ਪਵੇ ਜਾਂ ਤੁਹਾਨੂੰ ਮੈਂ ਲਾ ਦੇਣਾ ਵਾ, ਮੈਂ ਲਾ ਦੇਣਾ ਵਾ ਜਾਂਦੇ ਲਾ ਦੇਵਾਂ। ਨਹੀਂ ਮੈਂ ਬਹਿਸ ਨਹੀਂ ਕਰ ਸਕਾਂਗਾ ਇਸ ਵਾਸਤੇ। ਮੈਂ ਮੇਰੀ ਪਲੀਜ਼ ਗੱਲ ਸੁਣ ਲਓ, ਮੇਰੀ ਪਲੀਜ਼ ਗੱਲ ਸੁਣ ਲਓ ਇਸ ਵਾਸਤੇ ਕਿ ਮੈਂ ਇੱਕ ਆਮ ਥੋੜ੍ਹਾ ਜਿਹਾ ਟਾਈਮ ਮਾਲੂਮਾਤ ਲੈਣ ਵਾਸਤੇ ਜਾਂ ਸਲਾਮ ਦਾ ਕਰਨੇ ਵਾਸਤੇ ਹਾਜ਼ਰ ਹੋ ਜਾਂਦਾ। ਮੈਂ ਕੋਈ ਜਮਾਤ ਅਹਿਮਦੀਆ ਦੀ ਬਕਾਇਦਾ ਨੁਮਾਇੰਦਗੀ ਕਰਨ ਵਾਸਤੇ ਨਹੀਂ ਆਉਂਦਾ। ਇਸ ਵਾਸਤੇ ਇੱਕ ਤਾਸਰ ਦਿੱਤਾ ਜਾਂਦਾ ਹੈ, ਇੱਕ ਤਾਸਰ ਦਿੱਤਾ ਜਾਂਦਾ ਹੈ ਕਿ ਫਲਾਂ ਮੁਰੱਬੀ ਹੈ, ਫਲਾਂ ਹੈ, ਫਲਾਂ ਦੇ ਤਾਸਰ। ਇਸ ਵਾਸਤੇ ਉਹ ਤਾਸਰ ਮੈਂ ਤੁਹਾਨੂੰ ਮੁਰੱਬੀ ਆਖਿਆ, ਮੈਨੂੰ ਗੱਲ ਤੋਂ ਪਤਾ ਪੈ ਲੱਗਦਾ ਹੈ ਵੀ ਜਿਸ ਤਰ੍ਹਾਂ ਦਾ ਮੈਂ ਆ ਇਸ ਤਰ੍ਹਾਂ ਦੇ ਤੁਸੀਂ ਹੋ, ਦਰਮਿਆਨੇ ਜਿਹੇ ਦਰਜੇ ਦੇ ਸੀ ਬੰਦੇ। ਬਿਲਕੁਲ ਮੈਂ ਦਰਮਿਆਨਾ ਜੀ। ਨਾ ਤੁਸੀਂ ਮੌਲਾਨਾ ਹੋ ਤੇ ਨਾ ਮੈਂ ਹੀ ਮੌਲਾਨਾ ਤੇ ਨਾ ਤੁਸੀਂ। ਨਹੀਂ ਤੁਸੀਂ ਤੁਹਾਨੂੰ ਸ਼ਾਇਦ ਬੰਦਾ ਕਿ ਮੇਰੇ ਨਾਲ ਜ਼ਿਆਦਾ ਇਲਮ ਕੋਈ ਪੜ੍ਹਿਆ ਹੋਵੇ। ਮੈਨੂੰ ਵੀ ਕੋਈ ਨਹੀਂ ਜ਼ਿਆਦਾ, ਬਹੁਤ ਜ਼ਿਆਦਾ ਇਲਮ ਆ। ਮੈਂ ਵੀ ਬਸ ਦੋ ਚਾਰ ਗੱਲਾਂ ਮੈਂ ਚਾਹੁੰਦਾ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਕੋਈ ਅਗਰ ਹਦੀਸ ਹੋਵੇ, ਆਪ ਦਾ ਕੋਈ ਹੁਕਮ ਹੋਵੇ ਜਾਂ ਕੁਰਾਨ ਦੇ ਵਿੱਚ ਲਿਖਿਆ ਹੋਵੇ ਤੇ ਬੈਤ ਕਰਨੀ ਚਾਹੀਦੀ ਹੈ ਤੇ ਫਿਰ ਤਾਂ ਕਰਨੀ ਚਾਹੀਦੀ ਹੈ। ਦੇਖੋ ਨਾਮਨ ਜੀ ਸਾਹਿਬ ਤੁਸੀਂ ਅਮੂਮਨ ਆਪ ਫਲਾਂ ਪੀਰ ਦਾ ਬੈਤ ਹੋ ਗਿਆ। ਮਤਲਬ ਬੈਤ ਜਿਹੜਾ ਉਹ ਕੋਈ ਮਤਲਬ ਕਿ ਇੱਕ ਆਮ ਚਲੋ 15 ਸਕਿੰਟ ਦੇ ਛੋੜੋ ਮੈਨੂੰ ਜੀ। ਤੁਸੀਂ 2 ਮਿੰਟ, ਤੁਸੀਂ 5 ਮਿੰਟ ਲੈ ਲਓ। ਮੈਂ ਮਾਦਰ ਜੀ ਮੈਂ ਮਾਦਰ ਬਹੁਤ ਜ਼ਿਆਦਾ ਹੁੰਦੇ ਨੇ, ਮੈਨੂੰ 15 ਸਕਿੰਟ ਤੋਂ ਦੇ ਛੋੜੋ ਵਿੱਚ। ਜੀ ਮੈਂ ਕਹਿਣ ਲੱਗਾ ਕਿ ਤੁਸੀਂ ਆ ਕੇ ਜਿਹੜੀ ਗੱਲ ਤੇ ਕਰਦੇ ਹੋ ਨਾ, ਮੈਂ ਤੁਹਾਨੂੰ ਤਾਂ ਇਹ ਸਵਾਲ ਕੀਤਾ ਹੈ ਕਿ ਜਿਹੜਾ ਬੰਦਾ ਗੱਲ ਪਿਆ ਕਰਦਾ ਹੁੰਦਾ ਹੈ ਉਹਦੇ ਕੋਲ ਉਸ ਗੱਲ ਦੀ ਪੂਰੀ ਬੁਨਿਆਦ ਹੁੰਦੀ ਤਾਂ ਉਹ ਗੱਲ ਪਿਆ ਕਰਦਾ। ਜੇ ਤੁਸੀਂ ਗੱਲ ਨਾ ਕਰਦੇ ਮੈਂ ਤੁਹਾਡੇ ਅੱਗੇ ਸਵਾਲ ਨਹੀਂ ਸੀ ਰੱਖਣਾ। ਜਦੋਂ ਤੁਸੀਂ ਉਹ ਬੈਤਾਂ ਦੀ ਸ਼ਰਾਇਤ ਦੀ ਤੇ ਉਹ 137 ਸਾਲ ਦੀ ਗੱਲ ਕੀਤੀ, ਮੈਂ ਤਾਂ ਤੁਹਾਡੇ ਅੱਗੇ ਸਵਾਲ ਰੱਖਿਆ ਵੀ ਇਹਦੀ ਕੋਈ ਬੁਨਿਆਦ ਹੈ ਤੁਹਾਡੇ ਕੋਲ, ਇਹਦੀ ਕੋਈ ਦਲੀਲ ਹੈ। ਬਸ ਇੰਨਾ ਮੈਂ ਕੋਈ ਹੈ ਤਾਂ ਠੀਕ, ਨਹੀਂ ਹੈ ਤਾਂ दलील है। लेकिन इस वक्त मैं पेश करने की कसर हाँ, क्योंकि मेरे को इस वक्त बहुत मौजूद नहीं। ਦੇਖੋ ਇਹਦੀ ਦਲੀਲ ਹੈਗੀ ਹੈ ਜਦੋਂ ਵਕਤ ਦੇ ਇਮਾਮ ਦਾ ਹੁਕਮ ਆ ਗਿਆ ਜਿਨ੍ਹਾਂ ਨੂੰ ਅਸੀਂ ਇਮਾਮ ਮੰਨ ਲਿਆ ਔਰ ਖੁਦਾ ਦਾ ਮਮੂਰ ਮਿਨ ਅੱਲਾ ਮੰਨ ਲਿਆ, ਉਹਨਾਂ ਨੂੰ ਅਗਰ ਹੁਕਮ ਆ ਗਿਆ ਤੇ ਇਸ ਤੋਂ ਵੱਡੀ ਕਿਹੜੀ ਦਲੀਲ ਹੈ? ਸਿੱਧੀ ਸਿੱਧੀ ਦਲੀਲ ਹੈ। ਨਹੀਂ ਜੇ ਤੇ ਫਾਰਕ ਸਾਹਿਬ ਜਿਹੜਾ ਜਿਹਨੂੰ ਮੈਂ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਮੰਨ ਲਿਆ ਹੈ ਜਾਂ ਹਾਫਿਜ਼ ਆਸਮ ਮਨੀਰ ਨੂੰ ਚੀਫ ਆਫ ਆਰਮੀ ਸਟਾਫ ਮੰਨ ਰਿਹਾ ਹੈ ਜਾਂ ਚੀਫ ਜਸਟਿਸ ਮੰਨ ਲਿਆ ਹੈ ਤੇ ਉਹਨੂੰ ਮੈਂ ਉਹ ਜੋ ਆਖੇ ਤਾਂ ਉਹ ਕਰਨੀ ਜਾਣਾ ਤੇ ਉਹ ਠੀਕ ਹੈ। ਮੇਰੀ ਤੇ ਉਹਦੀ ਇੱਕ ਆਪਸ ਵਿੱਚ ਐਗਰੀਮੈਂਟ ਹੈ ਮੇਰਾ ਉਹਦੇ ਤੱਕ। ਲੇਕਿਨ ਮੈਂ ਸਵਾਲ ਇਹ ਕੀਤਾ ਕਿ ਇਹਦੀ ਕੋਈ ਇਸਲਾਮ ਦੇ ਨਾਲ ਕੋਈ ਲਿੰਕ ਹੈ? ਇਹਦਾ ਕੋਈ ਇਸ ਗੱਲ ਇਸਲਾਮ ਨਾਲ ਲਿੰਕ ਹੈ? ਤੁਸੀਂ ਉਹਨਾਂ ਨੂੰ ਕੀ ਮੰਨ ਲਿਆ ਤੇ ਤੁਸੀਂ ਉਹਨਾਂ ਦੀ ਕੀ ਮੰਨਦੇ ਹੋ? ਅਮਰਜੀਤ ਸਾਹਿਬ ਤੁਸੀਂ ਅਹਿਮਦੀਅਤ ਦਾ ਕੁਝ ਮੁਤਾਲਬ ਕੀਤਾ ਹੈ। ਇਹਦੋਂ ਦੇਖੋ ਸਭ ਤੋਂ ਪਹਿਲੇ ਤੇ ਚूंकि ਪਹਿਲੇ ਕਿਹਾ ਨਾ ਉਹਨਾਂ ਨੇ ਮੁਹੰਮਦ ਦੀ ਹੋਣੇ ਦਾ ਦਾਵਾ ਤੇ 1891 ਚ ਨਬੀ ਹੋਣ ਦਾ ਆਸ ਬਾਅਦ ਹੋ ਗਿਆ। ਉਸ ਵਕਤ ਸਿਰਫ ਮਾਮੂਰੀਅਤ ਦੇ ਲਿਹਾਜ਼ ਨਾਲ ਬੈਤ ਲਈ ਸੀ ਔਰ ਬਾਅਦ ਵਿੱਚ ਦੇਖੋ ਖੁਦਾ ਇਮਾਮ ਕਰ ਕਰਦਾ ਹੈ, ਜਿਸ ਨੂੰ ਖੁਦਾ ਇਮਾਮ ਕਰ ਕਰਦਾ ਦਾਵਾ ਕਰਦਾ ਕਿ ਮੈਨੂੰ ਖੁਦਾ ਨੇ ਇਮਾਮ ਕਰ ਕੀਤਾ ਹੈ ਤੇ ਉਹ ਕਿਆ ਉਹਦੀ ਬੈਤ ਆਮ ਐਰਨ ਨਥੂ ਹੈ? ਮੈਂ ਕਿਹਾ ਨਬੀ ਹੋਣ ਦਾ ਦਾਵਾ ਕਦੋਂ ਕੀਤਾ ਮਿਰਜ਼ਾ ਸਾਹਿਬ ਨੇ? ਇਹ ਗਲਬਨ 1891 ਬਾਅਦ ਦੀ ਗੱਲ ਹੈ। ਮੈਨੂੰ ਸਾਲ ਨਹੀਂ ਯਾਦ। 91 ਤੋਂ ਬਾਅਦ 10 ਸਾਲ ਬਾਅਦ ਉਹਨਾਂ ਇੱਕ ਰਸਾਲਾ ਲਿਖਿਆ, ਇੱਕ ਗਲਤੀ ਦਾ ਜ਼ਾਲਾ ਜੀ ਲਿਖਿਆ, ਬਿਲਕੁਲ ਲਿਖਿਆ। ਉਹਦੇ ਚ ਉਹਨਾਂ ਆਖਿਆ ਜਾਇਲ ਮਖਾਲਫ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕਿ ਮੈਂ ਨਬੂਵਤ ਤੇ ਰਸਾਲਤ ਦਾ ਦਾਵਾ ਕੀਤਾ, ਮੇਰਾ ਤਾਂ ਐਸਾ ਕੋਈ ਦਾਵਾ ਨਹੀਂ। ਤੁਸੀਂ ਪੜ੍ਹਿਆ ਹੈ? ਜ਼ੁਬਾਨੀ ਯਾਦ ਮੈਨੂੰ ਛੜਾ ਪੜਿਆ ਨਹੀਂ ਹੈ। ਤੁਸੀਂ ਉਹਦੀ ਆਖਰੀ ਚੰਦ 17 ਪੜ੍ਹ ਸਕਦੇ ਹੋ? ਹਾਂਜੀ ਫੌਰਨ ਪੜ੍ਹ ਸਕਦਾ। ਪੜ੍ਹਾਂ ਕਿ ਪੜ੍ਹਾਵਾਂ ਸੈਣੀ ਸਾਹਿਬ ਕੋਲੋਂ? ਨਹੀਂ ਪੜ੍ਹਾਓ। ਮੈਂ ਸੈਣੀ ਸਾਹਿਬ ਜੀ
دوبارہ پڑھنا پڑے گا. پتہ جی آج پہ تو یہ بحث ہو چکی ہے. آپ نے کی کیا سی؟ میں دوبارہ وہ والا کھول لگا, کوئی مسئلہ نہیں. روحانی خزائن جلد 20 سے غالباً جلد 18 18 کیدی گل کر رہے ہو؟ وہ آخری پیرا 5-12 مطلب مسیح سلام نے کہا کہ میں نبی دا 5-12 پڑھ کے سنانی ہے. 5-12 سنا دیں. ہاں نہ جی 5-12 نہیں پڑھنا پڑا 12. یہ امن نذیر صاحب بڑی شان ہے. اس طرح طارق صاحب میں دیکھو کتاباں اگر پڑھیاں جان یہ غلطی کا ازالہ اس سے ساری چھان بین کی جائے تو یہ بہت ضروری ہے. اس سے بہت سی چیزیں جو ہیں جلد نمبر 18 جی جی بالکل. جلد نمبر ہے جی 12 یہ صفحہ نمبر ہے 5. میں پڑھنا کہنے نے صادق تمہارے ہاتھ سے کبھی ہلاک نہیں ہوگا اور راست بات تمہارے منصوبوں سے تباہ نہیں کیا جائے گا. تم بدقسمتی سے بات کو دور تک مت پہنچاؤ. باقی بندے میوٹ کرو نا, آواز سینی صاحب کی آمدی نہیں پی. ہوں ٹھیک ہے آواز؟ نذیر صاحب تسی میوٹ کر لو 1 منٹ 2 منٹ. میوٹ رکھو تاکہ آواز صحیح آوے. آگے بہ گئے تسی انی صاف آواز. ٹھیک ہو گیا. وہ کہنے نے صادق تمہارے ہاتھ سے کبھی ہلاک نہیں ہوگا اور راست بات تمہارے منصوبوں سے تباہ نہیں کیا جائے گا. تم بدقسمتی سے بات کو دور تک مت پہنچاؤ کہ جس قدر تم سختی کرو گے وہ تمہاری طرف ہی عود کرے گی اور جس قدر اس کی رسوائی چاہو گے وہ الٹ کر تم پر ہی پڑے گی. اے بدقسمتوں, کیا تمہیں خدا پر بھی ایمان ہے یا نہیں؟ خدا تمہاری مرادوں کو اپنی مرادوں پر کیوں کر مقدم رکھ لے اور اس سلسلہ کو جس کا قدیم سے اس نے ارادہ کیا ہے کیوں کر تمہارے لیے تباہ کر ڈالے. تم میں سے کون ہے جو ایک دیوانہ کے کہنے سے اپنے گھر کو مسمار کر دے اور اپنے باغ کو کاٹ ڈالے اور اپنے بچوں کا گلا گھونٹ دے؟ سو اے نادانوں اور خدا کی حکمتوں سے معروموں, یہ کیوں کر ہو کہ تمہاری آمکانہ دعائیں منظور ہو کر خدا اپنے باغ اور اپنے گھر اور اپنے پروردہ کو نیست و نابود کر ڈالے. ہوش کرو اور کان رکھ کر سنو کہ آسمان کیا کہہ رہا ہے اور زمین کے وقتوں اور موسموں کو پہچانو تا تمہارا بھلا ہو اور تا تم خشک درخت کی طرح کاٹے نہ جاؤ اور تمہاری زندگی کے دن بہت ہوں. بیہودہ اعتراضوں کو چھوڑ دو اور ناحق کی نکتہ چینیوں سے پرہیز کرو اور فاسقانہ خیالات سے اپنے تئیں بچاؤ. جھوٹے الزام مجھ پر مت لگاؤ کہ حقیقی طور پر نبوت کا دعویٰ کیا ہے. کیا تم نے نہیں پڑھا کہ محدث بھی ایک مرسل ہوتا ہے؟ کیا قرات ولا محدث ان کی یاد نہیں رہی؟ پھر یہ کیسی بیہودہ نکتہ چینی ہے کہ مرسل ہونے کا دعویٰ کیا ہے. نادانوں, بلا بتلاؤ کہ جو بھیجا گیا ہے اس کو عربی میں مرسل یا رسول ہی کہیں گے یا کچھ اور کہیں گے. مگر یاد رکھو کہ خدا کے الہام میں اس جگہ حقیقی معنی مراد نہیں جو صاحب شریعت سے تعلق رکھتے ہیں, بلکہ جو معمول کیا جاتا ہے وہ مرسل ہی ہوتا ہے. یہ سچ ہے کہ وہ الہام جو خدا نے اپنے اس بندہ پر نازل فرمایا اس میں اس بندہ کی نسبت نبی اور رسول اور مرسل کے لفظ بکثرت موجود ہیں. سو یہ حقیقی معنوں پر معمول نہیں ہے. وَلِكُلٍّ يُصْطَلِحَ, سو خدا کی اصطلاح ہے جو اس نے ایسے لفظ استعمال کیے. ہم اس بات کے قائل اور معترف ہیں کہ نبوت کے حقیقی معنوں کی روح سے بعد حضرت صلی اللہ علیہ وسلم نہ کوئی نیا نبی آ سکتا ہے اور نہ پرانا. قرآن ایسے نبیوں کے ظہور سے مانے ہے اگر خدا
ऐसे ही नबी करके पुकारना जो हदीसों में मसीह मौत के लिए आया, वो भी अपने हकीकी मानों पर इतलाक नहीं पाता। ये वो इल्म है जो खुदा ने मुझे दिया है, जिसने समझना हो समझ ले। मेरे पर ये खोला गया है कि हकीकी नबूत के दरवाजे खातमुन नबीयीन सल्लल्लाहु अलैहि वसल्लम के बाद बकुली बंद हैं। अब ना कोई जदीद नबी हकीकी मानों की रूह से आ सकता है, ना कोई कदीम नबी, मगर हमारे ज़ालिम मुखालिफ खत्म नबूत के दरवाज़ों को पूरे तौर पर बंद नहीं समझते, बल्कि उनके नज़दीक मसीह इसराइली नबी के वापस आने के लिए भी एक खिड़की खुली है। पर जब कुरान के बाद एक हकीकी नबी आ गया और वही नबूत का सिलसिला शुरू हुआ, तो कहो कि ख़त्म नबूत क्यों करो, कैसा हुआ? क्या नबी की वही नबूत कहलाएगी या कुछ और? क्या ये अकीदा है कि तुम्हारा फर्दी मसीह वही से बिल्कुल ही बेनसीब होकर आएगा? तौबा करो और खुदा से डरो और हद से मत बढ़ो। अगर दिल सख्त नहीं हो गए तो इस कदर क्यों दलेरी है? खामखा ऐसे शख्स को काफिर बनाया जाता है जो आमद सल्लल्लाहु अलैहि वसल्लम को हकीकी मानों की रूह से खातमुल अंबिया समझता है और कुरान को खातमुल कुतुब तस्लीम करता है, तमाम नबियों पर ईमान लाता और अहले किबला है और शरीयत के हलाल को हलाल और हराम को हराम समझता है। जी, मेरी गुजारिश है कि सफ़ा नंबर 216 आप इस तमाम तरीके से इतने पढ़ो शुरू अपना सैनी साहब बोला, ये आप इस तमाम तरीके से मेरा मतलब ये है, क्या मतलब है? शुरू करो पढ़ो ना। अच्छा जी, ठीक है जी, वो भी पढ़ते हैं। इस तहरीक से मेरा मतलब ये है, ये फिर दोबारा जी हुसैनी साहब, मैं जो अभी मौजू इससे पहले डिस्कस हुआ है बैत का, उसके बारे में कुछ पूछना चाह रहा था कि क्या बैत करना गलत बात है? पढ़ लेने दो हाँ जी, अब इस तमाम तारीख से मतलब मेरा ये है कि जहल मुखालिफ मेरी निस्बत इल्ज़ाम लगाते हैं कि ये शख्स नबी या रसूल होने का दावा करता है। मुझे ऐसा कोई दावा नहीं। मैं इस तौर पर जो वो ख्याल करते हैं ना नबी हूँ ना रसूल हूँ। हाँ, मैं इस तौर से नबी और रसूल हूँ जिस तौर से भी किया है। बस जो शख्स मेरे पर शरारत से ये इल्ज़ाम म्यूट लगाता करो, है, बड़ा शोर है, विच समझ नहीं आ रही ना, म्यूट करा लो। साहब की आवाज आ रही है, जैसे सब म्यूट लगाया करें सर। अच्छा जी, दोबारा पढ़ देना। नहीं सर, तुसी नहीं म्यूट लाओ एक मिनट। जी, वो कहना है ना, अब इस तमाम तारीफ से मतलब मेरा ये है कि जाहिल मुखालिफ मेरी निस्बत इल्ज़ाम लगाते हैं कि ये शख्स नबी या रसूल होने का दावा करता है। मुझे ऐसा कोई दावा नहीं। मैं इस तौर से जो वो ख्याल करते हैं ना नबी हूँ ना रसूल हूँ। हाँ, मैं इस तौर से नबी और रसूल हूँ जिस तौर से अभी मैंने बयान किया है। पर जो शख्स मेरे पर शरारत से ये इल्ज़ाम लगाता है, जो दावा नबूत और रसालत का करते हैं, वो झूठा और नापाक ख्याल है। मुझे बरूजी सूरत ने नबी और रसूल बनाया है और इसी बिना पर खुदा ने बार बार मेरा नाम नबी अल्लाह और रसूलुल्लाह रखा, मगर बरूजी सूरत में मेरा नफ्स दरमियान नहीं है, बल्कि मोहम्मद मुस्तफ़ा सल्लल्लाहु अलैहि वसल्लम है। इसी लिहाज से मेरा नाम मोहम्मद और अहमद हुआ। बस नबूत और रसालत किसी दूसरे के पास नहीं गई, मोहम्मद की चीज़ मोहम्मद के पास रही अलैहिस्सलातु वस्सलाम। जी। ਇਹ ਨਜ਼ੀਰ ਸਾਹਿਬ, ਇਹ ਮਿਰਜ਼ਾ ਸਾਹਿਬ ਦਾ ਦਾਵਾ ਹੈ ਨਬੂਵਤ ਦਾ ਇੱਥੇ? ਉਹਨਾਂ ਨੇ ਕਿਹਾ ਤਾਂ ਨਾ ਬਰੂਜ਼ੀ ਤੌਰ ਤੇ ਫਿਰ ਉਹਦੀ ਬਹਿਸ ਕਾਦੀ? ਜਿਹੜਾ ਬਰੂਜ਼ੀ ਤੌਰ ਤੇ ਦਾਵਾ ਹੁੰਦਾ ਉਹਨੂੰ ਦਾਵਾ ਆਖੀਦਾ ਹੈ? ਇਹ ਤਾਂ ਮਤਲਬ ਦੇਖੋ ਨਾ, ਮੈਂ ਹੁਣ ਬਹਿਸ ਮੈਂ ਪਹਿਲੇ ਤੁਹਾਨੂੰ ਕਿਹਾ ਕਿ ਬਾਤ ਪੜ੍ਹ ਕੇ ਸੁਣਾ ਦਿੱਤੀ ਹੈ, ਮੈਂ ਬਹਿਸ ਮਾਦਰਤ ਨਾਲ ਨਹੀਂ ਕਰ ਸਕਦਾ। ਤੁਸੀਂ ਖੁਦ ਜਿਹੜਾ ਨਾ ਉਹ ਦੇਖ ਲਓ, ਜੋ ਉਹਨਾਂ ਲਿਖਿਆ ਉਹ ਮੈਨੂੰ ਪੜ੍ਹ ਕੇ ਸੁਣਾ ਦਿੱਤਾ ਗਿਆ। ਇਸ मेरी जरूरत नहीं कि मैं कोई तबसरा करा। मादरत हूँ अपना प्लीज अमन नज़ीर साहब, तुम मेरे बड़े भाई हो, मैं मादरत करना कि मैं बहस नहीं कर सकता। मादरत ਕੋਈ ਨਹੀਂ ਜ਼ਬਰਦਸਤੀ ਕੋਈ ਨਹੀਂ। ਮੈਂ ਤੇ ਆਖਿਆ ਵੀ ਤੁਸੀਂ ਆਖਿਆ ਕਿ ਉਹਨਾਂ 1891 ਚ ਨਬੂਵਤ ਦਾ ਦਾਵਾ ਕੀਤਾ ਹੈ। ਜ਼ਰੂਰ ਕਰ ਲੈ, ਜਜ਼ਾਕੱਲਾ।
ਤੇ ਮੈਂ ਬਾਤ ਉਹਨੂੰ ਸੁਣਾਣੀ ਸੀ, ਉਹ ਬਰਲ ਮੈਂ ਆਪਣੇ ਤੌਰ ਤੇ ਸੁਣਾਤੀ। ਜਜ਼ਾਕੱਲਾ। ਇਹ ਭਾਰਤ ਅਸੀਂ ਅੱਗੇ ਹਜ਼ਾਰ ਦਫਾ ਪੜ੍ਹੀ ਹੈ ਨਾ, ਲੇਕਿਨ ਇਹਦੇ ਵਿੱਚੋਂ ਸਾਨੂੰ ਤਾਂ ਸਮਝ ਨਹੀਂ ਆਈ ਵੀ ਉਹਨਾਂ ਦਾ ਕੋਈ ਦਾਵਾ ਹੈ ਜਾਂ ਨਹੀਂ। ਪਿੱਛੇ ਹੋ ਕੇ ਕਹਿੰਦੇ ਨੇ, ਮੌਤ ਤੇ ਕਹਿੰਦੇ ਨੇ ਵੀ ਜਾਇਲ ਮਖਾਲਮ ਮੇਰੇ ਤੇ ਇਲਜ਼ਾਮ ਲਾਉਂਦੇ ਨੇ, ਤਾਂ ਕੋਈ ਦਾਵਾ नहीं है। देखो ना, मगर बरूदी सूरत ने अभी देखो ना, मुझे बरूदी सूरत ने नबी और रसूल बनाया है, ये क्यों नहीं समझते? नजीर साहब ਜਿਹੜੀ ਬਰੂਜ਼ੀ ਸੂਰਤ ਹੁੰਦੀ, ਬਰੂਜ਼ ਜਿਹੜਾ ਹੁੰਦਾ ਨਾ, ਉਹ ਤੇ ਇੱਕ ਸਾਇਆ, ਸਾਏ ਨੂੰ ਕਹਿੰਦੇ ਨੇ। ਤੇ ਸਾਇਆ ਜਿਹੜਾ ਹੁੰਦਾ ਹੈ ਉਹਦੀ ਕੋਈ ਹਕੀਕਤ ਨਹੀਂ ਹੁੰਦੀ। ਅਮਨ ਨਜ਼ੀਰ ਸਾਹਿਬ, ਇੰਨੇ ਤੁਸੀਂ ਆਲਮ ਹੋ, ਪੜ੍ਹੇ ਲਿਖੇ ਹੋ, ਸਾਏ ਦੀ ਹਕੀਕਤ ਕਿਉਂ ਨਹੀਂ ਹੁੰਦੀ? ਜੇ ਅਸਲ ਹੁੰਦਾ ਤੇ ਉਹਦਾ ਸਾਇਆ ਹੁੰਦਾ। ਹੁਣ ਇੱਕ ਜਗ੍ਹਾ ਤੇ ਕੁਝ ਵੀ ਨਹੀਂ ਤੇ ਉਹਦਾ ਸਾਇਆ ਕੀ ਹੋਣਾ? ਮਤਲਬ ਇੱਕ ਰੜਾ ਮੈਦਾਨ ਹੈ, ਉੱਥੇ ਕੋਈ ਦਰਖਤ ਨਹੀਂ, ਕੋਈ ਚਰਿੰਦ ਪਰਿੰਦ, ਕੋਈ ਸ਼ੈ ਵੀ ਨਹੀਂ, ਤੇ ਸਮਝੋ ਉੱਥੇ ਸਾਇਆ ਵੀ ਕੋਈ ਨਹੀਂ। ਤੇ ਜੇ ਅਸਲ ਹੈ ਤੇ ਉਹਦਾ ਸਾਇਆ ਵੀ ਇੱਕ ਹਕੀਕਤ ਹੈ ਨਾ। ਸਾਏ ਨੂੰ ਤੁਸੀਂ ਬਿਲਕੁਲ ਜਿਹੜਾ ਉਹਦੇ ਵਜੂਦ ਤੋਂ ਹੀ ਇਨਕਾਰ ਕਰਦੇ ਹੋ, ਤੇ ਇਹ ਕਿਹੜੀ ਜਿਹੜੀ ਹੈਗੀ ਹੈ ਅਕਲਮੰਦੀ? ਯਾਨੀ ਤੁਹਾਡਾ ਇਹ ਖਿਆਲ ਹੈ ਕਿ ਸਾਏ ਦੀ ਸ਼ਕਲ 'ਚ ਨਬੂਵਤ ਦਾ ਦਾਅਵਾ ਕੀਤਾ ਜਾ ਸਕਦਾ ਹੈ, ਤੇ ਸਾਏ ਦੀ ਸ਼ਕਲ 'ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੈਂ ਨਬੀ ਹਾਂ, ਇੰਜ ਵੀ ਕਿਹਾ ਜਾ ਸਕਦਾ ਹੈ ਸਾਏ ਦੀ ਸ਼ਕਲ 'ਚ। ਉਹਨਾਂ ਨੇ ਆਪਣੀ ਵਜ਼ਾਹਤ ਪੇਸ਼ ਕਰ ਦਿੱਤੀ। ਹੁਣ ਮਤਲਬ ਇਹਦੇ 'ਚ ਮਜ਼ੀਦ ਜਿਹੜਾ ਮੈਂ ਹਜ਼ਰਤ ਮਸੀਹ ਮੌਦ अलैहिस्सलाम ਦੇ ਮੂੰਹ 'ਚ ਆਪਣੇ ਅਲਫਾਜ਼ ਨਹੀਂ ਦੇ ਸਕਦਾ, ਜਾਂ ਮੈਂ ਉਹਨਾਂ ਦੀ ਅਗਰ ਤੁਹਾਨੂੰ ਸਮਝ ਨਹੀਂ ਆ ਰਹੀ ਤੇ ਇੱਥੇ ਮੈਂ ਨਜ਼ੀਰ ਅਹਿਮਦ ਸਾਹਿਬ ਨੇ, ਵਾਟਰ ਭਾਈ ਨੇ, ਸਾਬਰ ਸਾਈਡ ਸਾਹਿਬ ਨੇ, ਜਾਂ ਜਿੰਨੇ ਵੀ ਅਹਿਮਦ ਦੋਸਤ ਬੈਠੇ ਨੇ, ਉਹਨਾਂ ਦੀ ਵੀ ਸਮਝ ਨਹੀਂ ਆਣੀ। ਅੱਛਾ, ਜਿਹੜੀਆਂ 5 ਲੈਣਾ ਸਾਹਿਬ ਨੇ ਪੜ੍ਹੀਆਂ ਨੇ ਨਾ, ਜੁਮਲਾ ਤੇ ਪੂਰਾ ਲੈ ਲਓ, ਅੱਲਾ ਦੇ ਬੰਦੇ ਜੁਮਲਾ ਪੂਰਾ ਲੈ ਪਹਿਲਾ ਲਓ। ਜੁਮਲਾ ਜੀ, ਪਹਿਲਾ ਜੁਮਲਾ ਕਰ ਲਓ। ਇਦਾਂ ਝਗੜੀਤਾ ਨਾ ਕਰਿਆ ਕਰੋ, ਤੁਹਾਡੇ ਤੇ ਨਹੀਂ ਸਜਦੀਆਂ। ਤੁਸੀਂ ਵੀ 55 ਸਾਲ ਦੇ ਹੋ ਗਏ ਹੋ। ਤੇ ਗੱਲ ਹੈ ਕਿ ਉਹਨਾਂ ਨੇ ਜਿਹੜੇ ਅਲਫਾਜ਼ ਪੇਸ਼ ਕੀਤੇ ਨੇ, ਉਹਦੀ ਸਾਰੀ ਗੱਲ ਬਿਲਕੁਲ ਵਾਜ਼ੇ, ਮੁਬਹਮ ਕੋਈ ਚੀਜ਼ ਵੀ ਨਹੀਂ ਉਹਨਾਂ ਨੇ ਰੱਖੀ। ਇੰਨੀ ਗੱਲ ਜੇ ਨਹੀਂ ਸਮਝ ਆਉਂਦੀ, ਨਹੀਂ ਦਿਲ ਮੰਨਦਾ, ਤੇ ਉਹ ਇੱਕ ਅਲੱਗ ਗੱਲ। ਜੇ ਵਾਜ਼ੇ ਇੰਨੀ ਜਿੰਨੀ ਤੁਸੀਂ ਦੱਸਦੇ ਹੋ ਪਏ, ਤੇ ਤੁਸੀਂ ਸਿਰਫ ਇੰਨਾ ਦੱਸ ਛੜੋ ਵੀ ਇਹ ਜਿਹੜੀਆਂ 5 ਲੈਣਾ ਹੁਸੈਨ ਸਾਹਿਬ ਨੇ ਪੜ੍ਹੀਆਂ ਨੇ, ਹਾਂਜੀ, ਇਹਨਾਂ 'ਚ ਮਿਰਜ਼ਾ ਸਾਹਿਬ ਨੇ ਇਨਕਾਰ ਕਿਹੜੀ ਗੱਲ ਦਾ ਕੀਤਾ ਹੈ ਤੇ ਇਕਰਾਰ ਕਿਹੜੀ ਗੱਲ ਦਾ ਕੀਤਾ? ਉਹਨਾਂ ਹਕੀਕੀ ਨਬੂਵਤ ਜਿਹੜੀ ਹੈ ਉਹਦੇ ਤੋਂ ਇਨਕਾਰ ਕੀਤਾ ਕਿ ਮੈਂ ਉਸ ਤਰ੍ਹਾਂ ਦਾ ਨਬੀ ਨਹੀਂ ਜਿਸ ਤਰ੍ਹਾਂ ਹਜ਼ਰਤ ਮੂਸਾ अलैहिस्सलाम ਹੋਏ ਨੇ। ਇਹ ਗੱਲ ਕਿੱਥੇ ਲਿਖੀ? ਇਹ ਗੱਲ ਇਹਨਾਂ ਲੈਣਾ 'ਚ ਕਿੱਥੇ ਲਿਖੀ? ਉਹ ਅੱਲਾ ਦੇ ਬੰਦੇ, ਮੈਨੂੰ ਤੁਸੀਂ ਮੇਰੇ ਕੋਲ ਤੇ ਵਜ਼ਾਹਤ ਪੁੱਛੀ, ਫਿਰ ਤੁਸੀਂ 5 ਲੈਣਾ ਚੋਂ ਸਮਝੋ। ਜੇ ਮੇਰੇ ਕੋਲ ਵਜ਼ਾਹਤ ਲੈਣੀ ਹੈ ਤੇ ਮੈਂ ਵਜ਼ਾਹਤ ਕਰਾਂਗਾ, ਤੇ ਜੇ ਉਹ 5 ਲੈਣਾ ਹੀ ਤੁਸੀਂ ਮੇਰੇ ਕੋਲ ਪੁੱਛੋਗੇ ਕਿੱਥੇ ਲਿਖਿਆ ਹੈ, ਤੇ ਫਿਰ ਮੈਂ ਉਹਦੀ ਵਜ਼ਾਹਤ ਕਰਨ ਦੀ ਕੋਸ਼ਿਸ਼ ਕਰਾਂਗਾ ਆਪਣੇ ਅਲਫਾਜ਼ ਦੀ। ਨਹੀਂ ਤਾਂ ਫਿਰ 5 ਲੈਣਾ ਕਾਫੀ ਨੇ, ਉਹਦੇ 'ਚੋਂ ਸਮਝੋ, ਆਪ ਲੱਭੋ। ਯਾਨੀ ਇਹਨਾਂ 5 ਲੈਣਾ 'ਚ ਗੱਲ ਨਹੀਂ ਹੈ, ਕਿਤੇ ਹੋਰ ਗੱਲ ਲਿਖੀ ਉੱਥੋਂ ਤੁਸੀਂ ਲਿਆਉਂਦੇ ਹੋ? ਨਹੀਂ, ਇਹ 5 ਲੈਣਾ 'ਚ ਹੀ ਸਾਰਾ ਮਜ਼ਮੂਨ ਹੈਗਾ, ਲੇਕਿਨ ਤੁਸੀਂ ਚਾਹੁੰਦੇ ਹੋ ਕਿ ਇਹਦੇ ਤੇ ਮੈਂ ਮਜ਼ੀਦ ਰੋਸ਼ਨੀ ਪਾਵਾਂ। ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਔਰ ਮੇਰੇ ਵਰਗੇ ਬੰਦੇ ਕੋਲੋਂ ਕਿ ਮੈਂ ਸਮਝਾਵਾਂ। ਤੇ ਮੈਂ ਤੇ ਸਿਰਫ ਇਹ ਦੱਸ ਛੜੋ ਵੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਇਸ ਗੱਲ ਦਾ ਇਨਕਾਰ ਕੀਤਾ ਕਿ ਮੈਂ ਸ਼ਰਈ ਨਬੀ ਨਹੀਂ, ਹਾਂ, ਇਹ ਇਹਨਾਂ 5 ਲੈਣਾ 'ਚੋਂ ਪਹਿਲੀਆਂ ਦਊਂ 'ਚ, ਵਿਚਕਾਰਲੀਆਂ ਦਊਂ 'ਚ ਕਿ ਆਖਰੀਆਂ ਦਊਂ 'ਚ? ਉਹਨਾਂ ਨੇ ਇਹਦੇ 'ਚ ਉਸ ਹਕੀਕੀ ਨਬੂਵਤ ਤੋਂ ਇਨਕਾਰ ਕੀਤਾ ਜਿੱਦਾਂ ਰਸੂਲ ਕਰੀਮ ਦੀ ਹੈ। ਤੁਸੀਂ ਤੇ ਹਜ਼ਰਤ ਮਸੀਹ अलैहिस्सलाम ਨੂੰ ਹਕੀਕੀ ਨਬੀ ਇਹ ਜਿਹੜੀ ਗੱਲ ਤੁਸੀਂ ਕਹਿੰਦੇ ਵੀ ਕਿੱਥੇ ਲਿਖੀ ਹੈ ਜਿਹੜੀ ਤੁਸੀਂ ਬਿਆਨ ਕਰ ਫਰਮਾਉਂਦੇ ਹੋ? ਇਸ ਤੋਂ ਪਹਿਲੇ ਮਜ਼ਮੂਨ ਜਿਹੜਾ ਨਾ, ਇਹ ਮੇਰੇ ਕੋਲ ਬੁੱਕ ਪਈ, ਤੇ ਮੈਂ ਹੁਣ ਜਿਹੜਾ ਸਵਾਰੀ ਚੁੱਕ ਲੈਣੀ। ਨਹੀਂ ਤੇ ਮੈਂ ਬੁੱਕ ਜਿਸਲੇ ਇਹ ਨਜ਼ੀਰ ਭਾਈ ਨੇ ਕਿਹਾ ਨਾ ਕਿ ਉਹ ਇੱਕ ਗਲਤੀ ਦਾ ਇਜ਼ਾਲਾ ਕੱਢੋ, ਇਹ ਤੇ ਮੈਂ ਰੱਖਦਾ ਹੀ ਕੋਲ ਹੈ। ਤਾਰਕ ਸਾਹਿਬ, ਇਹ ਉਹ ਮੈਨੂੰ ਪਤਾ ਤੁਹਾਡੇ ਕੋਲ ਹੁੰਦੀ ਹੈ ਗਲਤੀ ਦਾ ਗੱਲ। ਇਹ ਉਹ ਤਵੀਜ਼ ਹੈ ਜਿਹਦੀ ਕਿਸੇ ਟਾਈਮ ਵੀ ਜ਼ਰੂਰਤ ਪੈ ਸਕਦੀ, ਕਿਸੇ ਵੀ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ। ਪਰ ਮੈਂ ਕਿਹਾ ਵੀ ਇਹਦੇ 'ਚ ਜਿਹੜੇ ਮਿਰਜ਼ਾ ਸਾਹਿਬ ਨੇ ਖੁਲਾਸਾ ਕੱਢ ਕੇ ਦਿੱਤਾ ਹੈ, ਹਾਂਜੀ, ਉਹਦੇ 'ਚ ਤੇ ਉਹਨਾਂ ਨੇ ਇਹ ਆਖਿਆ ਕਿ ਜਿਹੜੇ ਜਾਹਿਲ ਮੁਖਾਲਫ ਨੇ ਉਹ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕਿ ਮੇਰਾ ਨਬੀ ਜਾਂ ਰਸੂਲ ਹੋਣ ਦਾ ਦਾਅਵਾ। ਠੀਕ ਹੈ ਗੱਲ? ਬਿਲਕੁਲ ਠੀਕ ਹੈ। ਮੇਰਾ ਐਸਾ ਕੋਈ ਦਾਅਵਾ ਨਹੀਂ, ਇਹ ਵੀ ਗੱਲ ਠੀਕ ਹੈ? ਬਿਲਕੁਲ ਠੀਕ। ਯਾਨੀ ਨਾ ਨਬੀ ਹੋਣ ਦਾ ਦਾਅਵਾ, ਨਾ ਰਸੂਲ ਹੋਣ ਦਾ ਦਾਅਵਾ। ਬਿਲਕੁਲ ਠੀਕ। ਹੁਣ ਅੱਗੇ ਉਹਨਾਂ ਨੇ ਇੱਕ ਗੱਲ ਬਿਆਨ ਕੀਤੀ ਹੈ ਕਿ ਜਿਸ ਤਰ੍ਹਾਂ ਮੈਂ ਨਬੀ ਤੇ ਰਸੂਲ ਹਾਂ, ਉਹ ਉਹਨਾਂ ਨੇ ਇੱਕ ਕੈਫੀਅਤ ਬਿਆਨ ਕੀਤੀ ਹੈ ਫਨਾ ਫਿਰ ਰਸੂਲ ਦੀ। ਹਾਂ,
ਲੇਕਿਨ ਨਬੂਵਤ ਦੇ ਦਾਅਵੇ ਤੋਂ, ਰਸਾਲਤ ਦੇ ਦਾਅਵੇ ਤੋਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਇਹ ਗੱਲ ਠੀਕ ਹੈ ਕਿ ਮੈਂ ਗਲਤ ਕਹਿ ਰਿਹਾ? हाँ ठीक है ये جی जितनी गल نہیں उन्होंने نہیں جی نہیں جی نہیں آمن رضی صاحب ایک غلطی کا ازالہ لکھنے کی وجہ پیش ہوئی ہے کہ آپ نے کیا کہ منو میں پہلے خاموش رہا، میں پہلے انہوں دعوے نو مخداترہ نے بار بار منو کیا ہے، میں پورا رسالہ پڑھنا مشکل، پھر پڑھنا پڑے گا۔ آپ مطلب یہ ایک غلطی کا ازالہ، وہ مطلب کی ہوئے گا؟ تسی ذرا من دسو، بڑے عالم ہو، وہ مطلب کی ایک غلطی کا ازالہ، یہ کی مطلب ہے؟ نذیر احمد صاحب ایک منٹ ٹھہر جائے، خادم بھائی آپ بھی ایک منٹ ٹھہریں۔ عامر نذیر صاحب آپ صرف اس بات پر غور کریں کہ جاہل مخالف کون ہے؟ حضرت مسیح موعود کس کو مخاطب کر رہے ہیں؟ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਕਿ ਉਹ ਨਬੀ ਤੇ ਰਸੂਲ ਹੋਣ ਦੇ ਮੁਦਈ ਨੇ। ٹھیک ہے، وہ لوگ احمدیوں میں سے ہیں کہ غیر احمدیوں میں سے ہیں؟ ਇਹ ਉਹਨਾਂ نہیں ਲਿਖਿਆ۔ جی بس یہ والا پوائنٹ آپ انہوں نے نے جس کہا ہے وقت سمجھ لیا انہوں نا، نے خود جو تعریف کی ہے جی جاہل مخالف کی، وہ یہ کی ہے جی کہ جاہل مخالف جو وہ ہیں جو میرے اوپر یہ الزام لگاتے ہیں کہ میں نے نبی یا رسول ہونے کا دعویٰ کیا، میرا ایسا کوئی بالکل دعویٰ نہیں۔ ٹھیک ہے، بالکل ٹھیک ہے۔ جو بھی بندہ اس پہ حسین یہ صاحب الزام یہ لگائے گا بتائیں وہ کہ جاہل وہ مخالف ہی ہوگا۔ ہاں یہ بتائیں کہ انہوں نے احمدیوں کی طرف اشارہ کیا ہے کہ غیر احمدیوں کی طرف؟ آ رہی ہے آواز؟ آئی آ رہی ہے۔ جی آ رہی ہے، آ رہی ہے، آواز آئی؟ جی جی آ رہی ہے۔ واٹر صاحب جو بھی ان کو نبی بولتے ہیں انہی کی طرف اشارہ کیا۔ نہ 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 نہ، اس میں خاص طور پر غیر احمدیوں کی طرف اشارہ ہے۔ ਉਹਨਾਂ ਦਾ ਵਾਟਰ ਸਾਹਿਬ ਦਾ ਮਤਲਬ ਹੈ ਕਿ ਜੇ ਗੈਰ ਅਹਿਮਦੀ ਆਖਣ ਨਾ ਕਿ ਮਿਰਜ਼ਾ ਸਾਹਿਬ ਦਾ ਦਾਵਾ ਨਬੂਵਤ ਹੈ جی ਤੇ ਫਿਰ ਉਹ ਮੁਜਰਮ ਨੇ، ਲੇਕਿਨ ਜੇ جی ਅਹਿਮਦੀ ਆਖਣ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਹੈ ਤੇ ਫਿਰ ਉਹ ਮੁਜਰਮ ਨਹੀਂ ਹੈ۔ بالکل صحیح، اب آپ ਬਹੁਤ سمجھے، ਬਹੁਤ ਆਲਾ اب آپ سمجھے، ਇਹ ਜੀ ਗੱਲ ਸਾਰੀ۔ بالکل بالکل۔ साहब गल सुनो तुसी ਲਓ ਜੀ ਕਿਉਂਕਿ- ਨਜ਼ੀਰ ਸਾਹਿਬ، ਜੇ ਅਸੀਂ ਆਖੀਏ ਨਾ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਹੈ ਤੇ ਅਸੀਂ ਮੁਜਰਮ ਆ। جی ਵਾਟਰ ਸਾਹਿਬ ਇੱਕ ਮਿੰਟ ਮਿਊਟ ਲਾਓ، ਤੁਹਾਡੇ ਮਾਈਕ ਤੋਂ ਬੜੀ ਜਿਹੜੀ ਹੈ ਨਾ وہ ਉਹ کسی خراب اور ਆ کے ਰਹੀ ہے۔ مائک سے آ رہی ہے، میں تو خالی کمرے میں بیٹھا ہوں۔ ਫਿਰ ਨਜ਼ੀਰ ਸਾਹਿਬ ਤੁਸੀਂ ਮਿਊਟ ਲਾ ਲਓ، ਤੁਹਾਡੇ ਮਸਲੇ ਅਮਨ ਨਜ਼ੀਰ ਸਾਹਿਬ ਇਹ ਪੰਜ ਲਾਈਨਾਂ ਆਖਰੀ ਇਹਨਾਂ ਨੇ ਪੜਾਈਆਂ ਨੇ, ਮੈਂ ਫਿਰ ਸ਼ੁਰੂ ਦੀਆਂ ਪੰਜ ਪੜ੍ਹਦਾ। ਤੁਸੀਂ ਇੱਕ ਮਿੰਟ ਪੜ੍ਹ ਲਿਆ ਜੇ, ਮੈਨੂੰ ਇਹ ਗੱਲ ਕਲੀਅਰ ਕਰ ਲੈਣ ਦਿਓ। جی جی کلیئر کریں۔ ਬਈ ਜਿਹੜੀ ਗੱਲ ਤੇ ਆਂਦੇ ਨੇ ਨਾ ਵਾਟਰ ਸਾਹਿਬ, ਉਹ ਇਹ ਵੇ ਕਿ ਜੇ ਗੈਰ ਅਹਿਮਦੀ ਆਖਣ ਨਾ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਹੈ, جی ਉਹ ਨੇ ਜਾਹਿਲ ਮੁਖਾਲਫ। جی ਤੇ ਜੇ ਅਹਿਮਦੀ ਆਖਣ ਵੀ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਹੈ ਤੇ ਫਿਰ ਉਹ ਜਾਹਿਲ ਮੁਖਾਲਫ ਨਹੀਂ ਹੈ। نہیں ہے۔ ਇੱਕ اور ਹੀ میں ਗੱਲ یہ- ਹੈ ਜੋ ਅਸੀਂ ਕਰੀਏ, ਜੇ ਅਸੀਂ ਕਰੀਏ ਤੇ ਅਸੀਂ ਜਾਹਿਲ ਹਾਂ, ਜੇ ਤੁਸੀਂ ਕਰੋ ਤੇ جی ਫਿਰ ਉਹ ਆਲਮ ਨੇ। جی میں اس کا ਇਹੀ ਹੋ ਸਕਦਾ ਨਾ। ہاں جی اس کا بھی میں آپ کو جواب دینا چاہوں گا۔ ਤੁਹਾਡਾ ਕੁੱਤਾ ਟੋਮੀ ਤੇ ਤੁਹਾਡਾ ਕੁੱਤਾ کتا۔ یہ ایسی بات بھی نہیں ہے، میرے پاس اس کا پورا جواب ہے۔ ایک تو آپ نے یہ کئی دفعہ کتاب پڑھی ہے لیکن کبھی بھی جو ہے نا غور سے نہیں پڑھی، اور ہمیشہ نا جانبدار ہو کر پڑھی ہے، بائسڈ ہو کر۔ بات دراصل یہ ہے عامر صاحب کہ آپ صرف اور صرف ان پر الزام لگاتے ہیں کہ انہوں نے نبی اور رسول کا دعویٰ کر دیا ہے، اور وہ دعویٰ جو ہے وہ رسول کریم کے مقابلے پر دعویٰ کر دیا ہوا ہے، یا رسول کریم سے بھی بڑھ گئے ہیں، یا وہ رسول کریم کے تابع نہیں رہے اور نئی شریعت آ گئی ہے، نیا قادیان میں قرآن شریف آ گیا ہے، ہزاروں اس کے ساتھ الزامات آپ نے جوڑے ہوئے ہیں، لیکن وہ سارے کے سارے جو ہے نا وہ فاسق اور شرارت پر مبنی ہیں۔ جبکہ جب احمدی حضرت مسیح موعود کو ایک نبی کہتا ہے تو وہ اس چیز کو سمجھتا ہے کہ انہوں نے کس صورت میں اپنے آپ کو نبی کہا ہے، اور وہ نبی کریم صلی اللہ علیہ وسلم کی شریعت سے کیسے نہیں ٹکرا رہی، ان کی نبوت سے کیسے نہیں ٹکرا رہی، وہ ساری باتیں احمدیوں کو پتہ ہیں۔ اس لیے احمدی ان کو جس معنوں میں نبی سمجھتے ہیں وہ آپ سے بالکل مختلف ہے۔ تو اس میں ٹامی والی بات کوئی نہیں ہے، آپ کا محض الزام ہے۔ اور جاہل مخالف آپ لوگوں کو کہا گیا ہے، اپنے مخالفوں کو انہوں نے، جو صرف اور صرف نبی کا الزام لگا کر انہیں رسول پاک کے سامنے کھڑا کر کے اور کٹہرے میں کھڑا کر دیتے ہیں کہ جناب انہیں رسول پاک کی گستاخی کی ہے اور ایک نئے مذہب کا آغاز کر دیا، جبکہ احمدی جانتے ہیں کہ یہ کوئی گستاخی نہیں ہے، یہ نبی پاک صلی اللہ علیہ وسلم کی شریعت کے انڈر ہی ہے، اس کا کوئی ٹکراؤ نہیں ہے، اور یہ ذلی اور بروزی صورت میں ہے۔ تو میرا اتنا سا جواب تھا، آگے کچھ پوچھنا ہے تو پوچھیں۔ پہلے میں تو کل بھی کہہ رہا تھا کہ آپ کو یہ ایڈوانٹیج حاصل ہوتا ہے کہ اگر نذیر صاحب کہیں نا کہ میں بات نہیں کر سکتا تو طارق صاحب کہتے ہیں میں کر لیتا ہوں، اگر طارق صاحب کی سواری آ جائے تو پھر واٹر صاحب کہتے ہیں میں کر لیتا ہوں، اگر واٹر صاحب کو بھی کوئی مسئلہ بن جائے گا تو کوئی نہ کوئی بندہ چوتھا پانچواں بھی موجود ہوگا، لیکن میں تو انتظار کرتا رہتا ہوں کہ میری باری آئے تو میں بات کروں۔
मैंने सिर्फ इतनी सी बात करनी थी, जी आप करें, बिल्कुल, बिस्मिल्लाह। मैंने सिर्फ इतनी सी गुजारिश करनी है वाटर साहब कि मिर्जा साहब ने नबूवत और रसालत के दावे से इनकार किया है और उसके बाद अपनी एक कैफियत बयान की है, और वो कैफियत ये है कि वो कहते हैं कि मेरा इसमें वजूद बीच में है ही नहीं, उसको कहते हैं फना फे रसूल, जो आम सूफिया के यहाँ लोग कहते हैं ना कि मेरा अपना वजूद खत्म हो गया है। अपनी एक कैफियत बयान की है, लेकिन नबूवत और रसालत के दावे से उन्होंने मुतलकन इनकार कर दिया है कि ये जो मेरे पर इल्ज़ाम लगाते हैं कि शख्स का नबूवत और रसालत का दावा है, मेरा ऐसा कोई दावा नहीं। जिस तरह से मैं नबी और रसूल हूँ उसकी ये कैफियत है, इसको समझ लो, लेकिन मैं नबी रसूल नहीं हूँ, मुझे नबी और रसूल होने का दावा नहीं है, ना मुझे आपने मुद्दई नबूवत बनाना है। ये है मिर्जा साहब का मौक़िफ़। अब आपकी मर्जी है, आप जो चाहें करें। इन लाइनों से ये नतीजा निकलता मोहम्मद साहब उम्मती नबी का तो है ना उनका, वो आगे जाके वजाहत भी करते हैं कि मैं इस तौर पे नहीं हूँ, हाँ मैं उम्मती नबी हूँ। ये तो बात ये है कि उम्मती नबी कोई होता है दुनिया में? उम्मती नबी क्या चीज होती है? फर्स्ट टाइम आई है ये चीज सर, मैं भी यही कह रहा हूँ, लेकिन मैं ये कहना कि उनका दावा नहीं है नबूवत किसी किस्म का। मान ले, सुन ले, क्या अल्लाह ताला ने उनको कहा है कि आपको मैंने उम्मती नबी बनाया? नहीं। नहीं। क्या पहले कभी अल्लाह ताला ने किसी को उम्मती नबी बनाया? नहीं, पहली दफा। मैं यही तो कह रहा हूँ, ना पहले बनाया ना आप बनाया। मैं देखो दावे की सेंस से बात करता हूँ, उनका दावा मैं यहाँ उम्मती तहफ़्फ़ुज़ का है। रखूंगा जी मैं यहाँ तहफ़्फ़ुज़ रखूंगा। जी जी रखें। ठीक है, एक गलती का इजाला लिखने की वजह क्या हुई? उम्मती नबी का दावा नहीं है, उन्होंने कहा है एक ये लिहाज कमाल से बात उम्मती करते हो। और एक एक गलती का इजाला लिखने की वजह क्या थी? दावा ही है। पहले शुरू से पढ़ो। एक गलती का लिखने की जरूरत ये थी कि उन्होंने वजाहत समझाई है लोगों को हाँ जी, कि ये लेकिन जो मेरे एक मरीद ने कहा है कि मैं नबी रसूल नबी नहीं हूँ, उसकी नहीं वजाहत चाहिए। नहीं ये नहीं कहा। तो एक मरीद की बात हो रही है। ਉਹ ਸੁਣ ਲਓ, ਮਰੀਦ ਦੀ ਗੱਲ ਸੁਣ ਲਓ। ਉਹਨਾਂ ਨੇ ਕਿਹਾ ਹੈ ਕਿ ਉਹਨੇ ਸਾਫ਼ ਇਨਕਾਰ ਕੀਤਾ ਹੈ, ਯਾਨੀ ਹਾਂਜੀ। ਨਬੀ ਔਰ ਰਸੂਲ ਦਾ ਲਫ਼ਜ਼ ਕੋਈ ਨਹੀਂ। ਹਾਲਾਂਕਿ ਮੇਰੀਆਂ ਕਿਤਾਬਾਂ ਦੇ ਜਗ੍ਹਾ ਜਗ੍ਹਾ ਨਬੀ ਔਰ ਰਸੂਲ ਦਾ ਲਫ਼ਜ਼ ਮੌਜੂਦ ਹੈ। ਇਹ ਗੱਲ ਮੈਨੂੰ ਵਜ਼ਾਹਤ ਕੀਤੀ, ਉਹਨਾਂ ਨੇ ਵਜ਼ਾਹਤ ਕੀਤੀ ਹੈ। ਮੈਂ ਵੀ ਉਹੀ ਵਜ਼ਾਹਤ ਕਰ ਰਿਹਾ। ਹਾਂਜੀ, ਮੈਂ ਪਿਆ ਕਹਿਣਾ ਕਿ ਜਿਸ ਆਦਮੀ ਨੇ ਇਹ ਇਨਕਾਰ ਕੀਤਾ ਹੈ ਕਿ ਉਹਨਾਂ ਦੀਆਂ ਕਿਤਾਬਾਂ 'ਚ ਨਬੀ ਔਰ ਰਸੂਲ ਦਾ ਲਫ਼ਜ਼ ਨਹੀਂ ਹੈ, ਉਹ ਵਿਚਾਰਾ ਨਾਵਾਕਿਫ ਹੈ, ਉਹਨੂੰ ਪਤਾ ਨਹੀਂ ਹੈ। ਹਾਂਜੀ, ਮਿਰਜ਼ਾ ਸਾਹਿਬ ਇਕਰਾਰ ਕਰਦੇ ਨੇ ਕਿ ਉਸ ਬੰਦੇ ਨੂੰ ਵਿਚਾਰੇ ਨੂੰ ਪਤਾ ਨਹੀਂ, ਉਹ ਕਿਉਂਕਿ ਜ਼ਿਆਦਾ ਦੇਰ ਮੇਰੇ ਕੋਲ ਆ ਕੇ ਨਹੀਂ ਰਿਹਾ, ਨਾ ਉਹਨੇ ਕਿਤਾਬਾਂ ਪੜ੍ਹੀਆਂ ਤੇ ਉਹਨੂੰ ਪਤਾ ਨਹੀਂ। ਮੇਰੀਆਂ ਕਿਤਾਬਾਂ 'ਚ ਬਹੁਤ ਸਾਰੀ ਜਗ੍ਹਾ ਮੇਰੇ ਵਾਸਤੇ ਲਫ਼ਜ਼ ਨਬੀ ਔਰ ਰਸੂਲ ਦਾ ਮੌਜੂਦ ਹੈ। ਹਾਂਜੀ, ਠੀਕ ਹੋ ਗਈ ਗੱਲ? ਠੀਕ ਹੋ ਗਈ। ਹਾਂ, ਤੇ ਇਹਦੇ ਉਸ ਬੰਦੇ ਨੇ ਜਦੋਂ ਇਹ ਇਨਕਾਰ ਕੀਤਾ ਕਿ ਕੋਈ ਨਬੀ ਰਸੂਲ ਨਹੀਂ, ਤੇ ਉਹਨੇ ਗਲਤ ਕੀਤਾ ਕਿਉਂਕਿ ਲਫ਼ਜ਼ ਤੇ ਮੌਜੂਦ ਨੇ। ਜੀ ਜੀ, ਇਸ ਗਲਤੀ ਨੂੰ ਉਹਨਾਂ ਨੇ ਠੀਕ ਕੀਤਾ। ਇੱਕ ਤੇ ਇਹ ਗੱਲ ਹੈ। ਅੱਗੇ ਉਹਨਾਂ ਨੇ ਸਮਝਾਇਆ ਕਿ ਨਬੀ ਔਰ ਰਸੂਲ ਦਾ ਅਗਰ ਲਫ਼ਜ਼ ਇਸਤੇਮਾਲ ਹੋ ਜਾਏ ਤੇ ਉਹਦੇ ਤੋਂ ਮੁਰਾਦ ਇਹ ਹੁੰਦੀ ਹੈ ਕਿ ਨਬੀ ਕਹਿੰਦੇ ਨੇ ਖਬਰ ਲਿਆਉਣ ਵਾਲੇ ਨੂੰ, ਤੇ ਕੋਈ ਵੀ ਜਿਹੜਾ ਖਬਰ ਲੈ ਕੇ ਆਵੇ ਉਹਨੂੰ ਤੁਸੀਂ ਨਬੀ ਕਹਿ ਸਕਦੇ ਹੋ। ਤੇ ਇਸ ਤਰ੍ਹਾਂ ਦਾ ਮੈਂ ਨਬੀ ਹਾਂ, ਲੇਕਿਨ ਜਿਹੜਾ ਨਬੀ ਅੱਲਾ ਦਾ ਲਫ਼ਜ਼ ਹੈ ਕਿ ਅੱਲਾਹ ਤਾਲਾ ਜਿਹਨਾਂ ਨੂੰ ਨਬੀ ਔਰ ਰਸੂਲ ਬਣਾਉਂਦਾ ਹੈ, ਉਹ ਨਹੀਂ ਹੈ, ਮੈਂ ਹਕੀਕੀ ਮਾਨਿਆਂ 'ਚ ਨਹੀਂ। ਉਹ ਵਜ਼ਾਹਤ ਦੇਤੀ, ਬਿਲਕੁਲ ਉਹ ਵਜ਼ਾਹਤ ਦੇਤੀ। ਜੀ ਜੀ, ਠੀਕ ਹੋ ਗਿਆ। ਹਾਂਜੀ, ਇੱਕ ਤੇ ਇਹ ਵਜ਼ਾਹਤ ਕੀਤੀ ਹੈ। ਦੂਸਰਾ ਉਹਨਾਂ ਨੇ ਕਿਹਾ ਹੈ ਕਿ ਨਾ ਮੈਂ ਮੁਸਤਕਿਲ ਤੌਰ ਤੇ ਸ਼ਰੀਅਤ ਲਿਆਉਣ ਵਾਲਾ ਕੋਈ ਨਬੀ ਹਾਂ ਜੀ, ਔਰ ਨਾ ਹੀ ਮੈਂ ਮੁਸਤਕਿਲ ਤੌਰ ਤੇ ਕੋਈ ਨਬੀ ਹਾਂ। ਬਿਲਕੁਲ। ਜਿਹੜਾ ਮੁਸਤਕਿਲ ਸ਼ਰੀਅਤ ਲਿਆਉਣ ਵਾਲਾ ਹੁੰਦਾ ਉਹ ਤੇ ਸ਼ਰੀਅਤ ਵਾਲਾ ਹੋਇਆ ਨਾ। ਜੀ ਜੀ ਜੀ, ਤੇ ਜਿਹੜਾ ਸ਼ਰੀਅਤ ਦੇ ਬਾਅਦ ਮੁਸਤਕਿਲ ਤੌਰ ਤੇ ਨਬੀ ਹੈ, ਉਹ ਵੀ ਨਹੀਂ। ਜੀ ਜੀ, ਤੇ ਨਾ ਸ਼ਰੀਅਤ ਵਾਲਾ ਨਾ ਬਗੈਰ ਸ਼ਰੀਅਤ ਵਾਲਾ, ਦੋਏ ਸਾਫ਼ ਹੋ ਗਏ। ਤੀਸਰੀ ਗੱਲ ਉਹਨਾਂ ਨੇ ਕਿਹਾ ਕਿ ਹੁਣ ਤਮਾਮ ਨਬੂਵਤਾਂ ਬੰਦ ਨੇ ਸਿਵਾਏ ਸੀਰਤ ਤੇ ਸਦੀਕੀ ਦੀ ਖਿੜਕੀ ਦੇ। खिड़की खुली है, बिल्कुल। ਕਿ ਉਹ ਖਿੜਕੀ ਖੁੱਲੀ ਹੈ। ਉਸ ਖਿੜਕੀ 'ਚ ਦਾਖਲ ਹੋਇਆ ਕੀ ਹੁੰਦਾ ਹੈ? हुसैनी साहब आपकी आवाज कट कट के आ रही है। अच्छा, कट कट के आ रही है आपकी आवाज। पता जो नहीं। ठीक है, ठीक आ रही है। अच्छा, ठीक है सनी सर, जारी रखो। ਹਾਂਜੀ। ਸੀਰਤ ਸਦੀਕੀ ਦੀ ਖਿੜਕੀ 'ਚ ਜਿਹੜਾ ਬੰਦਾ ਦਾਖਲ ਹੁੰਦਾ ਹੈ, ਉਹਦੇ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿਲੀਅਤ ਦੀ ਚਾਦਰ ਪਾਈ ਜਾਂਦੀ ਹੈ। ਔਰ ਉਸ ਚਾਦਰ ਦਾ ਮਤਲਬ ਕੀ ਹੈ ਕਿ ਉਹ ਬੰਦਾ ਫਨਾ ਫਿਰ ਰਸੂਲ ਹੋ ਜਾਂਦਾ ਹੈ। ਇਹ ਹੈ, ਇਹ ਨਹੀਂ ਹੈ ਕਿ ਉਹ ਨਬੀ ਬਣ ਜਾਂਦਾ, ਉਹ ਫਨਾ ਫਿਰ ਰਸੂਲ ਹੋ ਜਾਂਦਾ। लेकिन देखो गल है कि असी एक जो
حضرت اقدس مسیح موعود علیہ السلام نو خدا تعالیٰ دی طرفوں جو بھی علامات جو دعوے ہوئے نے وہ آپ نے یہ ضرور کیا کہ جو بھی میں کہہ رہا خدا تعالیٰ دے وہی علام دے تابع میں کہہ رہا، ٹھیک ہے، وہ دی وضاحت جڑی ہے وہ دے دیتی ہے ساری، ٹھیک ہے۔ وہ مطلب سانوں زیادہ جڑا کہ مسلماناں ساڈے مسلمان بھائیاں نو یہ آ جاتا ہے کہ نبی دے لفظ چاہ کے انہوں ایسی چڑھ آ جاتی ہے کہ باقی سالے دی بھی کھڑکی کھلی ہے، کوئی چڑ نہیں آمدی، یہ تواڈے چڑھ آ جاتی ہے۔ دیکھو نا مثال تو ہوں اس طرح اگر ایک کشفی رنگ چ آمدا ہے کہ مثال تو قادیان دا قرآن نہ تو کہن گے قرآن ہی قادیان دا ہو رہے، انہوں نے قرآن ہی بدل لیا ہے، وہ آندا کہ تسی میریاں گلاں سن رہے ہو، میں جڑی گل تانوں کہی ہے، جی 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 اسی کوئی نبی تے لفظ تو نہیں چڑے، اسی باقاعدہ نبی تے لفظ میں کیا نا کیونکہ بیسٹ استدلال تو ہو رہا ہے اصول جمع تھی۔ اچھا سین صاحب جی نذیر بھائی آپ جی نا اپنا میوٹ لگائیں یا نیچے اتر کے اوپر آئیں، کیونکہ آپ کی طرف سے نا بہت شور آتا ہے، اور آپ نے آتے وقت کلیم کیا تھا کہ مجھے اتنا بحث نہیں میں کر سکتا۔ اب موسیٰ بھائی آ گئے ہیں تو بہتر ہے کہ وہ بات کر لیں۔ جی جی لا نبی آباد نبی آبادی یا تو خاتم النبیین کے بعد نبوت کیسی؟ ہاں بالکل واضح دو ٹوک الفاظ میں حضرت اقدس مسیح موعود علیہ الصلوۃ والسلام فرما گئے ہیں، یا حقیقی نبوت آدم صفی اللہ سے شروع ہوئی اور محمد صلی اللہ علیہ وآلہ وسلم پر آ کر ختم ہوئی۔ ختم ہو گئی، کیا یہ الفاظ موجود ہیں کہ نہیں؟ بالکل بالکل اور اب تا قیامت نبوت محمدی جاری رہے گی۔ یا اب حقیقی معنوں میں کوئی جدید یا قدیم نبی نہیں آ سکتا، یہ الفاظ موجود ہیں یا نہیں؟ یا بالکل تو اس کے بعد اضطراب کیسا؟ ہاں وہ لوگ جو اب بھی عقیدہ یہ رکھتے ہیں کہ اس کائنات میں ابھی بھی زندہ سچا نبی موجود ہے، آج مارچ 2026 کو بھی ان کو کٹہرے میں لائیے کہ انہوں نے یہ رسول اکرم صلی اللہ علیہ وآلہ وسلم کے واضح فرمان کے بعد کہ لا نبی آبادی، اور اللہ تعالیٰ کے یہ واضح الفاظ موجود ہیں کہ ما کان محمد ابا احد من رجالکم ولکن رسول اللہ و خاتم النبیین، نبیوں کے ختم کرنے والا خاتم النبیین ہے۔ اتنے واضح الفاظ کے بعد وہ کسی کو اس وقت بھی کائنات میں زندہ سچا نبی مانتے ہیں تو کیوں مانتے ہیں؟ وہ کٹہرے میں آئیں، وہ جواب دیں، نہ کہ کلمہ گو احمدی مسلمان مومن جو حضرت اقدس مسیح موعود علیہ الصلوۃ والسلام کے پرچم تلے آ کر ختم نبوت کے حقیقی معنوں کو پہچان سکے ہیں۔ اب ختم نبوت کا علم جو ہے اس کا تھامنے کا صحیح حقدار ایک سچا احمدی مسلمان ہے، نہ کہ اہل حدیث دیوبندی بریلوی یا کوئی اور۔ اس میں آ کر مہذب طریقے سے گفتگو کر لیتے ہیں، آ جائیں ختم نبوت پر بات کریں۔ نہ جناب صاحب جی جی سین صاحب ہمیں بھی کوئی سوال کرنے کا حق ہے؟ کیوں نہیں، ضرور تسی سوال 5-7 سوال تھا جی عامر صاحب آپ عامر صاحب سے سوال پوچھنا ہے میں نے۔ جی عامر صاحب، میں خیر عامر صاحب بزی ہیں۔ امن نذیر صاحب کوئی نہیں، آپ مجھے حسینی صاحب سے اتنی دیر پوچھ لینے دیں۔ جی جی چلو واٹ صاحب آپ حسینی صاحب اجازت؟ جی جی بسم اللہ، آ رہی ہے بات؟ اچھا جی حسینی صاحب، بات دراصل یہ ہے کہ ایک غلطی کا ازالہ کتاب شروع ہی ایسے ہو رہی ہے کہ ایک احمدی سے کسی غیر احمدی صاحب نے پوچھا کہ تمہارا جو نبی ہے وہ جناب دعویٰ کرتا ہے جی نبوت کا، جن کی بیعت میں ہو یا جن کو تم مانتے ہو، تو اس احمدی نے کہہ دیا نہیں جی ایسی کوئی بات نہیں۔ تو حضرت مسیح موعود نے کتاب ہی یہاں سے شروع کی ہے کہ یہ کہنا غلط ہے، ٹھیک ہے نا جی۔ تو جب بات ہی یہاں سے شروع ہو رہی ہے تو پھر وہ جو جاہل مخالف کا لفظ ہے وہ صرف ان لوگوں کے لیے استعمال ہوا ہے جو احمدی نہیں ہیں، اور حضرت مسیح موعود کو صرف اور صرف یہ تانا مارتے ہیں کہ جناب اس نے نبوت کا دعویٰ کیا ہوا ہے، ٹھیک ہے نا جی۔ تو پھر انہوں نے سارا نبوت کے مضمون کو احمدیوں کی سائڈ سے بھی اور غیر احمدیوں کی سائڈ سے بھی اور وحی کے لحاظ سے بھی سارا سمجھایا ہے۔
جہاں تک اس بات کا تعلق ہے نا کہ جاہل مخالف میری نسبت الزام لگاتے ہیں کہ یہ شخص نبی یا رسول ہونے کا دعویٰ کرتا ہے. جو بھی لوگ نبی اور رسول ہونے کا دعویٰ ان کی طرف منسوب کرتے ہیں وہ جاہل مخالف ہے. انہوں نے یہ نہیں کہا کہ فلاں کو چھٹی ہے وہ کہہ سکتے ہیں اور فلاں نہیں کہہ سکتے، یہ نہیں ہے. انہوں نے کہا کوئی بھی آدمی جو میری طرف نبی یا رسول ہونے کا الزام لگاتا ہے وہ کیا ہے، جاہل اور مخالف ہے. حسین صاحب ایک آپ اپنے موبائل کا نا ایئر پلین موڈ آن کر کے نا آف کریں. ہاں جی، آپ کی آواز رکتی ہے حسینی صاحب. ایئر پلین موڈ آن کر کے نا ایک دم پھر اس کو آف کریں، آپ کا موبائل جو ہے وہ ریسٹارٹ ہو جائے گا، مطلب کہ سیٹ اپ ہو جائے گا اور وہ رکنا بند ہو جائے گی آواز. جناب آپ پتہ نہیں کیوں میں سمجھا نہیں آپ کی بات. میں نے کہا آپ نے ثانی صاحب کو یہ بتایا کہ آف کرنا ہے اور ایئر موڈ پہ جانا ہے، تو یہ نہیں بتایا کہ بعد میں جلدی سے اس کو آف بھی کر دینا ہے. وہ پکے چلے گئے ہیں. میں نے موسیٰ بھائی کو السلام علیکم کہنا تھا، باقی میں نوٹ کر بتائیں دیتا ہوں. بتائیں آپ انہیں بتائیں ٹھیک ذرا. ہے. آگے میں کہتا ہوں چھا گئے ہیں اپنا ثانی بھائی. ہاں جی، میں کہتا ہوں کہ اتنی کلیئر آواز ہے کہ لگتا ہے کہ ساتھ والی سیٹ پہ بیٹھے ہوئے ہیں. چلیں اب بات شروع کریں. تو میں آپ سے صرف گزارش کر رہا ہوں کہ یہ اتنی آسانی سے سمجھ نہیں آئے گا حسینی صاحب، یہ اتنی اب یہ جو لفظ میں نہیں پڑھنے ہے لگا کلیئر، ہوں نا اس میں رک سے رک جو کے آ مجھ رہی سے ہے لفظ نہیں آواز. پڑھتے کلیئر آپ تو پہلے بھی سمجھ تھی، جائیں. رک رک کے آ رہی ہے. اچھا صبر بھائی 1 منٹ دے دیں بس، زیادہ نہیں لوں گا. حسینی صاحب جی جی بات دراصل یہ ہے کہ آپ کا جو ہاں جی آپ نے جس طرح یہ مضمون کو پڑھا ہے اور پہلے سمجھا ہے نا، یہ اصل میں اس سے تھوڑا سا فرق ہے. ٹھیک ہے، تو جاہل مخالف کو یہ نہ لیا جائے کہ کسی کو چھیڑا جا رہا ہے یا کسی کو تنقید کا نشانہ بنایا جا رہا ہے، لیکن اس میں غیر احمدی مراد ہے. کیونکہ احمدی سے تو مضمون شروع ہو رہا ہے، جس نے غلطی سے یا شرماتے ہوئے یہ کہہ دیا کہ نہیں جی ہم انہیں نبی نہیں مانتے، تو حضرت مسیح موعود نے اس چیز کا نوٹس لیا ہے کہ جی ہاں آپ غلط اس کو بتا رہے ہیں غیر احمدی کو، میں ایک لحاظ سے نبی ہوں. ٹھیک ہے، لیکن جاہل مخالف جو صرف اور صرف حضرت مسیح موعود پہ الزام لگاتے ہیں کہ انہوں نے نبوت پہ ڈاکہ ڈالا ہے، جس کا لفظ یہ استعمال کرتے ہیں، وہ والی بات کو انہوں نے وہاں پہ ان جاہل مخالفوں کو کہا ہے. صبر آپ کو صحیح آواز آتی ہے کہ رک رک کے آتی ہے؟ مجھے حسینی بھائی، بالکل ٹھیک آتی ہے. حسینی بھائی اب موجود ہے؟ حسینی بھائی اوئے، ثانی بھائی حسینی بھائی مجھے تو اوئے، رک رک کے آ رہی ہے یار، میں نہیں نے تو نہیں انٹرنیٹ بھی چینج کیا. حسینی بھائی، آپ کی بات وہ حسینی چائے بھائی بنانے موٹر گئے ہیں. چلے وہ چائے بنانے گئے ہیں. کڈنگ اور مین تاڈی پا کے ہوئے چائے بنا حسینی بھائی کڈنگ اوئے کیڈمین کڈنگ مین پا کے چائے بنا رہے ہیں. نہیں واٹر بھائی آپ کی آواز میں الحمدللہ کلیئر آ رہی ہے. نہیں، میں حسینی بھائی کو دیکھ رہا تھا، ان کے پاس ایک چیزیں دہراتے تھے، وہ دل تھا کہ آج کل دہرا لیں ذرا. حسینی بھائی اوئے، بھائی اسی بول رہے ہیں، باقی تو کوئی بول نہیں رہا. اسلام احمدیت زندہ باد ہے بھی آج یوم مسیح موعود. یوم مسیم علیہ السلام جی. سب نو یوم مسیح موعود دی دلی مبارکباد. خیر مبارک اللہ تعالیٰ سب لوگ باقی سب اللہ تعالیٰ کا شکر ادا کرنا چاہیے کہ جس طرح انہوں نے فرمایا کہ صدق سے میری طرف آؤ، اسی میں خیر ہے. خیر ہے.
ہیں درندے ہر طرف میں عافیت کا ہوں اظہار. بے جب ہم شک بے شک. جانبداری سے جائزہ لیتے ہیں اپنے مخالفین کا، دشمنوں کا، تو یقین کریں کہ اللہ تعالیٰ کا شکر جتنا بھی ادا کریں کم ہے کہ اس نے ہمیں اندھیروں سے نکال کر اس 14ویں کے چاند کی طرف ہمیں پہچانے کی توفیق دی. دیکھیں نا وہ کوئی امریکہ بیٹھا ہے، کینیڈا بیٹھا ہے، تو ایم ڈی ایم ایسے ہیں جیسے ہم بھائی بھائی، مومن بھائی بھائی، ایسے بھائی بھائی کی طرح ہمارا رشتہ ہے، اور ایسا رشتہ بند ہے اللہ تعالیٰ نے ہمارا کہ ان کو بیان نہیں انسان کر سکتا. بالکل بے شک. ہمارا ایک امام ہے. واٹر اچھا السلام علیکم جی ورحمۃ جی اللہ. کریں بس مصطفیٰ بھائی، یہ بات کریں بات نہیں کریں. میں تو ویسے ہی بس بات کر رہا تھا کہ یہ عامر نذیر صاحب کو جو ہے نا سارا پتہ ہوتا ہے، یہ جی جان کے ہمیں چھیڑے ہوتی ہے. اور بقول ڈاکٹر اسرار صاحب کے وہ فرماتے ہیں کہ اگر مرزا غلام احمد قادیانی نبوت کا دعویٰ نہ کرتے تو امت میں کبھی تکفیر نہ ہوتی، اور ہمیں جو کافر قرار دیا گیا ہے وہ بھی اسی وجہ سے قرار دیا گیا ہے کہ ہم نے ان کو نبی مانا ہے. سمپل سی بات ہے. جی. تو تو یہ یہ کس طرح مصطفیٰ کی اسی بڑی لیے میں نے کہہ دیا تھا کہ میں نے بحث نہیں کرنی. بالکل یہ ولا وجہ کی بحث کرتے ہیں نذیر بھائی، ان کو سارا پتہ ہوتا ہے. جی ان کو نہیں پتہ چل رہا کہ یہ غلطی کا ازالہ کیوں لکھی گئی ہے. ایک بندے نے محض انکار کیا ہے، حضور نے اس پہ ازالہ لکھا ہے کہ نہیں انکار بہتر نہیں ہے، محض انکار صحیح نہیں ہے. اس پہ سارا بتایا انہوں نے کہ میں کس طرح نبی ہوں کس طرح نہیں ہوں. دوسری بات یہ کہ میں نے خیر اتنی دفعہ رسالہ پڑھا، یہ 17-18 پیج ہی، زیادہ ہے بھی نہیں. لاسٹ کل پرسوں میں نے 3-4 دن پہلے میں نے دوبارہ پڑھا، مجھے 100% یقین ہو گیا وہ نبی ہے. لیکن یہ جو جاہل مخالف ہے نا، یہ لوگ جو ہے نا اعتراض اس پہ تلے ہوئے ہے کہ نہیں وہ نبی نہیں ہے، وہ نبی نہیں ہے، وہ نبی نہیں ہے. تو بات یہ ہے کہ مرزا صاحب نے، حضرت مسیح علیہ السلام نے اپنے آپ کو نذیر بھی کہا ہے. قرآن کریم میں نذیر کس کو کہا گیا ہے؟ ان کو بھی پتہ ہے اس چیز کا. انہوں نے جری اللہ فی حلول الانبیاء بھی کہا گیا ہے. اس کے علاوہ بے شمار ان کی جو ہے وہ ملتا ہے، اور براہین سے لے کے جتنی بھی کتابیں ہیں وہاں پہ بار بار اللہ تعالیٰ نے ان کو نبی اور رسول کہہ کے مخاطب کیا ہے. تو یہ اتنی جی بڑی جی. بات نہیں ہے جتنا یہ لوگ جو ہے عامر نذیر صاحب آ کے جو ہے سوچا چھوڑ دیتے ہیں کہ ایسے ہے. پھر ہمارے احمدی جو ہے وہ سٹارٹ ہو جاتے ڈسکشن کرنے کے لیے، ان کو سارا پتہ ہوتا ہے نذیر بھائی. تو بجائے اسے کہ بحث کرے، جی ان سے انہیں کالو سلامہ کہا کرے. قرآن کریم نے ہمیں یہ بھی حکم دیا ہے. نہیں، میں تو صرف مصطفیٰ بھائی تھوڑا سا وہ کتاب کا حوالہ پڑھ کے سنا دیتا ہوں، پھر خاموش ہو جاتا ہوں، بس اتنی بات. نہیں اچھا طریقہ ہے تہاڈا بھی، لیکن ہاں گزارش جی یہ ہے بالکل بالکل. کہ جیڑی گل مرزا صاحب نو نہیں سی نا آمدی کرنی، بھئی میرا نبوت دا دعویٰ تے ہے، پر انج دی نبوت دا دعویٰ نہیں ہے، اونج دی نبوت دا دعویٰ ہے. اے گل انہاں نہیں سی کرنی آمدی، تے شکر ہے تسی سیانے بندے پیچھے رلے ہو تے تسی گل سمجھا لیندے ہو. بھئی انہاں دا دعویٰ نبوت دا ہے، وہ کہندے نے میرا نبوت دا دعویٰ نہیں ہے. لوگ میرے تے الزام لاندے نے کہ میرا نبوت دا دعویٰ ہے. میرا نبوت دا دعویٰ نہیں ہے. جس شکل چ میں اپنے آپ نبی رسول آخنا، یا جس شکل چ میں کہنا کہ میں نبی رسول ہاں، وہ اے شکل ہے. اگے انہوں نے شکل بیان کیتی ہے، کیفیت بیان کیتی ہے، لیکن ایس کیفیت دے بیان کرن نال انہوں دا مطلب ہے وے کہ میں مدعی نبوت نہیں بن جاندہ. مینوں مدعی نبوت نہ سمجھو. ایک بندہ عامر صاحب، کیا کوئی غیر نبی اپنے آپ کو ایسے کہہ سکتا ہے کہ مجھے عیسیٰ علیہ السلام پہ کلی فضیلت حاصل ہے؟ یہ کس نے کہا ہے، کب کہا ہے کہ مجھے عیسیٰ علیہ السلام پر کلی فضیلت ہے؟ حضرت مسیح علیہ السلام نے. کہاں پہ کہا ہے؟ حضور نے اس کا جواب دیا تھا کہ پہلے میں بھی طاہر بھائی، میں آپ سے بعد میں بات کروں گا اس بارے میں، ابھی میں آن ایئر بات نہیں کرنا چاہ رہا. ہاں جی عامر نذیر صاحب کا ہے، کوئی بندہ کہہ سکتا کتنے کیا انہوں نے ثبوت جو نا کتنے انہوں نے کیا ہے جے کیا ہوئے پھر اگلی گل کرو. ہاؤ اگر کیا ہوئے میں وکھا داں گا، میرے ذمہ ہے. جے کیا ہوئے پھر اگر ایک بندہ کہندا ہے تو پھر ویکھیا جائے گا نا کہ وہ دعویٰ کی ہے، کیوں وہ بھائی کہندا میں بتا رہا ہوں کہ کیا کوئی غیر نبی ایسے کہہ سکتا ہے؟ سمپل سے سوال کیا آپ سے، میں نے کوئی الگ بات کی ہے؟ ساڈے ہاں یا نا میں جواب دوں. ساڈے نزدیک تے غیر نبی نو نبی دے اوتے جزوی فضیلت بھی میرے نزدیک نہیں ہو سکتی ہے، کلی تو بہت دور دی گل ہے. قرآن کریم میں اللہ تعالیٰ نے فرمایا نہیں ہم نے بعض کو بعض پہ فضیلت دی. وہ نبیاں دتی ہے نا. ہاں جی، تو میں بھی یہی گل کر رہا ہوں. کوئی بندہ کہہ سکتا ہے جی غیر نبی کہہ سکتا ہے اس سے؟ بھائی مرزا صاحب دی ہر گل نہ ساڈا اتفاق تھوڑی ہے، بہت ساری ہاں گلاں جی یہ بات ہے.
ਫਿਰ ਤੁਹਾਨੂੰ ਜਿਸ ਇਸ ਗੱਲ ਦਾ ਗੱਲ ਨਹੀਂ ਤੋਂ ਪਤਾ ਨਾ, ਉਹਨਾਂ ਜਿਸ ਗੱਲ ਦਾ ਲੈਣ ਤੁਹਾਨੂੰ ਨਹੀਂ ਪਤਾ ਨਾ, ਜਿਸ ਗੱਲ ਦਾ ਤੁਹਾਨੂੰ ਨਹੀਂ ਪਤਾ ਨਾ ਆमिर नजीर साहब, ਉਹਦੇ 'ਚ ਫਿਰ बहस नहीं करीदा, सीधी जी गल है। अगर तो एक बंदा जो है वो ऐसी बातें कर रहा है और नजीर कह रहा है, कुरान करीम में नजीर किसको कहा गया आमिर नजीर साहब? ਤੁਸੀਂ ਵੀ ਨਜ਼ੀਰ ਹੋ, ਕੁਰਾਨ 'ਚ ਕਿਹਨੂੰ ਕਿਹਾ ਗਿਆ ਨਜ਼ੀਰ, ਇਹ ਦੱਸੋ। ਪਹਿਲਾਂ ਜਿਹੜੀ ਗੱਲ ਪੇ ਕਰਨੇ ਆ ਨਾ ਉਹ ਕਰ ਲਈਏ। मैं ਤੁਹਾਨੂੰ बता रहा हूँ, मैं आपको आमिर नजीर साहब यही बता रहा हूँ कि उनका नबूवत का दावा है, तभी ऐसी बातें है, सिंपल सी बात है। ਅਗਰ ਉਹਨਾਂ ਦਾ ਨਬੂਵਤ ਦਾ ਦਾਵਾ ये ਹੈ ਕਿ ਉਹਨਾਂ भी ਨੇ कहा ਕਿਉਂ है, ਆਖਿਆ ਹੈ? ਉਹਨਾਂ ਨੇ मैं ਕਿਉਂ बता ਆਖਿਆ ਕਿ ਮੇਰਾ ਨਬੂਵਤ ਦਾ ਦਾਵਾ नहीं है? हाँ मैं बताता हूँ वो क्यों कहा है। उन्होंने कहा है बस जहां जहां भी मैंने नबूवत से इनकार किया है, सिर्फ इन मानों में किया है कि अब कोई शरीयत वाला नबी नहीं आ सकता, दैट्स इट। उन मुतकल्लिम अपनी बात का खुद जवाब दे है, और उन्होंने अपनी बात में एक गलती का ज़ाला आपने पढ़ी है, माशाल्लाह से आपको बड़ा नॉलेज है जमाते अहमद किताबों का, एक गलती का ज़ाला दोबारा पढ़ेंगे, उसी में लिखा हुआ है ये वाली बात कि जहां जहां नबूवत से मैंने इनकार किया, सिर्फ इन मानों में किया है कि अब कोई शरीयत वाला नबी नहीं आ सकता, दैट्स इट। इसमें तो ਆਹੋ बहस है ही नहीं ਲੇਕਿन कोई भी, हम भी यही कहते ਲੇਕਿन हैं, आप भी यही कहते ਲੇਕਿन हैं। ਉਹਨਾਂ ਨੇ ਨਬੂਵਤ ਦੇ ਦਾਅਵੇ ਤੋਂ ਇਨਕਾਰ ਕੀਤਾ ਹੈ। बताया तो है जहां पे इनकार किया इन मानों में किया है, उन्होंने खुद तो बताया, क्लियर होगी भाई बात। अगर इन मैंने जो कीता है तो फिर दूसरा तो नबूवत का दावा होना चाहिए ना। हाँ, दूसरा दावा बता तो रहो, ये गलती का ज़ाला में पढ़ लिया जब फिर। दूसरा दावा सी, अगर दूसरा दावा सी नबूवत दा ਤੇ ਫਿਰ ਝਗੜਾ ਕਰਨ ਦੀ ਕਿਹੜੀ ਲੋੜ ਸੀ? ਫਿਰ ਇੰਨਾ ਸਮਝਾ ਦੇਣਾ ਚਾਹੀਦਾ ਸੀ ਨਬੂਵਤ ਦਾ ਮੇਰਾ ਦਾਵਾ ਹੈ ਵੇ, ਲੇਕਿਨ ਉਸ ਕਿਸਮ ਦਾ ਨਹੀਂ ਹੈ, ਇਸ ਕਿਸਮ ਦਾ ਮੇਰਾ ਦਾਵਾ ਹੈ। वही तो समझाया ये गलती से ज़ाला से। आपने ਇਹਦੇ क्या ਚ पढ़ा उस एक उस ਇਹਦੇ ਚ गलती ਉਹਨਾਂ ਨੇ को ਮੁਤਲਕ ਇਨਕਾਰ उस ਕੀਤਾ ਹੈ। 18 पेज के किताब जो है उसमें आपने क्या पढ़ा है, मुझे ये बताएं। ऐ ही पढ़िया कि उन्होंने मुतलक इनकार किया है। मेरा नहीं ऐसा कोई इनकार दावा किया नहीं। नहीं, लोग मेरे पर इल्जाम लगाते स्टार्ट हैं कहाँ से हुआ था ये गलती का भाई, ज़ाला जो किताब है, ये उन्होंने स्टार्ट कहाँ से हुई थी? स्टार्ट 11 सफ़े लिख के ना ਉਹਦੇ ਬਾਅਦ ਉਹਦਾ ਖੁਲਾਸਾ ਲਿਖਿਆ ਤੇ ਆਖਿਆ अब इस तमाम तहरीर से मतलब मेरा ये है, खुलासा इसका ये है। ਉਹਦੇ तमाम जो ना तहरीर खुलासा बयान करता मैं है कह रहा हूँ जो शुरू हुई थी किताब, वो सारी भाई उसमें 11.5 उसमें सफ़े ये ਦਾ लिखा ਜਦੋਂ था, सुन तो ले आमिर नजीर साहब, जो शुरू हुई थी ਅੱਛਾ किताब। ਤੁਹਾਨੂੰ ਸੁਣਨੇ ਅਸੀਂ ਮਿਊਟ ਲਾ ਸਕਨੇ ਆ, ਫਿਰ ਵਿੱਚ ਮੈਂ ਨਹੀਂ ਬੋਲਦਾ ਹਾਂ ਜਿਸ ਵੇਲੇ ਤੁਸੀਂ ਮੈਂ गलत ਬੋਲ इंटरप्रेट कर रहे हो ना सारी किताबें ਤੁਸੀਂ दा। ਬੋਲੋ मैं ना ਵਿੱਚ ਬੋਲਾਂ। आप अपने जो है ना, आप वन साइडेड होके ये किताबें जो है मुताला करें, न्यूट्रल होके नहीं कर रहे आप। तो अगर भाई आप मैं न्यूट्रल अगर होके वन करें ना, साइडेड मेरी गल अगर सुनना आप कभी भी वन साइडेड होके आप अगर मैं यकीन करें, कर आप रहा न्यूट्रल ना, होके करें ना, आपको क्लियर हो जाए कि ये ਅਗਰ बात क्या ਮੈਂ है। ਵਨ ਸਾਈਡਡ ਹੋ ਕੇ ਕਰ ਰਿਹਾ ਵਾਂ ਤੇ ਜਿਹੜੇ ਲੋਕ ਮਿਰਜ਼ਾ ਸਾਹਿਬ ਨੂੰ ਹਰ ਗੱਲ 'ਚ ਸੱਚਾ ਵੀ ਮੰਨਦੇ ਨੇ ਤੇ ਉਹਨਾਂ ਦੇ ਨਬੂਵਤ ਦੇ ਦਾਅਵੇ ਦਾ ਇਨਕਾਰ ਵੀ ਮੰਨਦੇ ਨੇ ਤੇ ਉਹ ਇਹਨਾਂ ਗੱਲਾਂ ਤੋਂ ਹੀ ਮੰਨਦੇ ਨੇ ਨਾ। तो बता, तो उन्होंने खुद इस बात की तफसील कर दी है, इसी रिसाले में की है जिसको आप ਅਗਰ ਉਹ कोट कर रहे हैं। ਤਫਸੀਲ ਇੰਨੀ ਅਗਰ ਉਹ ਤਫਸੀਲ ਇੰਨੀ ਆਸਾਨ ਹੈ, ਇੰਨੀ ਆਮ ਫਹਿਮ ਹੈ ਜਿੰਨੀ ਤੁਸੀਂ ਬਿਆਨ ਪੇ ਕਰਦੇ ਹੋ, हाँ जी, ਤੇ ਫਿਰ ਤੇ ਕਿਸੇ ਨੂੰ ਠੋਕਰ ਲੱਗਣਾ ਹੀ ਨਹੀਂ ਚਾਹੀਦੀ ਹੈ। किन्नू ठोकर लगी है? ਇਹ ਤੁਹਾਡੇ ਸਾਹਮਣੇ ਟੋਨੀ ਸਾਹਿਬ ਬੈਠੇ ਨੇ, ਇਹਨਾਂ ਨੂੰ ਠੋਕਰ ਹੀ ਲੱਗੀ, ਇਹਨਾਂ ਪੇ ਕਹਿੰਦੇ कोई ਨੇ ठोकर नहीं लगी, कोई ठोकर नहीं लगी। वो मुझे पता है वो किन मानों में कह रहे हैं, आप गलत लेके जा रहे हैं उनको। ਉਹ ਸਿਰਫ ਤੁਹਾਨੂੰ ਤੇ ਮਤਲਬ ਉਹ सर ਕਿਹੜੀ ਗੱਲ सारियां ਜਿਹੜੀ नहीं पता ਤੁਹਾਨੂੰ है। ਪਤਾ ਉਹ ਤੁਸੀਂ ਦੂਜੇ ਨਹੀਂ मुखलिस, ਦੱਸ ਸਕਦੇ। मेरी गल सुनो, ਉਹ ਮੁਖਲਿਸ ਅਹਿਮਦੀ ਨੇ, ਸਿੰਪਲ ਜੀ ਗੱਲ ਹੈ, ਠੀਕ ਹੈ, ਉਹਦੇ ਚ ਉਹਨਾਂ ਤੇ ਇਲਜ਼ਾਮ ਨਾ ਲਾਓ, ਤੁਸੀਂ ਆਪਣੀ ਗੱਲ ਕਰੋ ਜੋ ਵੀ ਕਰ ਰਹੇ ਹੋ, उन पे इस तरह का इल्जाम ना लगाए, मेहरबानी है। ਇਹ ਟੋਨੀ ਸਾਹਿਬ ਤੇ ਇੱਕ ਨੇ ਨਾ मैं कह रहा हूँ कि जमाते अहमदिया का कोई बंदा भी उनकी, ਉਹ ਭਾਈ एक मिनट ਹੈਲੋ रुके, ਉਹ ਹੈਲੋ ਦੂਜੇ ਨੂੰ ਵੀ ਗੱਲ ਕਰ ਲੈਂਦੇ ਘਰ। आमिर नजीर साहब एक मिनट रुके, ਉਹ टोनी ਭਾਈ ਦੂਜੇ ਨੂੰ ਵੀ ਬੋਲ ਲੈਂਦੇ ਘਰ ਨਾ ਯਾਰ, ਆਵਾਜ਼ ਉੱਚੀ ਕਰ ਲੈਣ, ਉਹ ਆਵਾਜ਼ ਉੱਚੀ ਕਰ ਲੈਣ ਨਾਲ ਬੰਦਾ ਚੋਖਾ ਬੋਲ ਲੈਂਦਾ ਹੈ। ओ यार मैं नहीं ਚੋਖਾ उच्ची सच्चा करा, ਬੰਦਾ ਹੋ ਜਾਂਦਾ है। सुन तो ले, ताहिर भाई से ਉਹ पूछ ਹਰ रहा ਗੱਲ है, ਨੂੰ ਤੂੰ ਵਿੱਚੋਂ ਟੋਕੀ ਜਾਂਦਾ ਯਾਰ, आपने ਚੁੱਪ ਵੀ इल्जाम ਕਰ, लगाया ना, ਉਹ आप ਚੁੱਪ इल्जाम ਵੀ तो ਕਰ, क्लियर करने दे, ਉਹ चुप भी करना, चुप भी कर, दूजे ਨੂੰ भी बोल ਲੈਂਦੇ, ਉਹ चुप भी कर। आमिर भाई मैं आपकी बड़ी ਉਹ रिस्पेक्ट ਜੀਬ करता ਮੂੰਹ हूँ। ਚ ਰੱਖ, ਉਹ ਜੀਬ ਮੂੰਹ ਚ ਰੱਖ ਇੱਕ अच्छा ਮਿੰਟ। बात तो सुन ले, ਉਹ इस ਤੂੰ तरह ਹਰ बात ਵਾਰੀ ਹਰ ਫਿਕਰੇ ਨੂੰ ਟੋਕ ਦੇਣਾ। ਸਬਰ ਕਰ ਲਓ ਨਾ, ਕੀ ਹੋ ਕਿਹੜਾ ਤਰੀਕਾ ਤੇਰਾ ਗੱਲ ਕਰਨ ਦਾ? आमिर भाई ऐसे बुरी बात है। ਉਹ ਭਾਈ ਉਹ ਭਾਈ ਤੂੰ ਚੁੱਪ ਕਰਨਾ ਭਾਈ, ਤੇਰੀ ਸਪੀਡ ਬਹੁਤੀ ਹੈ ਮੇਰੇ ਨਾਲੋਂ, ਮੇਰੇ ਨਾਲ ਤੇਰੀ ਸਪੀਡ ਭਾਈ ਬਹੁਤੀ ਹੈ। मुझे पता अपने आप ਨੂੰ ਹੁਸ਼ਿਆਰ ਸਮਝਣ ਲੱਗ ਪਿਆ ਹੈ, ਐਨੀ ਤੇਰੀ ਸਪੀਡ ਹੋ ਗਈ ਹੈ। आप ज्यादा चर्ब जुबान है, ਇੱਕ ਵਾਰੀ मुझे ਬੰਦਾ पता है ਗੱਲ आपका ਕਰਦਾ सर ਹੈ है, ਉਹਨੂੰ मुझे ਟੋਕਦਾ पता ਹੈ, है ਦੂਜੀ आपका। ਵਾਰੀ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਬੰਦਾ ਬੋਲਦਾ ਮੈਨੂੰ ਟੋਕ ਦੇਣਾ। ਇਹ ਦੋ ਫਿਕਰੇ ਬੋਲਦਾ लो जी ਮੈਨੂੰ ਟੋਕ बदतमीजी ਦੇਣਾ, ਮੈਂ ਇੱਕ स्टार्ट हो ਫਿਕਰੇ ਬੋਲਦਾ ਮੈਨੂੰ गई, ਟੋਕ ਦੇਣਾ। बदतमीजी स्टार्ट हो गई। ਬੰਦੇ ਨੂੰ ਆਪਣੇ ਆਪ ਨੂੰ ਕੋਈ ਅਹਿਸਾਸ ਕਰ ਲੈਣਾ ਚਾਹੀਦਾ ਨਾ ਕਿ ਮੈਂ ਉਹਨੂੰ ਵੀ ਗੱਲ ਕਰ ਲੈਣ ਦਵਾਂ ਵਿੱਚ, ਉਹਨੂੰ ਵੀ ਗੱਲ ਕਰ ਲੈਣ ਦਵਾਂ, ਮੈਂ ਇਕੱਲਾ ਹੀ ਨਾ ਬੋਲੀ ਜਾਵਾਂ। अच्छा करे बात, बदतमीजी नहीं करते, बात करें। ਉਹ ਬਦਤਮੀਜ਼ੀ ਤਾਂ ਤੂੰ ਕਰਨ ਲੱਗਿਆ, ਤੂੰ ਆ ਰਿਹਾ ਕੋਈ ਫਿਕਰਾ ਮੇਰਾ ਮੁਕੰਮਲ ਹੋਣ ਨਹੀਂ ਦਿੱਤਾ। ਤੂੰ ਮੇਰੇ ਅੱਧੀ ਉਮਰ ਦਾ ਹੈ, ਤੂੰ ਮੇਰੀ ਅੱਧੀ ਉਮਰ ਦਾ ਹੈ ਤੇ ਤੂੰ ਮੇਰਾ ਕੋਈ ਫਿਕਰਾ ਮੁਕੰਮਲ ਨਹੀਂ ਹੋਣ ਦਿੱਤਾ। ਤੇ ਤੈਨੂੰ इतनी उम्र के बावजूद आप इस तरह की बातें कर रहे हैं, ਤੈਨੂੰ अफसोस की ਅਹਿਸਾਸ बात ਵੀ है। ਨਹੀਂ ਪਿਆ ਹੁੰਦਾ ਕਿ ਗੱਲ ਇਸ ਤਰ੍ਹਾਂ ਨਹੀਂ ਕਰੀਦੀ ਕਿਸੇ ਬੰਦੇ ਨਾਲ। आमिर ਇਸ साहब ਤਰ੍ਹਾਂ ਇਹ ਹੀ ਬਦਤਮੀਜ਼ੀ ਹੁੰਦੀ ਏ, ਇਹ ਹੀ मैं नहीं ਬਦਤਮੀਜ਼ੀ ਹੁੰਦੀ बदतमीजी ਹੈ। अगला कर एक रहा, ये ਫਿਕਰਾ ਬੋਲੇ आपका- ये ਉਹਨੂੰ आप- ਠੋਕ ਦਿਓ, दूसरा आपके ਫਿਕਰਾ अकीदे ਬੋਲੇ के ਉਹਨੂੰ ठोक खिलाफ ਦਿਓ, कोई बात तीसरा आज आप ਫਿਕਰਾ ਬੋਲੇ ਉਹਨੂੰ बदतमीजी कहने ठोक लग ਦਿਓ। ਇਹ जाते उसको। ਬਦਤਮੀਜ਼ੀ ਹੁੰਦੀ ਏ। ਇਸ ਬਦਤਮੀਜ਼ੀ ਤੋਂ ਬਾਜ਼ ਆਓ, ਵਾਰੀ ਨਾਲ ਗੱਲ ਕਰੋ। ਮੈਂ ਮਿਊਟ ਕਰਨਾ, ਤੁਸੀਂ ਗੱਲ ਕਰ ਲਓ, ਜਿਸ ਵੇਲੇ ਮੈਂ ਬੋਲਾਂ ਵਿੱਚ ਨਾ ਬੋਲਣਾ, ਮੈਨੂੰ ਟੋਕਣਾ ਨਾ ਬਸ। हाँ जी, मैं कह रहा हूं, ताहिर भाई माइक अनम्यूट करे। जी जी
حضرت مسیح علیہ السلام نے اپنے آپ کو کہا ہے کہ میں ایک پہلے سے نبی اور ایک پہلے سے امتی نبی ہوں؟ بے شک کہا ہے ایک اس پہلو بات پہ سے آپ یقین امتی رکھتے اور ہیں؟ اس بات پہ آپ کا یقین ہے؟ 100% بس ہمیشہ ٹھیک ہے، رہا ہے، ہمیشہ رہے گا۔ چلے جزاک اللہ واسم جزا۔ لے عامر نذیر صاحب آپ بات کریں۔ ਅੱਛਾ ਵੀ ਮੈਂ ਇਹ ਗੁਜ਼ਾਰਿਸ਼ ਕਰ ਰਿਹਾ ਸੀ ਕਿ ਜਦੋਂ ਮਿਰਜ਼ਾ ਸਾਹਿਬ ਨੇ ਇਨਕਾਰ ਕੀਤਾ ਹੈ ਦਾਅਵਾ ਨਬੂਵਤ ਤੋਂ, ਉਸ ਦਾਅਵਾ ਨਬੂਵਤ ਦਾ ਇਨਕਾਰ ਇੰਨਾ ਸ਼ਦੀਦ ਹੈ ਔਰ ਇੰਨਾ ਸਾਫ਼ ਹੈ, ਕਲੈਰਿਟੀ ਦੇ ਨਾਲ ਹੈ ਕਿ ਨਾ ਸਿਰਫ ਇੱਕ ਬਲਕਿ ਹਜ਼ਾਰਾਂ ਬੰਦੇ ਨੇ ਲਾਹੌਰੀ ਜਮਾਤ ਦੇ, ਉਹ ਸਾਰੇ ਇਸ ਤਹਿਰੀਰ ਨੂੰ ਪੜ੍ਹਦੇ ਨੇ, ਉਹ ਇਸ ਗਲਤੀ ਦਾ ਜ਼ਾਲਾ ਵਿੱਚੋਂ ਹੀ ਉਹ ਆਪਣੀ ਦਲੀਲ ਪੜ੍ਹਦੇ ਨੇ। ਉਹ ਕਹਿੰਦੇ ਨੇ ਮਿਰਜ਼ਾ ਸਾਹਿਬ ਨੇ ਨਬੂਵਤ ਦੇ ਦਾਅਵੇ ਦਾ ਇਨਕਾਰ ਕੀਤਾ ਹੈ। ਨਬੂਵਤ ਦੇ ਦਾਅਵੇ ਦਾ ਇਨਕਾਰ ਕਰਕੇ ਅੱਗੇ ਉਹਨਾਂ ਨੇ ਆਪਣੀ ਵਜ਼ਾਹਤ ਕੀਤੀ ਹੈ ਕਿ ਜਿਹੜੀ ਗੱਲ ਤੂੰ ਮੈਂ ਕਹਿਣਾ ਵਾਂ ਕਿ ਮੈਂ ਨਬੀ ਔਰ ਰਸੂਲ ਹਾਂ, ਉਹ ਇਹ ਗੱਲ ਹੈ, ਉਹ ਮੇਰਾ ਜ਼ਾਤੀ ਨਫਸ ਉਹਦੇ ਵਿੱਚ ਸ਼ਾਮਲ ਨਹੀਂ, ਮੇਰਾ ਨਬੂਵਤ ਦਾ ਦਾਅਵਾ ਨਹੀਂ, ਉਹ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਚੀਜ਼ ਹੈ ਤੇ ਨਬੀ ਪਾਕ ਵਾਲੀ ਟੁਰ ਗਈ। ਮੇਰਾ ਤੇ ਵਿੱਚ ਕੋਈ ਵਜੂਦ ਹੀ ਨਹੀਂ ਹੈ, ਮੇਰਾ ਤਾਂ ਜ਼ਿਕਰ ਹੀ ਨਹੀਂ ਹੈ ਵਿੱਚ। ਤੁਹਾਡੀ ਇਹ ਗੱਲ درست ہے۔ جزاک اللہ ہے جو گل ٹوری۔ عامر بھائی بات یہ ہے کہ اپنے اپنے فہم کی بات ہوتی ہے، لاہوری بھی آپ کے ساتھ ہی ہے نا، وہ 3 بنا 13 میں ہم ان کی ڈسکشن نہیں کر رہے ہیں۔ آپ نے طاہر بھائی پہ الزام لگایا، میں نے آپ کو کلیئر کر دیا کہ وہ مانتے ہیں نبی۔ پہلی بات یہ ہے کہ اس سے آپ معذرت کریں کہ غلط بات ہے۔ دوسری بات یہ، اگر جب 1 منٹ میوٹ کریے گا، معذرت کوئی نہیں کرنے کی ضرورت، ہم بیٹھے ہوئے ٹھیک کوئی ہے۔ میں کہ ٹونی بھائی دا بیان سن لیا موسیٰ صاحب، سن لیا انہوں دا بیان؟ ہاں جی سن لیے، کی کیا انہوں نے کہ جو نبی بھی کیا سنی صاحب، کہ نبوت دا دعویٰ ہے؟ نبی اور ایک پہلو سے امت، ایک پہلو نہیں نہیں، وہ لاہوریہ کے بارے میں انہوں نے کہا ہے، جو بھی کہا ہے میں بتا رہا ہوں آپ کو۔ لیکن کیا ایک کہنا ہے کہ نبوت جاری ہے اور مرزا صاحب نبی نے، ٹھیک ہے گل؟ یہ ہاں ختم جی ٹھیک نبوت ہے، ہے؟ ٹھیک ہے، جاری ہے۔ پوچھو ٹونی بھائی نو، یہ گل ٹھیک ہے؟ نبوت نہیں، نبوت جاری ہے تو وہ نبوت محمدی ہے جو جاری ہے۔ نبوت ختم ہے تو حقیقی نبوت جو آدم صفی اللہ سے شروع ہوئی اور محمد مصطفیٰ صلی اللہ علیہ وآلہ وسلم پر آ کر ختم ہوئی، اب تا قیامت نبوت محمدی چلے گی، اور اس کے بعد نہ کوئی جدید نہ کوئی قدیم نبی حقیقی معنوں سے روح سے آ سکتا ہے۔ نبوت بکلی بند ہے، کلی بات جز صرف ایک کھڑکی کھلی ہے جو سیرت صدیقی کی ہے، جس کا معنی ہے فنا فی الرسول، جس میں اپنا نفس شامل نہیں ہے۔ ہاں جی حسین صاحب میں ایگری کر رہا ہوں اس بات سے، ٹونی بھائی کی ایک ایک لفظ سے ایگری کر رہا ہوں میں، اس میں انہوں نے کوئی غلط بات نہیں کی۔ یہ ہم سمجھ بھی آ گیا کہ نبوت سمجھ یہ آیا ہے، حسینی صاحب سمجھ یہ آیا ہے کہ تیرے ہی فیض سے ہے نبوت کا در کھلا، سمپل سی بات ہے۔ وہ بزرگو انہوں دی گل تسی نہیں سمجھے، تسی یہ کہندے ہو مرزا صاحب نبی نے اور نبوت بند نہیں ہے، ٹھیک ہے گل موسیٰ صاحب؟ حسینی بھائی جس طرح انہوں نے طاہر بھائی نے بتایا آپ نہیں سمجھے، میں تو سمجھ گیا اس بات کو لے کے، وہ اتنے انہوں نے ہن چھڈ دیو، تسی یہ دسو بھی نبوت جاری ہے؟ بتا تو رہا ہوں کہ محمد کی نبوت ہے اور وہ اور قیامت تک نبوت رہے گی۔ جاری ہے، نبوت ہاں جاری جی ہاں جی نبوت جاری ہے، جاری کہہ تو ہے، رہا ہوں کتنی بار کہو جاری ہے، لیکن وہ نبوت نبوت جو نبی، او سن یار تو نہ لے اس حسینی طرح بھائی، نہیں حرکتیں کرو، نبوت جاری ہے۔ بھی بات کریے۔ نبوت محمدی جاری ہے۔ یار موسیٰ صاحب اور دوسرے تسی کنہاں نو اپنا پڑھیا نو پڑھاندے پے ہو؟ کوئی فائدہ ہے اس چیز دا؟ وہ آپ کو پساتے ہیں، انہوں نے آپ کو کافر کہنا ہی ہے، انہوں نے یہ کہنا ہی کہنا ہے کہ نبوت میں ڈاکہ مارا ہے قادیانیوں نے۔ جو بات آپ سمجھانے کی کوشش کر رہے ہیں وہ کبھی نہیں سمجھنی انہوں نے کہ کون سی نبوت جاری ہے۔ وہ ایک طرف کہتے ہیں کہ نبی کریم صلی اللہ علیہ وسلم خاتم النبیین ہیں، ان کے فیض کے چشمے جاری ہیں، دوسروں پہ سے کہتے ہیں سب خشک ہو گیا۔ لیکن جمیل صاحب جی تواڈے کول 100 روپیہ ہوئے تے ڈاکو پے جان تے 100 روپیہ لے جان، تے مطلب تواڈے کول تے نہ رہی نہ وہ گل ہے نہ بس ان کا جی مقصد آپ نبوت سمجھ ڈاکہ بس پے گیا تو مطلب غیر احمدیوں کول ہن کچھ نہیں رہ گیا، نبوت کوئی نہیں ہے نا۔ لیکن تسی السلام انہوں علیکم، نے میں صرف ایک چھوٹی سی بات کر کے پھر میں نوٹ نکالوں گا۔ یار یہ کیا بات ہے؟ کوئی بات بندہ کر رہا نال ہی چھوٹی سی بات آ جاتی ہے کسی نو بھی وچ، چلو حالانکہ کر لو۔ مہربانی۔ بات یہ ہے کہ آپ جس دن یہ لوگ سارے یہ بات سمجھ جائیں گے تو ان بیچاروں کے کاروبار بند ہوتے ہیں۔ ہمیں نہیں پتا کہ نبی کریم صلی اللہ علیہ وسلم جن کا فیض قیامت تک جاری ہے
وہ خاتم النبیین خاتم المرسلین رحمت للعالمین حضرت مسیح موعود نے جگہ جگہ پہ کہا کہ کیا میں دائرہ اسلام سے خارج ہوں نبوت کا دعویٰ کر کے؟ نبی کریم ہمارے آقا مولا محمد رسول اللہ کے بعد بکلی بند ہو گئی اور وہی نبوت بھی تو بکلی منقطع ہو گئی. ابھی سانو نہیں سمجھ آندی کہ کی انہاں نو سمجھائی. وہ کہندے نبی دا لفظ نہ لو اور انہاں کی کرنٹ پیندا ہے. اور نبی کا مطلب مکالمہ مخاطبہ الہی ہے اور وہ حضرت مسیح موعود کا دعویٰ کہ ہاں خدا مجھ سے ہم کلام ہوتا ہے. اس وجہ سے مجھے میرا نام خدا نے نبی اور رسول رکھا. اگر آپ کہیں کہ رسول اللہ کی نبوت میں ڈاکہ پڑ گیا، انہوں نے کہا جی ریپلیسمنٹ ہوں میں رسول اللہ کی، نعوذ باللہ، اور ابھی ایک نیا مذہب میں لے آیا ہوں اور قرآن نعوذ باللہ منسوخ ہو چکا ہے، جیسے پہلے آسمانی کتابیں منسوخ ہو گئی تھی. ابھی 5 نمازاں دی بجائے 2 پڑھیا کرو تے روزے رکھن دی ضرورت ہی کوئی نہیں تے تمالا پاؤ، تو پھر تو ٹھیک ہے. اگر وہ کہتے ہیں کہ میں تو کوئی نئی چیز لایا ہی نہیں ہوں، وہی محمد رسول اللہ کی شریعت ہے، وہی پیغام ہے، وہی قرآن ہے، میں تو صرف تخم ریزی کرنے آیا ہوں کہ جو تم بھول گئے تمہیں یاد کروانے آیا ہوں، اور آسمان سے وہ تازہ پانی برستا رہے گا ہمیشہ قیامت تک. یہی رسول اللہ کی نبوت کی وہ خصوصیت ہے. بس اس چیز کو سمجھ لو، باقی بحثیں بابس ہیں. جی آپ بات کر لیں. اور حسینی بھائی تہاڈے نال مکالمہ کرنے میں تہاڈ کنیاں آوازاں مارتے رہے، کتنے بہت سست ہو گئے تسی یار. میں کہندا رہا حسینی بھائی نذیر صاحب نو موقع دے دو، میں انہوں نے میں صرف چھوٹی سی گل کرنی ہے. عامر نذیر صاحب نے یہ الزام لگایا ہے کہ جماعت احمدیہ لاہور اقدس مسیح علیہ السلام کو نبی نہیں مانتی. یہ اپنا ریکارڈ درست کر لیں. اقدس مسیح موعود علیہ السلام کی وفات 26 مئی 1908 کو ہوئی. 26 مئی 1908 تک جتنے بھی کابرین جماعت احمدیہ لاہور ہیں وہی عقیدہ رکھتے تھے جو اقدس مسیح موعود علیہ السلام کی زندگی میں تھا، جو آپ نے دعویٰ کیا تھا. اس کے بعد اگر انہوں نے کوئی تبدیلی کی ہے تو ہم جواب دہ نہیں ہیں. اگر 26 مئی 1908 سے پہلے کا لاہوری جماعت کے کابرین کا کوئی ایسا بیان ہے کہ ہم مرزا صاحب کو نبی نہیں مانتے، سامنے آنا چاہیے. 26 مئی 1908 کی وفات کے بعد اگر وہ تبدیلی کرتے ہیں تو ہم جواب دہ نہیں ہیں. ہم جواب دہ ہیں اقدس مسیح موعود علیہ السلام کی زندگی تک ان کا کوئی دعویٰ نہیں تھا کہ وہ نبی نہیں ہے. وہ وہی دعویٰ تھا جو اقدس مسیح علیہ السلام کا جو بھی دعوے تھے مینو ان، وہ ان کا پورا ایمان تھا. اگر بعد میں تبدیلی ہوئی ہے تو وہ ہم جواب دہ نہیں ہیں. جزاکم اللہ. حسینی بھائی پھر غائب ہو جاندے ہیں. کون لوگ ہو تسی ہوئے؟ ہاں جی تجدید کریں. جی جی میں تو تانوں میں مکالمہ اسی پہلے کردے ہوندے سی، کافی دیر پہلے وہ کافی دیر تک منقطع ہو گیا سی. جی تواڈے کول 2-3 سوال. ذل دی فی ذاتے ہی کوئی حقیقت ہوندی؟ ہاں جی ذل دی فی ذاتے ہی کوئی حقیقت ہوندی؟ کوئی نہیں، بروز دی فی ذاتے ہی کوئی حقیقت ہوندی؟ کوئی نہیں. اگر کوئی شک رہ جائے تو پھر اگر کوئی اے کہہ دے کہ غیر حقیقی تو او دے کوئی حقیقت رہ جاندی؟ غیر حقیقی جڑا ہوندا ہے وہ حقیقی نہیں ہوندا. حقیقی اگر کوئی مجازی کہے تو او حقیقی ہو سکتا؟ حقیقی نہیں ہوندا، کچھ بھی نہیں ہوندا، مجاز ہوندا ہے. اگر عکسی کوئی کہے عکسی وہ بھی غیر او حقیقی، حقیقی ہو سکتا؟ وہ بھی غیر حقیقی، اگر کوئی غیر مستقل کہے، وہ بھی مستقل نہیں ہوندا، غیر حقیقی ہوندا. اچھا پھر اگر ایدے وچ بھی کسی نو کوئی شبہ رہ جائے تو کوئی اینو وضاحت اے کہے کہ ذلی، بروزی، غیر حقیقی، مجازی رنگ میں، عکسی رنگ میں، او دا پھر خلاصہ کر دے یعنی فنا فی رسول اور اس میں میرا نفس شامل نہیں، تو کس قسم دا ابہام باقی رہ جانا چاہیے؟ کچھ بھی نہیں. پھر انہوں مطلب صرف نبی کہنا مناسب نہیں. بالکل. میرا موقف ہمیشہ یہی رہا ہے کہ بے شک حضرت اقدس مسیح موسیٰ موعود صاحب علیہ سمجھ السلام، نوٹ کر لو جڑا ہن ٹونی بھائی نے سمجھائی ہے گل. میں صرف یہ عرض کرنا چاہتا ہوں کہ بے شک حضرت اقدس مسیح موعود علیہ السلام نے ایک غلطی کا ازالے میں فرمایا ہے کہ محض انکار درست نہیں ہے. یہ بات درست ہے، یہ لکھ لینی چاہیے، اور ہر احمدی کو چاہیے کہ کبھی بھی وہ محض انکار نہ کرے.
लेकिन इसके साथ साथ ही इसी किताब का आखिर में जो खुलासा बयान फरमाया है, वो जाहिल मुखालफ मुझ पर इल्ज़ाम लगाते हैं कि ये नबूवत और रिसालत का दावेदार, मेरा ऐसा कोई दावा नहीं। ये बात इस चीज़ का मुतकाजी है कि महज इकरार से परहेज़ किया जाए, लिहाजा महज इनकार भी दुरुस्त नहीं है, महज इकरार गैर ज़रूरी है, मुज़िर है। और इसके बैन इसमें सिर्फ ये देखना चाहिए कि उन्होंने क्या फरमाया है कि मुझे ज़िल्ली तौर पर, बरूज़ी तौर पर, और उसका खुलासा यानी फ़िना फिर रसूल होकर ये मकाम मिला है। वाज़ेह हकीकत है, नबूवत जारी है, बेशक जारी है, लेकिन ये नबूवत मुहम्मदी है, वो सिराज मुनीर है। और जब सूरज चढ़ चुका हो तो फिर मोमबत्तियां, दीवे या लालटेनें जलाने की ज़रूरत नहीं होती। इतनी सी बात है। ਹੁਣ ਸਮਝ ਆਈ ਹੈ मूसा साहब किधर गए हो मूसा साहब? ਨਹੀਂ ਮੂਸਾ ਸਾਹਿਬ ਨੂੰ ਸਮਝ ਆਈ ਹੈ ਨਹੀਂ ਆਈ, ਤੁਸੀਂ ਆਪਣੇ ਵੀ ਜਿਹੜੇ ਤੁਹਾਡੇ ਅੱਖਾਂ ਦੇ ਟੋਟੇ ਨੇ ਉਹਨਾਂ ਨੂੰ ਪੁੱਛੋ ਕਿ ਅਸਮਾਨ ਤੋਂ ਨਬੀ ਉਤਰੇਗਾ ਕਿ ਨਹੀਂ। ਉਹਨਾਂ ਨੂੰ ਨਹੀਂ ਪੁੱਛਦੇ ਸਮਝ ਆਈ ਹੈ ਕਿ ਨਹੀਂ, ਨਹੀਂ ਪੁੱਛ ਜਾਂਦੇ ਹੋ ਨਾ, ਅਸੀਂ ਕੋ ਡੋਰੇ ਆ। ਹਾਂਜੀ ਯਾਰ ਜਮੀਲ ਭਾਈ, ਹਕੀਕਤ ਹੈ ਵੇ ਨਾ, ਅਸੀਂ ਕੋ ਡੋਰੇ ਆ, ਸਾਨੂੰ ਤੇ ਪਤਾ, ਸਾਨੂੰ ਤੇ ਆ ਜਾਂਦੀ ਹੈ ਸਮਝ ਫੌਰਨ ਹੀ। लेकिन तुसी ਉਹਨਾਂ ਨੂੰ ਨਹੀਂ ਸਮਝਾਉਂਦੇ ਜਿਹੜੇ ਕਹਿੰਦੇ ਨੇ कि आना जी कि नबी ने अल्हम्दुलिल्लाह ऊपर बैठे हुए 2000 साल से आएंगे और हकम और अदल होंगे और मक्के में आएंगे और उनके बालों से पानी के कतरे गिर रहे होंगे और उसके बाद मेहदी को कहेंगे कि नमाज पढ़ाओ जी क्योंकि मैनू नहीं आती। और फिर एक नहीं, दो नहीं, तीन नहीं, चार नबी, इदरीस अलैहिस्सलाम, इलियास अलैहिस्सलाम, खजर अलैहिस्सलाम, ईसा अलैहिस्सलाम, चार नबी दो जमीन ते मौजूद ने। इन्हां कोल पुछो, ये अकीदा रखते ने कि खजर जेड़े ने वो भटके होने की रहनुमाई करते ने, नहीं हैगा अकीदा। नज़ूल दा अकीदा ते कुरान करीम बयान ही नहीं ना करदा। नहीं ओ भाई, असी कदों कहने कि गैर अहमदियां दा कुरान नाल कोई लैण देण है? कुरान दा की ताल्लुक होया? ये ते खुद साख्ता जेड़े अकीदे ते खत्म नबूवत दे मुनकर ने। इस वास्ते ते असी खुल के किस तरह कहिए कि अहले हदीस, देवबंदी, बरेलवी ये सारे मुनकरीन खत्म नबूवत ने। क्यों? क्योंकि हज़रत इदरीस अलैहिस्सलाम, हज़रत इलियास अलैहिस्सलाम, हज़रत खजर अलैहिस्सलाम और हज़रत ईसा अलैहिस्सलाम नू दो नू आसमान दे उत्ते बिठाया होया है, दो नू ज़मीन दे उत्ते। ला के काली चादर दूसरे दे उत्ते सट्टण दी कोशिश कर रहे हो, इंज ना करो। नहीं, चादर नहीं, चादर पा के, काली चादर पा के उत्ते बांदर किला खेडण नू दिल करदा है। क्यों जमील साहब? बांदर किले खेड रहे हो ना, गल सिंपल तो इतनी है। गल है कि हुसैनी साहब हो या वो अहमद साहब आते हैं ना, वो कहते हैं गल्ला ना करो, तुसी मिर्जा साहब दी नबूवत नु साबित करो। हाँ बिल्कुल, ये जमीन में वाकई मैं ये कहता हूं, वो देखो ना हुसैनी साहब ने तानु फौरन कह देता है कि तुसी है अपनी मुसीबत दूजे दे गले ना पाओ। तुसी जवाब दियो बांदर किला, ਅਸੀਂ ਤੁਹਾਡੀ ਕਹਿਣਾ, ਅਸੀਂ ਤੁਹਾਡੀ ਟੂਈ ਤੇ ਗਤਕਾ ਖੇਡਣਾ ਹੈ। ਉਹ ਬਿਲकुल ਤੁਹਾਡੀ ਐਸੀ ਦੀ ਤੈਸੀ ਹੈ। ਵਾਹ ਹੁਸੈਨੀ ਸਾਹਿਬ, ਦਿਲ ਕਰਦਾ ਤੁਸੀਂ ਮੇਰੇ ਸਾਹਮਣੇ ਹੋ ਤੇ ਮੈਂ ਤੁਹਾਡੀਆਂ ਚੁੰਮੀਆਂ ਲਵਾਂ, ਅੱਲਾ ਦੀ ਕਸਮ। ਹਾਂ, ਅਸੀਂ ਇਹਨਾਂ ਨੂੰ ਕਹਿੰਦੇ ਆ, ਤੋਤਿਆ ਮਨਮੋਤਿਆ ਤੂੰ ਐਸ ਬਾਗ ਨਾ ਆ, ਐਸ ਬਾਗ ਦੇ ਮਾਲੀ ਡਾਢੇ ਲੈਂਦੇ ਲੰਮੇ ਪਾ। ਸਾਡੇ ਨਾਲ ਆਓਗੇ ਅਸੀਂ ਤੇ ਸਿੱਧੀ ਸਵਾਰੀ ਗੱਲ ਕਰਾਂਗੇ। ਤੁਹਾਡੀ ਐਸੀ ਦੀ ਤੈਸੀ ਮੁਨਕਰੀਨ ਖਤਮੇ ਨਬੂਵਤ ਤੁਸੀਂ। ਖਤਮੇ ਨਬੂਵਤ ਸਮਝਣ ਦੀ ਬਜਾਏ ਤੁਹਾਡੀ ਐਸੀ ਦੀ ਤੈਸੀ ਸਮਝਣਾ ਜਿਹੜਾ ਇਹ ਜ਼ਿਆਦਾ ਬਿਹਤਰ ਹੈ। ਇਹ ਗੱਲ ਤੁਹਾਨੂੰ ਸ਼ੁਕਰ ਹੈ ਸਮਝ ਆ ਹੀ ਗਈ ਹੈ, ਹਾਲਾਂਕਿ ਪਤਾ ਨਹੀਂ ਦਿਲੋਂ ਕਹਿ ਰਹੇ ਹੋ ਜਾਂ ਉੱਤੋਂ ਕਹਿ ਰਹੇ ਹੋ। ਇਹਨਾਂ ਦਾ ਇਲਾਜ ਹੀ ਹੈ। 130 ਸਾਲ ਤੋਂ ਇਹਨਾਂ ਨੇ ਮੁਨਾਫਕਤ ਕਰ ਕਰਕੇ ਆਪਣੇ ਖਤਮੇ ਨਬੂਵਤ ਦੇ ਨਾਰੇ ਲਾ ਕੇ, ਅਜਰਾਏ ਨਬੂਵਤ ਦੇ ਕਾਇਦ ਰੱਖ ਕੇ ਮਜ਼ਹਬ ਨੂੰ ਇੱਕ ਮਜ਼ਾਕ ਬਣਾ ਰੱਖਿਆ। ਨਾ ਕੁਰਾਨ ਨਾਲ ਤਾਲੁਕ ਹੈ, ਨਾ ਇਸਲਾਮ ਨਾਲ ਤਾਲੁਕ ਹੈ। ਇਹਨਾਂ ਦੇ ਉਹ ਇਸਲਾਮ ਨੂੰ ਇੱਕ ਜਾਗੀਰ ਦੇ ਤੌਰ ਤੇ ਇਸਤੇਮਾਲ ਕਰਕੇ ਉੱਤੇ ਹਮਲੇ ਹੋ ਰਹੇ ਨੇ। ਜੇ ਤੁਹਾਡੇ ਤੇ ਆਪਕੀ ਹਮਲਾ ਹੋਇਆ, नहीं, ये अगर मेरे ते हमले होने बंद हो जान तो मैं बिल्कुल बंद कर दूं। मेरे करने की जरूरत कोई नहीं, जितनी हाय हाय तुसी अच्छा वकीले सफाई मौजूद ने, वकीले आला ने, ठीक है आज ਤੁਹਾਡਾ ਬਣਦਾ ਵੀ ਕਹਿਣਾ। ਮੇਰੀ ਸਾਰੀ ਗੱਲ ਦੇ ਵਿੱਚ ਇਹਨਾਂ ਦਾ ਤੇ ਉਹਨਾਂ ਦਾ ਤੇ ਜ਼ਿਕਰ ਕੋਈ ਵੀ ਨਹੀਂ ਹੈ ਕਿਧਰ। ਮੈਂ ਤੇ ਕਿਸੇ ਫਰੀਕ ਦੇ ਉੱਤੇ ਵੀ ਕੋਈ ਹਮਲਾ ਨਹੀਂ। ਸਾਨੂੰ ਨਿਆਣਾ ਸਮਝਿਆ ਤੁਸੀਂ। ਹਜ਼ਰਤ ਅਕਦਸ ਮਸੀਹ ਮਊਦ अलैहिस्सलाम
ਔਰ ਉਹਨਾਂ ਦੀ ਜਮਾਤ ਅਹਿਮਦੀਆ ਔਰ ਸਾਡੇ ਖੁਲਫਾ ਉਹਨਾਂ ਦਾ ਹਵਾਲਾ ਨਾ ਦਿਓ, ਹਫਤਾ ਕੱਢ ਕੇ ਵਿਖਾ ਦਿਓ। ਤੁਹਾਡੇ ਉੱਤੇ ਜਿਹੜੀ ਸੋਤੀ ਜਿਹੜੀ ਨਾ ਮੌਤ ਵਾਕਿਆ ਹੋ ਜਾਂਦੀ ਗੈਰ ਅਹਿਮਦੀਆ ਤੇ। ਇੱਕ ਹਫਤਾ ਜਿਹੜਾ ਨਾ ਇਹਨਾਂ ਸਾਡੇ ਬਾਰੇ ਤੁਸੀਂ ਗੱਲ ਹੀ ਨਾ ਕਰੋ, ਸਾਨੂੰ ਛੁੱਟੀ ਦੇ ਦਿਓ, ਤੁਹਾਡਾ ਆਪਣਾ ਅੰਦਰ ਪੇਟਾ ਸਾਰਾ ਬਾਹਰ ਆ ਜਾਂਦਾ। ਗਾਲਾਂ ਨਾ ਕੱਢ ਲਓ, ਤੁਸੀਂ ਕੋਈ ਮਸਲਾ ਸਮਝ ਨਹੀਂ ਸਕਦੇ। ਇਹਦਾ ਪਤਾ ਅਸਤਗਫੁਰullah, ਮੈਂ ਲਾਨਤ ਭੇਜਦਾ ਗਾਲਾਂ ਕੱਢਣ ਵਾਲੇ। ਦੇਖੋ ਹੁਸੈਨੀ ਭਾਈ ਬੋਹਤਾਨ ਲਗਾਣਾ ਜਿਹੜਾ ਨਾ ਇੱਕ ਤੁਹਾਡਾ ਕੋਈ ਲਫ਼ਜ਼ ਸਵਾਏ ਗਾਲ ਦੇ, ਸਵਾਏ ਕਿਸੇ ਬੁਰੇ ਲਫ਼ਜ਼ ਦੇ, ਉਹਦੇ ਸਵਾਦ ਤੁਹਾਡੀ ਕੋਈ ਸਟੇਟਮੈਂਟ ਪੂਰੀ ਨਹੀਂ ਹੁੰਦੀ। हुसैनी साहब, ਇਹ ਤੁਸੀਂ ਮੇਰੇ ਤੇ ਬੋਹਤਾਨ ਲਗਾ ਰਹੇ ਹੋ, ਇਹ हुसैनी साहब, ਝੂਠ बोल रहे हो। हुसैनी साहब यार, हुसैनी साहब सुन रहे हैं? आपसे कई दफा गुजारिश की है कि ये एक बंदा है नीचे रख जान, अगर तो आपको ये बहुत प्यारा है तो ठीक है, अदरवाइज इसको काइंडली ब्लॉक कर दे, क्योंकि ये बहुत ही इसके मुंह से कंटिन्यूसली टट्टी निकलती है, गंद बकता है। अगर तो ये आपका चहेता है या आमिर नजीर साहब का तो फिर ठीक है, हम कुछ भी नहीं पढ़ सकते किसी का भी, लेकिन ये कंटिन्यूसली गंद और गलाजत भोंकता है, ऐसा गंदा लानती इंसान है। आप देख ले कि ये क्या क्या लिख रहा है, बगैर वजह से कल्ला ही भौंकदा रहिंदा, पता नहीं इन्हू की हो गया बेचारे नू, इन्हू केड़ा डंग मारिया किसी अहमदी ने कि समझ नहीं आंदी कि केड़ी इहदी इज्जत लुट ली है, बेचारा पिटदा रहिंदा पिछे हाथ रख के। यार मेरे ते हुसैनी भाई ने एक इल्ज़ाम लगाया, बल्कि मैं समझना बोहतान लगाया। हुसैनी भाई जरा मैं ਉਹਨਾਂ ਦੇ ਨਾ ਮੈਂ ਕਾਗਜ਼ ਪੈਨਸਲ ਲੈਣਾ, ਉਹ ਨਾ ਤਿੰਨ ਜਿਹੜੀਆਂ ਮੇਰੀ ਸਭ ਤੋਂ ਵੱਡੀਆਂ ਗਾਲਾਂ ਕੱਢੀਆਂ ਨੇ ਔਰ ਕਿਹਨੂੰ ਕੱਢੀਆਂ ਨੇ, ਮੈਂ ਬਜ਼ੁਰਗਾਂ ਦੇ ਨਾਮ ਲਿਖ ਕੇ ਤੇ ਉਹ ਗਾਲ ਲਿਖ ਕੇ ਨਾ ਉਹ ਮੈਂ ਆਪਣੀ ਇਸਲਾਹ ਕਰਨਾ ਚਾਹਨਾ। ਉਮੀਦ ਹੈ ਤੁਸੀਂ ਮੇਰੇ ਤੇ ਸਿਰਫ ਬੋਹਤਾਨ ਨਹੀਂ ਲਗਾਇਆ ਹੋਗਾ, ਤੁਸੀਂ ਕੀ ਗੱਲ ਕੀਤੀ। ਉਹ ਟੋਨੀ ਭਾਈ ਤੁਹਾਨੂੰ ਦੱਸਿਆ ਤੇ ਹੈ ਉਹਨੇ ਆਪਣਾ ਉਹ ਕਾਜ਼ਮੀ ਨੇ ਕਿ ਮੈਂ ਅਕਾਰਬ ਆ ਮੁਸਲਮਾਨਾਂ ਦਾ, ਅਕਾਬਰ ਆ, ਤੁਸੀਂ ਮੈਨੂੰ ਉਹ ਕਹਿੰਦਾ ਮੈਂ ਅਕਾਬਰ ਆ। ਅੱਛਾ ਮੈਂ ਹੁਣ ਕਾਗਜ਼ ਪੈਨਸਲ ਰੱਖ ਲਿਆ ਹੈ। ਹੁਸੈਨੀ ਭਾਈ ਨੰਬਰ 1 ਤੁਸੀਂ 1 2 3 ਇਹ ਤਿੰਨ ਬਜ਼ੁਰਗਾਂ ਦੇ ਨਾਮ ਰੱਖੋ ਜਿਹਨੂੰ ਮੈਂ ਗਾਲ ਕੱਢੀ। ਮੈਂ ਤੁਹਾਨੂੰ ਦੱਸਾਂ ਉਹਨੇ ਕਿਹਾ ਜੀ ਕਿ ਇੱਕ ਤੇ ਮੈਂ ਵਾਂ ਕਾਜ਼ਮੀ ਹਸਨ ਅਕਾਬਰ, ਦੂਜਾ ਇਹ ਸ਼ਾਰਪ ਸ਼ੂਟਰ, ਤੀਜਾ ਹੈ ਕਾਕਾ ਸਿਪਾਹੀ। ਇਹ ਸਾਰੇ ਅਕਾਬਰ ਨੇ ਇਸਲਾਮ ਦੀ ਬਾਗਡੋਰ ਇਹਨਾਂ ਦੇ ਹੱਥ 'ਚ, ਤੁਸੀਂ ਇਹਨਾਂ ਦੀ ਬੇਹੁਰਮਤੀ ਨਹੀਂ ਕਰਨੀ। ਜੀ ਹੁਸੈਨੀ ਭਾਈ ਤੁਸੀਂ ਮੇਰੇ ਤੇ ਬੋਹਤਾਨ ਲਗਾਇਆ, ਮੈਂ ਸਮਝਦਾ ਬੋਹਤਾਨ ਲਗਾਇਆ, ਲੇਕਿਨ ਤੁਸੀਂ ਅਗਰ ਸੱਚ ਬੋਲਿਆ ਹੈ ਤੇ ਮੈਨੂੰ ਤਿੰਨ ਪਹਿਲੇ ਬਜ਼ੁਰਗ ਦੱਸ ਦਿਓ, ਉਹਨਾਂ ਦਾ ਮੈਂ ਨਾਮ ਲਿਖ ਲਵਾਂ, ਤੇ ਉਸ ਤੋਂ ਬਾਅਦ ਮੈਂ ਕਿਹੜੀਆਂ ਗਾਲਾਂ ਕੱਢੀਆਂ ਨੇ ਉਹਨਾਂ ਨੂੰ ਉਹ ਦੱਸ ਦਿਓ। ਮੈਂ ਤੁਹਾਡਾ ਤਹਿ ਦਿਲ ਨਾਲ ਸ਼ੁਕਰਗੁਜ਼ਾਰ ਰਵਾਂਗਾ ਔਰ ਮੈਂ ਪੇਸ਼ ਕੀ 10 ਬਸਤਾ ਮਾਫੀ ਮੰਗਣਾ, ਅਸਤਗਫੁਰullah ਕਰਦਾ ਔਰ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੇਰੀ ਨਿਸ਼ਾਨਦੇਹੀ ਕਰਦੀ, ਔਰ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਆਇੰਦਾ ਮੇਰੇ ਮੂੰਹ ਚੋਂ ਉਹਨਾਂ ਬਜ਼ੁਰਗਾਂ ਲਈ ਕੋਈ ਸਖਤ ਜੁਮਲਾ ਨਹੀਂ ਨਿਕਲੇਗਾ। ਨੰਬਰ 1 ਕੌਣ ਹੈ ਜਿਹੜਾ ਕਾਬਰ ਜੀ ਦੇ ਬਾਰੇ ਮੈਂ ਗਾਲ ਕੱਢੀ, ਨਾਮ ਦੱਸ ਦਿਓ। ਕਾਕਾ ਸਿਪਾਹੀ ਹੈ नहीं हुसैन भाई, मैं संजीदगी मैं कागज पेंसिल लेके बैठा, उन्होंने नाम लिखना चाहना। कौन से बुजुर्ग जिनके ਜਿਹੜੀ ਤੁਸੀਂ ਖਤਮੇ ਨਬੂਵਤ ਬਿਆਨ ਕੀਤੀ ਹੈ ਹੁਣੇ ਹੀ, ਮੈਂ ਕਿ ਬਜ਼ੁਰਗ ਦਾ ਨਾਮ ਤੁਸੀਂ ਕਿਹਾ ਮੈਂ ਗਾਲਾਂ ਕੱਢਦਾ, ਮੈਂ ਉਹ ਤਿੰਨ ਬੰਦਿਆਂ ਦੇ ਨਾਮ ਦੱਸੋ ਔਰ ਉਹਨਾਂ ਦੀਆਂ ਗਾਲਾਂ ਕੱਢੋ, ਮੈਨੂੰ ਦਾएं बाएं नहीं करना। मैं ਇਹ ਜਿਹੜੇ ਲਫ਼ਜ਼ਾਂ ਦੀ ਜਿਹੜੀ ਖੇਡ ਹੈ ਨਾ ਉਹਨੂੰ ਮੈਂ ਖੇਡਣਾ ਜਾਣਨਾ। ਹੁਸੈਨੀ ਭਾਈ ਅਗਰ ਤੁਸੀਂ ਹਾਤੂ ਬੁਰਹਾਨਾ ਕਾ ਇਨ ਕੁੰਤੁਮ ਸਾदिकीन, ਸਿੱਧੀ ਸੁਣੋ ਨਹੀਂ ਤੁਸੀਂ ਮੈਨੂੰ ਨਾਮ ਦੱਸੋ ਬਜ਼ੁਰਗਾਂ ਦੇ ਤਿੰਨ ਜਾਣਗੇ ਵਿੱਚ ਹੀ। ਮੇਰੀ ਗੁਫ਼ਤਗੂ ਦੀ ਰਿਕਾਰਡਿੰਗ ਲੈ ਆਵੋ ਤੇ ਆਪਣੀ ਗੁਫ਼ਤਗੂ ਵੀ ਸੁਣ ਲਓ, तो ਇਹ ਗੱਲਾਂ ਸੁਣ ਲਓ ਤੇ ਆਪਣੇ ਆਪ ਹੀ ਵਾਧੇ ਹੋ ਜਾਏਗਾ। ਤੁਹਾਨੂੰ ਮਤਲਬ ਦਿੱਕਤ ਪੇਸ਼ ਆ ਰਹੀ ਹੈ ਤਿੰਨ ਬਜ਼ੁਰਗਾਂ ਦਾ ਨਾਮ ਲੈਣ ਲੱਗੇ? ਮੈਂ ਦੱਸ ਰਿਹਾ ਨਾ, ਸੁਣਾਉਣ ਲੱਗਾ ਤੁਹਾਨੂੰ ਕੀ ਸ਼ੈ ਉਹ ਬਜ਼ੁਰਗਾਂ ਦੇ ਨਾਮ ਆਣਗੇ। ਜਮੀਲ ਭਾਈ ਤੁਸੀਂ ਸੁਣ ਰਹੇ ਹੋ? ਯਾਦ ਰੱਖੋ ਤੇ ਮੁਸ਼ਕਲ ਹੈ। ਜਮੀਲ ਭਾਈ ਤੁਸੀਂ ਸੁਣ ਰਹੇ ਹੋ? ਮੇਰਾ ਮੁਤਾਲਬਾ ਕੀ ਹੈ ਕਿ ਤਿੰਨ ਬਜ਼ੁਰਗ ਔਰ ਉਹਨਾਂ ਕਿਹੜੀਆਂ ਗਾਲਾਂ ਸੁਣ ਲਿਆ आज वक्त ने साबित कर दिया है कि वहाबियत और यहूदियत एक साथ है और किस पर हमलावर है। मैं उसकी तफसील में नहीं जाना चाहता हूँ, लेकिन ये बदबख्त ऐसा गोबरी कीड़ा है कि इसने हमेशा चांद पर थूकना है, यानी इमाम महदी मसीह मऊद मिर्जा गुलाम अहमद कादियानी अलैहिस्सलाम की तौहीन करनी है। तो ऐ बेगैरत गोबरी कीड़े अपना मुंह चेक कर ले, सारी गलाजत हजार गुना होके तुझ पर, तेरे अकाबरीन पर, तेरे मसलक पर, तेरे मजहब पर पड़ चुकी है। मैं इसके बाद कोई बात नहीं करना चाहता, सिर्फ इतना कहता हूँ कि जो कुछ तुम हमारे अकाबरीन के बारे में कहते हो
उसे 1 लाख से ज़रब देकर अपने अकाबरीन के लिए ले लो। अब तुम साबित होते हो कि तुम शातिम रसूल हो, तुम इस्लाम के जो बुजुर्ग हस्तियां हैं उनकी तौहीन करते हो। तो क्योंकि तू बगैरती करते हुए हज़रत अक़दस मसीह मौऊद अलैहिस्सलाम पर ज़बान दराज़ी करता है, लख लानत है इस तेरे इस अमल पर कि बदले में आकर तो अपने ही अकाबरीन की तौहीन करता है। मैं मुसलसल तुम्हारी इस कंकी डिफेंसिव मैकेनिज्म के साथ उलझना नहीं चाहता, तुम्हें कानून सलामा कहना चाहता हूँ, लेकिन ये बताना चाहता हूँ कि तुझसे मरूब होकर या मुतासर होकर नहीं, बल्कि तेरे अंदर से उठने वाली गंदी गलाजत, बदबू, ताफुन की वजह से तुझ पर 100 लानत भेजते हुए कालू सलामा कहता हूँ, तुम्हें सलामा कहता हूँ। तू रह उसी जहालत में रह जो तुम्हारा मुकद्दर बन चुकी है। हजरत अब वक्त के इमाम को ना पहचानने का यही नतीजा है कि तू गलाजत में जिया, गलाजत में ही मरेगा, और तेरे मुकद्दरों में यही है तेरे पास क्या बात है, मेरे है ताईद रब्बुल वरा। सलामा सलामा दो आ जाओ, एक एक करके आ जाओ। हुसैनी भाई इसमें अब बात कर लेना, वो तीन बुजुर्गों के नाम बता दें और वो गालियां बता दें जो मैंने निकाली। ਗੁਫ਼ਤਗੂ ਦੇ ਨਮੂਨੇ ਨੇ, ਮੇਰੀ ਗੁਫ਼ਤਗੂ ਦਾ ਵੀ ਨਮੂਨਾ ਲਗਾ ਦਿਓ। अब गुफ्तगू ਦੇ ਨਮੂਨੇ ਨਹੀਂ, ਤੁਸੀਂ ਮੇਰੇ ਤੇ ਬੋਤਾਨ ਲਗਾਇਆ ਕਿ ਮੈਂ ਗਾਲਾਂ ਕੱਢਦਾ ਵਾਂ ਉਹਨਾਂ ਬਜ਼ੁਰਗਾਂ ਨੂੰ। ਦਾएं ਬਾएं ਨਹੀਂ, ਦਾएं ਬਾएं ਨਹੀਂ ਹੁਸੈਨੀ ਭਾਈ, ਤੁਹਾਡੇ ਚ ਇੰਨੀ ਸਲਾਹੀਅਤ ਨਹੀਂ ਕਿ ਤੁਸੀਂ ਆਪਣੇ ਅਲਫਾਜ਼ ਦੇ ਨਾਲ ਦਾएं ਬਾएं ਕਰਕੇ ਮੇਰੇ ਜੇ ਫਕੀਰ ਨੂੰ ਤੁਸੀਂ ਉਲਝਾ ਸਕੋ। ਨਾ 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 ਹਾਂ ਤੂੰ ਬੁਰਹਾਨ ਆਕਾ ਇਨ ਕੁੰਤੁਮ ਸਾदिकीन, ਅਗਰ ਸੱਚੇ ਹੋ ਤੇ ਮੈਨੂੰ 3 ਬਜ਼ੁਰਗਾਂ ਦੇ ਨਾਮ ਦੱਸੋ ਔਰ ਗਾਲਾਂ ਦੱਸੋ। ਦਾएं ਬਾएं ਨਹੀਂ ਕਰਨਾ, ਮੈਂ ਇਹ ਲਫ਼ਜ਼ਾਂ ਦਾ ਖੇਡ ਤੁਹਾਡੇ ਨਾਲੋਂ ਬਹੁਤ ਬਿਹਤਰ ਜਾਣਨਾ। ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਲਫ਼ਜ਼ਾਂ ਦਾ ਘੇਰਾ ਪਾ ਕੇ ਤੇ ਮੇਰੇ ਜੇ ਫਕੀਰ ਨੂੰ ਤੁਸੀਂ ਲਾਜਵਾਬ ਕਰ ਸਕਦੇ। ਇਸ ਪਾਸੇ ਨਹੀਂ ਆਣਾ। ਮੈਨੂੰ ਤੁਸੀਂ 3 ਬਜ਼ੁਰਗਾਂ ਦੇ, ਤੁਸੀਂ ਤੁਹਾਡੇ ਕੋਲ ਇੱਕ ਚਾਈਸ ਹੈ, ਜਾਂ ਅਸਤਗਫੁਰullah ਕਰੋ ਕਹੋ ਮੈਂ ਤੇਰੇ ਤੇ ਬੋਹਤਾਨ ਲਗਾਇਆ ਤੇ ਮੈਂ ਉਸ ਤੋਂ ਤਾਇਬ ਹੋਣਾ। ਅਗਰ ਤੁਸੀਂ ਆਪਣੇ ਉਸ ਬੋਹਤਾਨ ਤਰਾਸ਼ੀ ਦੇ ਉੱਤੇ, ਬੋਹਤਾਨ ਝੂਠ ਤੋਂ ਵੀ ਵੱਡਾ ਹਿਸਾਬ ਹੈ, ਤੁਸੀਂ ਮੈਨੂੰ 3 ਬਜ਼ੁਰਗਾਂ ਦੇ ਨਾਮ ਦੱਸੋ, ਉਹਨਾਂ ਨੂੰ ਕੱਢੀਆਂ ਗਾਲਾਂ ਕੱਢੋ, ਦੱਸੋ। ਅਗਰ ਨਹੀਂ ਦੱਸ ਸਕੇ ਅਸਤਗਫੁਰullah करो और आइंदा मेरे ते बोहतान लगाने तो पहले 100 बारी सोच लिया करो। मेरे ते बोहतान तुसी मुसलसल लांदे रहो, मैं कई दफ़ा इग्नोर किया है, हुण मैं तुहानूं कटहरे 'च खड़ा करना, अपना हक समझना वा कि क्यों भाई तुहानूं ये जरूरत क्यों पेश आ जाती एक अहमदी मुसलमान दे उत्ते कार्नर करने वास्ते तुसी झूठ दा सहारा लेना जायज़ समझदे हो, हालांकि तुसी जानते हो कि चौथी बारी की किया गया। चलो छड़ो, दफा करो। हुसैनी साहब आपने इसको ये नहीं किया ब्लॉक, इसको रखजान को। अच्छा एक मिनट देखना, इस लांती को करे, ये बड़ा ही गलीज आदमी है, पता नहीं हर वक्त इन्हू पता नहीं केड़ियां मिर्चां लगियां रहंदे ने। अल्लाह ताला इन्हू चाहिए रूह अफजा नाल इस्तंजा करे। नहीं ये ते कोई जेड़ी आखिरी तारीरा नहीं दी ते कोई ऐसी गल नहीं। नहीं ओहो आखिरी तहरीरा हुण नहीं कीती, ओने उत्ते करदा, डेली करदा, हर वक्त करदा। ऐसे करके तो मैं तां रिक्वेस्ट कर दिया, करना ते कर दियो, जे नहीं करना ते फिर रहन दियो, तुसी मर्जी तुहाडी। ओ हुण हाजी बन जाएगा तो फिर ठीक है जी। बहरहाल अल्लाह करम करे जी, अल्लाह फजल करे। तोनी भाई तुसी बहुता ना खपिया करो, छड्या गल होई छੱਡ ਦੇ उड़ ਜਾਂਦੀ ਏ। ਇੱਥੇ ਕਿਸੇ ਨੇ ਨਹੀਂ ਮੰਨੀ, ਕੋਈ ਵੀ ਇੱਥੇ ਰੋਜ਼ ਇੱਕ ਗੱਲ ਖਤਮ नहीं होती तो 10 ਹੋਰ ਨਵੀਆਂ आ ਜਾਂਦੀਆਂ। आप ऊपर फूल बरसा रहे हैं। ओ यार जा को काम कर, को गैर तो शर्म है तो अपनी असली आईडी के साथ ऊपर आया है, नीचे भौंकता रहता तू। क्या है तेरी औकात? आप ऊपर फूल बरसा रहे हैं, जो भी है तू ऊपर आ। मलक कैसर है, अमन नजीर की दूसरी आईडी है, जो भी है ऊपर आ, जुर्रत कर, सीधा सामने आके गालियां निकाल मुंह के ऊपर, अगर तू इतना बड़ा रसूल अल्लाह का आशिक है। ਜਮੀਲ ਭਾਈ ਤੁਹਾਨੂੰ ਇਹ ਹੁਸੈਨੀ ਭਾਈ ਨੇ 3 ਨਾਮ ਤੇ ਮੈਨੂੰ ਗਾਲਾਂ ਜਿਹੜੀਆਂ ਨੇ ਉਹ ਦੱਸ ਦਿੱਤੀਆਂ ਨੇ, शायद मैनू सुनने च दिक्कत पेश आई नहीं। उन्होंने आपको एक वीडियो ऑडियो सुनाई है, तो उस ऑडियो को मैं 100% ओन करता हूँ। उसके लिए अगर उसके ऊपर अगर बात करना चाहते हैं, कोई इल्मी मिजाज रखते हैं, तो उस पर काबिल इतराज़ कौन सा जुमला है, कौन सा फ़िक्रा है, वो बता दें। जो हज़रत अक़दस मसीह मौऊद अलैहिस्सलाम को गालियाँ निकालता है, तौहीन करता है, खुदा जानता है मेरे दिल में उसके लिए कोई इज्जत नहीं है।
कोई इज्जत नहीं है। और उसके बावजूद अगर वो इज्जत और एहतराम का ख़्वाह है तो वो अहमकों की जन्नत में रहता है। बहुत हो चुका है। जो हमारे अकाबर की तौहीन करता है, मैं उसे गोबरी आसमान के नीचे बसने वाली गंदी तरीन मखलूक समझता हूँ। उसे गोबरी कीड़ा कहना गोबरी कीड़े की तौहीन समझता हूँ। हाँ, बस उनके ठीक पास है, बहुत समझ गए हैं है। टोनी साहब आपकी बात को। चलो ठीक है, गोबरी कीड़ा ही सही। चलो अपना हुसैनी साहब ਇਹ ਨੀਚੇ ਇੱਕ ਬੰਦਾ ਦਾ ਨਾਂ ਅਸਦ ਮਲਕ ਹੈ ਕਿ ਮੈਨੂੰ ਕਹਿੰਦਾ ਕਿ ਮੇਰੀ ਜਿਹੜੀ ਕੁੜੀ ਏ ਕਿਸੇ ਕਾਲੇ ਨੇ ਕੱਢ ਲਈ ਏ। यार तुझी भी रहने दो, तुझी समझा। ਮੈਂ ਤੋਂ ਨਾ ਰੱਖੋ, ਮੈਂ ਥੱਲੇ ਪੈ ਪੜਨਾ, ਮੇਰੀ ਕੁੜੀ ਨੂੰ ਕਾਲਾ ਕੱਢ ਕੇ ਲੈ ਗਿਆ, ਕਹਿੰਦਾ ਪਿਆ ਮੈਨੂੰ। ਮੈਂ ਹੁਸੈਨੀ ਸਾਹਿਬ ਨੂੰ ਦੱਸਣਾ ਪਿਆ ਕਿ ਮੈਨੂੰ ਹੁਣ ਪਤਾ ਲੱਗਾ ਮੇਰੀ ਕੁੜੀ ਨੱਸ ਗਈ ਕਿਸੇ ਕਾਲੇ ਨਾਲ, ਮੈਨੂੰ ਪਤਾ ਹੀ ਨਹੀਂ। ਯਾਰ ਆਪਸ ਦੀ ਲੜਾਈ 'ਚ ਮੇਰਾ ਨਾਂ ਨਾ ਲਓ ਪਲੀਜ਼। ਸੈਣੀ ਸਾਹਿਬ, ਸੈਣੀ ਸਾਹਿਬ, ਆ ਮੇਰੀ ਕੁੜੀ ਕਾਲੇ ਨਾਲ ਨੱਸ ਗਈ, ਮੈਨੂੰ ਪਤਾ ਹੀ ਨਹੀਂ। ਆ ਪਿੱਛੇ ਥੱਲੇ ਦੱਸਦਾ ਪਿਆ ਜੇ ਅਸਦ ਮਲਕ। ਇੱਕ ਤੇ ਉਸ ਲਈ ਤੁਹਾਡੀ ਨਜ਼ਰ ਕਮਜ਼ੋਰ ਹੋ ਜਾਂਦੀ ਉਸ ਲਈ ਉਂਝ ਫਟਾਫਟ ਇੱਧਰ ਬੰਦਾ ਚੜਾ, ਇੱਧਰ ਲਾ, ਸਾਰਿਆਂ ਨੂੰ ਲਾ ਦੇ ਗਾਣੇ ਲਾ, ਤੇ ਕਮੈਂਟ ਨਹੀਂ ਨਜ਼ਰ ਆਉਂਦੇ। ਇਲਜ਼ਾਮ ਲਾਉਂਦੇ ਵਿੱਚ ਕੋਈ ਸ਼ਰਮ ਹੀ ਆਉਣੀ ਚਾਹੀਦੀ ਹੈ। ਪਤਾ ਨਹੀਂ ਇਹਨਾਂ ਲੋਕਾਂ ਨੂੰ ਕੀ ਹੋਏਗਾ ਐਸਾ। ਮੈਨੂੰ ਨਹੀਂ ਨਜ਼ਰ ਆਇਆ, ਮੇਰੇ ਕੋਲ ਨਹੀਂ ਨਜ਼ਰ ਆ ਰਹੀ। ਬਈ ਸੈਕਿੰਡ ਲਾਸਟ ਕਮੈਂਟ ਸਭ ਤੋਂ ਥੱਲੇ ਪੜ੍ਹ ਲਓ। ਅਸਦ ਮਲਕ ਸਾਹਿਬ ਨੇ ਆਸ਼ਿਕ ਰਸੂਲ, असद मलक ना लिखे ऐसा, राजा साहब ने लिखा, मुझे तो नजर आ रही है। ਅਸਦ ਮਲਕ ਸਾਹਿਬ ਨੇ ਆਸ਼ਿਕ ਰਸੂਲ, ਉਹ ਕਹਿੰਦੇ ਨੇ ਕਿ ਬੰਬਾਸਟਿਕ ਤੇਰੀ ਕੁੜੀ ਕਾਲਾ ਕੱਢ ਕੇ ਲੈ ਗਿਆ। मेरे को फिल्टर हो गया, मेरे को नहीं ਇਹਨੂੰ ਖਾਬ ਵਿੱਚ ਆਏ ਨੇ, ਕੋਈ ਬਜ਼ੁਰਗ ਹਸਤੀ ਉਹਨਾਂ ਨੇ ਦੱਸਿਆ। ਬਹੁਤ ਹੀ ਅੱਛੇ ਨੇ, ਬਸ ਆਪਣੇ ਆਪਣੇ ਨਬੀ ਦੇ ਸੁਨਨਤ ਦੇ ਮੁਤਾਬਕ ਜਿਹੜੇ ਨੇ ਗੱਲਾਂ ਕਰਦੇ ਨੇ। ਇਹ ਸਭ ਤੋਂ ਥੱਲੇ ਵਾਲਾ ਬੰਦਾ ਜੋ ਹੈ ਇਸ ਵਕਤ ਨਾ, ਉਹ ਰੱਖ ਜਾਨ, ਜਿਹੜਾ ਕਹਿੰਦਾ ਅਸਲ ਕਮੈਂਟ ਕਿਧਰ ਹੈ, ਇਹਨੂੰ ਜਿਹੜਾ ਇਹਨੂੰ ਬਲੌਕ ਕਰਦਾ, ਇਹਨੂੰ ਗੋਲੀ ਮਾਰ ਦਿਓ। ਜਮੀਲ ਭਾਈ ਜੀ, ਇੰਨੀ ਮੋਹਿਨਨ ਮਨ ਇਰਾਦਾ ਹਿਆਨਤ का ਇੰਨੀ ਮੋਹਿਨਨ ਮਨ ਇਰਾਦਾ ਹਿਆਨਤ का ਜਿਹੜੇ ਹਿਆਨਤ ਕਰਦੇ ਨੇ ਅੱਲਾਹ ਤਾਲਾ ਦੀ ਖੁਦ ਹਿਆਨਤ ਕਰਦਾ। ਤੁਸੀਂ ਬੇਫਿਕਰ ਰਹੋ, ਤੁਸੀਂ ਇਹਨਾਂ ਨੂੰ ਕਰਨ ਦਿਓ। ਨਹੀਂ ਮੈਂ ਨਹੀਂ ਫਿਕਰ ਕਰਦਾ, ਮੈਂ ਤੇ ਇਹਨਾਂ ਲੋਕਾਂ ਤੇ ਹੱਸਦਾ ਵਿਚਾਰਿਆਂ ਦੇ ਉੱਤੇ। ਜੀ ਜੀ। ਦੂਜਾ ਮੈਂ ਟੋਨੀ ਭਾਈ ਨਾਲ ਗੱਲ ਕਰਨੀ ਸੀ ਕਿ ਸਾਡੇ 'ਚ ਇਮਾਨੀ ਗੈਰਤ ਹੈ, ठीक है, लेकिन ਅਸੀਂ ਫਿਰ भी इखलाक के दायरे 'ਚ गुफ्तगू करने हैं। नहीं देखें नज़ीर साहब, मुझे इधर सोशल मीडिया पर बहुत अरसा हो गया और खाकसार ऐसा बंदा है जिनके बारे में मुखालफिन भी यही कहते थे कि ये एक तो सख्त ज़ुबान नहीं इस्तेमाल करता और कोई सख्त लबो लहजा भी इस्तेमाल नहीं करता, और अल्फाज का चुनाव इतना शुस्ता होता है, साफ़ होता है। जी अस्सलाम वालेकुम रहमतुल्लाह। माशाल्लाह बड़ी अच्छी गुफ्तगू चल रही सी। ਹੁਸੈਨੀ ਸਾਹਿਬ ਮੈਨੂੰ ਰਖਜਾਨ ਕਹਿੰਦਾ ਕਿ ਮੈਂ ਛਣਕਣਾ ਵਜਾਵਾਂ, ਕਹਿੰਦਾ ਤੂੰ ਬੰਬਾਸਟਿਕ ਛਣਕਣਾ ਵਜਾ। आ बजाओ सुए दा छणकना। अस्सलाम वालेकुम हुसैनी साहब। वालेकुम सलाम, बिस्मिल्लाह, तशरीफ ले आओ। ਤੇ ਦੂਜਾ ਹੈ ਕਹਿੰਦਾ ਅਸਦ ਮਲਕ ਕਹਿੰਦਾ ਮੇਰੇ ਨਾਲ ਹੁਸੈਨੀ ਸਾਹਿਬ ਨੂੰ ਵੀ ਦੱਸਿਆ ਸੀ ਤਾਰਕ ਜਵੇਦ ਨੇ ਕਿ ਮੇਰੀ ਕੁੜੀ ਕਾਲੇ ਦੇ ਨਾਲ ਨੱਸ ਗਈ ਹੈ। ਤਾਰਕ ਜਵੇਦ ਸਾਹਿਬ ਨੇ ਦੱਸਿਆ। तारक जवेद साहब देख हल। ते रखजान की कहता कहानी तो बीच में ही रह गई, टोनी की बिजली चले गई।